ਸ੍ਰੀ ਅਕਾਲ ਪਿਆਰੇ ਵਿਦਿਆਰਥੀਓ, ਪੰਜਾਬੀ ਐਜੂਕੇਸ਼ਨ ਚੈਨਲ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪਿਆਰੇ ਵਿਦਿਆਰਥੀਓ, ਅੱਜ ਦੀ ਇਹ ਵੀਡੀਓ ਤੁਹਾਡੇ ਲਈ ਖਾਸ ਹੋਣ ਵਾਲੀ ਹੈ ਕਿਉਂਕਿ ਇਸ ਵਿੱਚ ਅਸੀਂ ਪੰਜਾਬੀ ਵਿਆਕਰਨ ਦੇ 94 ਜਿਹੜੇ ਪ੍ਰਸ਼ਨ ਤੁਹਾਡੇ ਨਾਲ ਸਾਂਝੇ ਕਰਾਂਗੇ। ਤੇ ਅੱਜ ਅਸੀਂ ਜੋ ਸਾਡੇ ਪੰਜਾਬੀ ਵਿਆਕਰਨ ਨੂੰ ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ, ਉਹਦੇ ਵਿੱਚ ਜੋ ਸਾਡੀ ਵਿਆਕਰਨ ਹੈ, ਸਾਡੇ ਵਰਨ ਹਨ, ਗੁਰਮੁਖੀ ਲਿਪੀ ਹੈ, ਇਹਦੇ ਬਾਰੇ ਅਸੀਂ ਥੋੜ੍ਹਾ ਵਿਸਤਾਰ ਦੇ ਵਿੱਚ ਪੜ੍ਹ ਕੇ ਅਤੇ ਫਿਰ ਇਹਨਾਂ ਨਾਲ ਸੰਬੰਧਿਤ MCQs ਕਰਾਂਗੇ। ਗੁਰਮੁਖੀ ਲਿਪੀ ਦਾ ਨਾਮਕਰਨ ਕਿਵੇਂ ਪਿਆ ਹੈ, ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ ਕੀ ਹਨ, ਇਹ ਜਿਹੜੇ ਅੱਜ ਦੇ ਵੀਡੀਓ ਦੇ ਮਹੱਤਵਪੂਰਨ ਸਵਾਲ ਤੁਹਾਨੂੰ ਪੇਪਰਾਂ ਦੇ ਵਿੱਚ ਆਉਂਦੇ ਨੇ, ਉਹਨਾਂ ਨੂੰ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਅੱਗੇ ਵਿਸਤਾਰ ਸਹਿਤ ਕਰਾਂਗੇ। ਸੋ ਜੋ ਵਿਦਿਆਰਥੀ ਪੰਜਾਬੀ ਵਿਸ਼ੇ ਨੂੰ ਧਿਆਨ ਦੇ ਨਾਲ ਜਾਂ ਆਪਣੀ ਪੜ੍ਹਾਈ ਦੇ ਪਾਰਟ ਬਣਾ ਕੇ ਜਾਂ ਆਪਣੀ ਜੋ ਵੀ ਉਹ ਪੇਪਰਾਂ ਦੀ ਤਿਆਰੀ ਕਰ ਰਹੇ ਹਨ ਉਹਦੇ ਵਿੱਚ ਮੁੱਖ ਰੱਖ ਕੇ ਪੜ੍ਹ ਰਹੇ ਹਨ, ਅਤੇ ਇਹ ਸਾਰੇ ਹੀ ਉਹਨਾਂ ਬੱਚਿਆਂ ਦੀ ਵੀਡੀਓ ਜਿਹੜੀ ਕਿਤੇ ਨਾ ਕਿਤੇ ਲਾਹੇਵੰਦ ਹੋਏਗੀ। ਸੋ ਆਓ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਆਪਾਂ ਅੱਜ ਦੀ ਜਿਹੜੀ ਵੀਡੀਓ ਉਹਦੀ ਸ਼ੁਰੂਆਤ ਕਰਦੇ ਹਾਂ। ਸੋ ਸ਼ੁਰੂਆਤ ਦੇ ਵਿੱਚ ਬੱਚਿਓ ਅਸੀਂ ਜੋ ਚੀਜ਼ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਹੈ ਵਰਨ। ਅਸੀਂ ਵਰਨ ਤੋਂ ਸ਼ੁਰੂ ਕਰਦੇ ਹਾਂ ਅੱਜ ਦਾ ਵਿਆਕਰਨ ਪਾਠ ਕਿ ਵਰਨ ਦਾ ਅਰਥ ਹੈ ਅੱਖਰ ਜਾਂ ਚਿੰਨ੍ਹ। ਵਰਨਾਂ ਦਾ ਸੰਬੰਧ ਧੁਨੀਆਂ ਦੇ ਉਚਾਰਨ ਨਾਲ ਹੈ। ਸੋ ਬੱਚੋ, ਜਿਹੜੀਆਂ ਅਸੀਂ ਜਦੋਂ ਵੀ ਕੋਈ ਚੀਜ਼ ਦੀ ਸ਼ੁਰੂਆਤ ਕਰਦੇ ਹਾਂ ਤਾਂ ਇੱਕ ਧੁਨੀ ਨਿਕਲਦੀ ਆ। ਇਹ ਤੁਸੀਂ ਸਟਾਰਟਿੰਗ ਦੇ ਵਿੱਚ ਅਸੀਂ ਦੇਖਾਂਗੇ ਕਿ ਸਭ ਤੋਂ ਛੋਟੀ ਇਕਾਈ ਕੀ ਹੈ। ਜਦੋਂ ਤੁਸੀਂ ਗੱਲਬਾਤ ਕਰਦੇ ਹੋ, ਧੁਨੀਆਂ ਨੇ ਜਿਹੜੀਆਂ ਅਸੀਂ ਸੁਣਦੇ ਹਾਂ, ਸਾਡੇ ਮੂੰਹਾਂ 'ਚੋਂ ਨਿਕਲਣ ਵਾਲੀਆਂ ਆਵਾਜ਼ਾਂ ਨੇ। ਸੋ ਉਹ ਆਵਾਜ਼ਾਂ ਨੇ ਅੱਗੇ ਜਾ ਕੇ ਜਦੋਂ ਉਹਨਾਂ ਦਾ ਵਿਸਤਾਰ ਹੁੰਦਾ ਫਿਰ ਉਹ ਕਿਵੇਂ ਵਰਨ, ਜਿਵੇਂ ਨੂੰ ਅੱਖਰ ਬੋਲਦੇ ਹਾਂ, ਫਿਰ ਅੱਖਰ ਤੋਂ ਬਾਅਦ ਬੱਚੋ ਕਿਵੇਂ ਜਿਹੜੀ ਸਾਡੇ ਲਿਪੀ ਹੋਣ ਦੇ ਵਿੱਚ ਆਉਂਦੀ ਹੈ, ਫਿਰ ਸਾਡੇ ਸ਼ਬਦ ਬਣਦੇ ਨੇ, ਸ਼ਬਦ ਤੋਂ ਅੱਗੇ ਕਿਵੇਂ ਵਾਕ ਬਣਦੇ ਨੇ। ਇਹ ਤਰਤੀਬ ਹੈ ਪੰਜਾਬੀ ਵਿਆਕਰਨ ਦੀ ਜਿੱਥੋਂ ਅਸੀਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਸ਼ੁਰੂਆਤ ਆ ਉਹ ਵਰਨ ਤੋਂ ਹੁੰਦੀ ਆ, ਅਤੇ ਜਿਹੜੇ ਵਰਨ ਦਾ ਅਸੀਂ ਉਚਾਰਨ ਕਰਦੇ ਹਾਂ ਬੱਚੇ, ਉਹ ਸਾਡੇ ਨਾ ਮੂੰਹ ਦੇ ਪੋਲ, ਜਿਵੇਂ ਮੂੰਹ ਦੇ ਪੋਲ ਤੋਂ ਭਾਵ ਜਿਵੇਂ ਸਾਡਾ ਬੁੱਲ ਨੇ, ਅੱਗੇ ਸਾਡਾ ਜਿਹੜਾ ਬੁੱਲਾਂ ਤੋਂ ਅੱਗੇ ਸਾਡੀ ਜੀਭ ਹੈ, ਫਿਰ ਸਾਡਾ ਤਾਲੂ ਆ, ਕਾਂ, ਕੰਠ, ਦੰਦ, ਨੱਕ, ਸੁਰ ਯੰਤਰ, ਇਹ ਕਈ ਤਰ੍ਹਾਂ ਦੀਆਂ ਇਹ ਧੁਨੀਆਂ ਉਚਾਰਦੇ ਹਨ। ਜਿਹੜੇ ਸਾਡੇ ਬੋਡੀ ਦੇ ਮੂੰਹ ਦੇ ਪਾਰਟ ਦੇ ਇਹ ਪੋਲ ਨੇ ਬੁੱਲਾਂ ਦਾ ਆਪਣਾ ਬੱਚਿਓ, ਜਿਹੜੀਆਂ ਜਦੋਂ ਤੁਸੀਂ ਹੋਟੀ, ਦੰਤੀ, ਇਹ ਚੀਜ਼ਾਂ ਅਸੀਂ ਪੜ੍ਹਾਂਗੇ ਨਾ ਅੱਗੇ, ਤੁਸੀਂ ਵਿਆਕਰਨ ਦੇ ਵਿੱਚ ਸਮਝੋਗੇ। ਇਹ ਜਿਹੜਾ ਸਾਡਾ ਮੂੰਹ ਪੋਲ ਆ ਬੱਚਿਓ, ਜਿੰਨੀਆਂ ਅਸੀਂ ਧੁਨੀਆਂ ਦਾ ਉਚਾਰਨ ਕਰਦੇ ਹਾਂ, ਇਹ ਸਾਰਾ ਇਹਦੇ ਵਿੱਚ ਸਾਰੀਆਂ ਚੀਜ਼ਾਂ ਦਾ, ਜਿਵੇਂ ਨਾਸਕੀ ਧੁਨੀਆਂ ਕਿਹੜੀਆਂ ਹਨ, ਹੋਂਟੀ ਕਿਹੜੀਆਂ ਹਨ, ਦੰਤੀ ਕਿਹੜੀਆਂ ਹਨ, ਤਾਲਵੀ ਕਿਹੜੀਆਂ ਹਨ, ਕੋਮਲ ਤਾਲਵੀ ਕਿਹੜੀਆਂ ਧੁਨੀਆਂ ਹਨ। ਸੋ ਇਹ ਬੱਚੇ ਜਿੱਥੋਂ ਜਿੱਥੋਂ ਹਵਾ ਹੋ ਕੇ ਗੁਜ਼ਰਦੀ ਆ, ਜਿਹੜੀਆਂ ਜਿਹੜੀਆਂ ਧੁਨੀਆਂ ਦਾ ਜਿਹੜੇ ਵਰਨਾਂ ਦਾ ਅਸੀਂ ਉਚਾਰਨ ਕਰਦੇ ਹਾਂ, ਉਹਨਾਂ ਨੂੰ ਪੂਰਾ ਇੱਕ ਵਿਆਕਰਨ ਦੇ ਵਿੱਚ ਸਿਸਟੇਮੈਟਿਕਲੀ ਸਮਝਾਇਆ ਜਾਂਦਾ। ਸੋ ਸਟਾਰਟਿੰਗ ਇਹ ਹੈ ਕਿ ਅਸੀਂ ਕਿੱਥੋਂ ਇਹ ਵਰਨਾਂ ਦਾ ਉਚਾਰਨ ਕਰਦੇ ਹਾਂ। ਸੋ ਫਿਰ ਇਸ ਲਾਈਨ ਨੂੰ ਰਿਪੀਟ ਕਰਦੇ ਹਾਂ ਕਿ ਮਨੁੱਖ ਆਪਣੇ ਮੂੰਹ ਪੋਲ ਵਿਚਲੇ ਅੰਗਾਂ, ਇਹ ਸਾਡੇ ਮੂੰਹ ਪੋਲ ਦੇ ਅੰਗ ਨੇ, ਕਿਹੜੇ ਹਨ? ਬੁੱਲ, ਜੀਭ, ਤਾਲੂ, ਕਾਂ, ਕੰਠ, ਦੰਦ, ਨੱਕ, ਸੁਰ ਯੰਤਰ, ਕਈ ਤਰ੍ਹਾਂ ਦੀਆਂ ਧੁਨੀਆਂ ਉਚਾਰਦਾ ਹੈ। ਇਹਨਾਂ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਸਾਂਭਣ ਲਈ ਇਹਨਾਂ ਨੂੰ ਕੁਝ ਵਿਸ਼ੇਸ਼ ਚਿੰਨ੍ਹਾਂ ਰਾਹੀਂ ਪ੍ਰਗਟ ਕੀਤਾ ਜਾਂਦਾ ਹੈ। ਸੋ ਬੱਚੋ, ਜਿਹੜੀਆਂ ਜਿਹੜੀਆਂ ਧੁਨੀਆਂ ਜਿੱਥੋਂ ਜਿੱਥੋਂ ਅਸੀਂ ਉਚਾਰਨ ਕਰਦੇ ਹਾਂ, ਫਿਰ ਉਹਨਾਂ ਨੂੰ ਜਦੋਂ ਅਸੀਂ ਲਿਖ ਲੈਂਦੇ ਹਾਂ ਵੀ ਇਹ ਨੱਕ 'ਚੋਂ ਕਿਹੜੀ ਧੁਨੀ ਨਿਕਲੀ, ਬੁੱਲਾਂ ਦੇ ਟੱਚ ਹੋਣ ਨਾਲ ਕਿਹੜੀ ਧੁਨੀ ਦਾ ਉਚਾਰਨ ਹੁੰਦਾ ਹੈ, ਤਾਲੂਏ ਦੇ ਨਾਲ ਜੀਭ ਦੇ ਲੱਗਣ ਨਾਲ ਕਿਹੜੀ ਧੁਨੀ ਦਾ ਉਚਾਰਨ ਹੁੰਦਾ, ਜਦੋਂ ਜੀਭ ਦੰਦਾਂ ਦੇ ਨਾਲ ਟਕਰਾਉਂਦੀ ਆ ਤਾਂ ਉਸ ਟਾਈਮ ਕਿਹੜੀ ਧੁਨੀ ਦਾ ਉਚਾਰਨ ਹੁੰਦਾ, ਅਤੇ ਜਦੋਂ ਅਸੀਂ ਸਾਡੀ ਜੀਭ ਆ ਉਹਦੇ ਵਿੱਚ ਥੋੜ੍ਹੀ ਕੰਪਨ ਪੈਦਾ ਹੁੰਦੀ ਹੈ, ਉਸ ਸਮੇਂ ਕਿਹੜਾ ਵਰਨ ਦਾ ਅਸੀਂ ਉਚਾਰਨ ਕਰਦੇ ਹਾਂ। ਸੋ ਬੱਚੇ, ਜਿਹੜੇ ਇਹ ਸਿਸਟਮੈਟਿਕਲੀ ਅਸੀਂ ਸ਼ਬਦਾਂ ਨੂੰ ਲਿਖਦੇ ਹਾਂ, ਇਹ ਫਿਰ ਅੱਗੇ ਜਦੋਂ ਲਿਖ ਲੈਂਦੇ ਹਾਂ ਇਹਨਾਂ ਧੁਨੀਆਂ ਨੂੰ, ਧੁਨੀਆਂ ਦੇ ਉਚਾਰਨ ਦੀ ਜਿਹੜੀ ਪ੍ਰਕਿਰਿਆ ਉਹ ਸਭ ਤੋਂ ਪਹਿਲਾਂ ਹੁੰਦੀ ਆ। ਜਦੋਂ ਉਸ ਧੁਨੀ ਦੇ ਉਚਾਰਨ ਤੋਂ ਬਾਅਦ ਉਸ ਨੂੰ ਅਸੀਂ ਲਿਖ ਲੈਂਦੇ ਹਾਂ ਤਾਂ ਉਹ ਫਿਰ ਵਰਨ ਬਣ ਜਾਂਦਾ, ਇਹਦਾ ਰੂਪ ਲੈਂਦਾ। ਸੋ ਜਿਵੇਂ ਕਿ ਵੱਖ-ਵੱਖ ਜਿਹੜੀਆਂ ਭਾਸ਼ਾਵਾਂ ਅਸੀਂ ਪੜ੍ਹਦੇ ਹਾਂ, ਹਰੇਕ ਭਾਸ਼ਾ ਨੂੰ ਬੱਚਿਓ ਸਾਇੰਟੀਫਿਕਲੀ ਸਮਝਣ ਲਈ, ਜਾਣਨ ਲਈ ਉਹਦੀ ਜਿਹੜੀ ਇੱਕ ਲਿਪੀ ਆ ਭਾਸ਼ਾ ਵਿਗਿਆਨੀਆਂ ਦੁਆਰਾ ਤਿਆਰ ਕੀਤੀ ਗਈ, ਉਹ ਲਿਪੀ ਉਹਦਾ ਪ੍ਰਿੰਸੀਪਲ ਆ। ਜੇਕਰ ਅਸੀਂ ਉਹ ਲਿਪੀ ਨੂੰ ਵਿਸਤਾਰ ਸਹਿਤ ਨਹੀਂ ਉਹਦੀ ਜਾਣਕਾਰੀ ਰੱਖਦੇ ਤਾਂ ਅਸੀਂ ਕਿਸੇ ਵੀ ਭਾਸ਼ਾ ਨੂੰ ਨਹੀਂ ਸਿੱਖ ਸਕਦੇ। ਸੋ ਜਿਵੇਂ ਕਿ ਇਹਦੇ ਵਿੱਚ ਐਗਜ਼ਾਮਪਲ ਦਿੱਤੀ ਗਈ ਹੈ ਕਿ ਵਰਨ ਕੀ ਹੁੰਦੇ ਨੇ। ਜਿਵੇਂ ਪੰਜਾਬੀ ਲਿਪੀ ਦੇ ਵਰਨਾਂ ਦੀ ਅਸੀਂ ਗੱਲ ਕਰਦੇ ਹਾਂ, ਸੋ ਕੋਈ ਵੀ ਵਰਨ ਅਸੀਂ ਲੈ ਸਕਦੇ ਹਾਂ। ਐਗਜ਼ਾਮਪਲ ਦੇ ਲਈ ਅਸੀਂ ਲਿਆ ਸੱਸਾ, ਹਾਹਾ, ਕੱਕਾ, ਚੱਚਾ, ਟੈਂਕਾ, ਨੰਨਾ, ਪੱਪਾ। ਇਹ ਐਗਜ਼ਾਮਪਲ ਲਈ ਤੁਹਾਨੂੰ ਦੱਸ ਰਿਹਾ ਕਿ ਇਹ ਵਰਨ ਨੇ। ਜਦੋਂ ਅਸੀਂ ਇਹਨਾਂ ਦਾ ਉਚਾਰਨ ਕਰਦੇ ਹਾਂ,
ਇਹ ਵੱਖ-ਵੱਖ ਜਿਹੜੇ ਮੂੰਹ ਪੋਲ ਨੇ ਉਹਨਾਂ ਦੇ ਵੱਖ-ਵੱਖ ਪਾਰਟ ਦੇ ਨਾਲ ਸੰਬੰਧਿਤ ਸ਼ਬਦ ਹਨ। ਸੋ ਇਸੇ ਤਰ੍ਹਾਂ ਹਿੰਦੀ ਦੇ ਵਿੱਚ ਜਿਵੇਂ ਅਸੀਂ ਦੇਵਨਾਗਰੀ ਲਿਪੀ ਆ ਬੱਚਿਓ ਹਿੰਦੀ ਦੀ, ਪੰਜਾਬੀ ਦੀ ਗੁਰਮੁਖੀ ਆ, ਅਤੇ ਜੇ ਅਸੀਂ ਗੱਲ ਕਰੀਏ ਇੰਗਲਿਸ਼ ਦੀ ਤਾਂ ਇਹਦੀ ਹੈਗੀ ਆ ਰੋਮਨ ਲਿਪੀ। ਸੋ ਹਿੰਦੀ ਦੇ ਵਿੱਚ ਵੀ ਸ ਅ ਕ ਬ ਜਿਹੜੇ ਇਹ ਸ਼ਬਦ ਨੇ, ਅਤੇ ਅੱਗੇ ਏ ਬੀ ਸੀ ਇਹਨਾਂ ਦਾ ਸੰਬੰਧ ਵਰਨਾਂ ਨਾਲ ਤਾਂ ਹੈ ਹੀ, ਅਤੇ ਨਾਲ ਦੀ ਨਾਲ ਇਹਨਾਂ ਦਾ ਸੰਬੰਧ ਜਿਹੜਾ ਲਿਪੀ ਨਾਲ ਵੀ ਹੈ। ਸੋ ਬੱਚੇ ਜਿਹੜੀ ਲਿਪੀ ਆ ਇਹ ਮੰਨ ਲਓ ਵੀ ਸਾਰੇ ਅੱਖਰਾਂ ਨੂੰ, ਗ੍ਰਾਮਰ ਨੂੰ ਇੱਕ ਤਰਤੀਬ ਦਿੰਦੀ ਹੈ। ਜਦੋਂ ਅਸੀਂ ਕਿਸੇ ਲਿਪੀ ਨੂੰ ਪੜ੍ਹਦੇ ਹਾਂ ਤਾਂ ਇਹ ਸਮਝ ਲਓ ਅਸੀਂ ਉਸ ਭਾਸ਼ਾ ਨੂੰ ਵਿਸਤਾਰ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਥੇ ਫਿਰ ਆਪਾਂ ਵਿਸਤਾਰ 'ਚ ਅੱਗੇ ਜਾਂਦੇ ਹਾਂ ਕਿ ਇੰਜ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਇਹ ਚਿੰਨ੍ਹ ਹੀ ਵਰਨ ਜਾਂ ਅੱਖਰ ਅਖਵਾਉਂਦੇ ਹਨ। ਸੋ ਬੱਚਿਓ ਜਿਹੜੀਆਂ ਮੂੰਹ ਪੋਲ ਦੇ ਵਿੱਚੋਂ ਵੱਖ-ਵੱਖ ਧੁਨੀਆਂ ਅਸੀਂ ਉਚਾਰਨ ਕਰਦੇ ਹਾਂ, ਜਦੋਂ ਉਹਨਾਂ ਧੁਨੀਆਂ ਨੂੰ ਅਸੀਂ ਲਿਖ ਲੈਂਦੇ ਹਾਂ, ਉਹਨਾਂ ਧੁਨੀਆਂ ਦਾ ਲਿਖਤੀ ਰੂਪ ਹੀ ਵਰਨ ਅਖਵਾਉਂਦਾ ਹੈ, ਜਿਹਨੂੰ ਅਸੀਂ ਅੱਖਰ ਬੋਲਦੇ ਹਾਂ। ਵਰਨ ਤੋਂ ਭਾਵ ਹੁੰਦਾ ਹੈ ਅੱਖਰ। ਜਦੋਂ ਧੁਨੀਆਂ ਨੂੰ ਅਸੀਂ ਲਿਖ ਲਿਆ ਤਾਂ ਸਮਝ ਲਓ ਬੱਚੇ ਉਹ ਧੁਨੀ ਕਿਹੜੇ ਰੂਪ ਦੇ ਵਿੱਚ ਤਬਦੀਲ ਹੋ ਗਈ? ਵਰਨ ਦੇ ਵਿੱਚ। ਵਰਨ ਕੀ ਹੁੰਦਾ ਹੈ? ਅੱਖਰ ਹੁੰਦਾ ਹੈ। ਪਰਿਭਾਸ਼ਾ: ਉਚਾਰਨ ਅੰਗਾਂ ਵੱਲੋਂ ਉਚਰਿਤ ਕੀਤੀਆਂ ਗਈਆਂ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਪ੍ਰਗਟਾਉਣ ਲਈ ਵਰਤੇ ਗਏ ਚਿੰਨ੍ਹਾਂ ਨੂੰ ਵਰਨ ਕਿਹਾ ਜਾਂਦਾ ਹੈ। ਸੋ ਬੱਚਿਓ ਫਿਰ ਉਹੀ ਗੱਲ ਆਪਾਂ ਜਿਹੜੀ ਉੱਪਰ ਪੜ੍ਹੀ ਆ ਹੁਣੀ ਉਹਨੂੰ ਡਿਟੇਲ ਦੇ ਵਿੱਚ, ਕਿ ਉਚਾਰਨ ਅੰਗ ਉਹ ਨੱਕ ਵੀ ਹੋ ਸਕਦਾ ਹੈ, ਬੁੱਲ ਵੀ ਹੋ ਸਕਦੇ ਨੇ, ਤਾਲੂਆ ਵੀ ਹੋ ਸਕਦਾ, ਜੀਭ ਅਤੇ ਦੰਦ ਵੀ ਹੋ ਸਕਦੇ ਨੇ। ਇਹ ਉਚਾਰਨ ਅੰਗ ਨੇ। ਉਚਾਰਨ ਅੰਗਾਂ ਵੱਲੋਂ ਉਚਰਤ ਜਿਹੜੀਆਂ ਉਚਾਰੀਆਂ ਜਾਂਦੀਆਂ ਨੇ, ਕੌਣ? ਧੁਨੀਆਂ। ਧੁਨੀਆਂ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਜਿਹੜੇ ਚਿੰਨ੍ਹ ਵਰਤੇ ਜਾਂਦੇ ਹਨ, ਸੋ ਉਹਨਾਂ ਨੂੰ ਅਸੀਂ ਵਰਨ ਕਹਿੰਦੇ ਹਾਂ। ਸੋ ਇਹ ਬਿਲਕੁਲ ਹੀ ਈਜ਼ੀ ਸਮਝ ਲਓ ਵੀ ਜਦੋਂ ਧੁਨੀਆਂ ਦਾ ਅਸੀਂ ਉਚਾਰਨ ਕਰਦੇ ਹਾਂ ਸਭ ਤੋਂ ਪਹਿਲਾਂ, ਅਤੇ ਉਚਾਰਨ ਕੀਤੀ ਹੋਈ ਧੁਨੀ ਨੂੰ ਜਦੋਂ ਅਸੀਂ ਲਿਖ ਲੈਂਦੇ ਹਾਂ ਉਹ ਵਰਨ ਦੇ ਰੂਪ ਦੇ ਵਿੱਚ ਕਨਵਰਟ ਹੋ ਜਾਂਦੀ, ਉਹਨੂੰ ਅਸੀਂ ਵਰਨ ਆਖਦੇ ਹਾਂ। ਸੋ ਅੱਗੇ ਬੱਚਿਓ ਅਸੀਂ ਰੁਖ ਕਰਦੇ ਹਾਂ ਵਰਨ ਤੋਂ ਬਾਅਦ ਲਿਪੀ ਦਾ। ਹੁਣ ਲਿਪੀ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਵਰਨਾਂ ਨੂੰ ਜਦੋਂ ਤਰਤੀਬ ਦੇ ਵਿੱਚ ਵਿਗਿਆਨਿਕ ਢੰਗ ਦੇ ਨਾਲ, ਇੱਕ ਲੌਜਿਕ ਦੇ ਨਾਲ ਅਸੀਂ ਲਾ ਕੇ ਸਮਝਦੇ ਹਾਂ, ਅੰਡਰਸਟੈਂਡ ਕਰਦੇ ਹਾਂ, ਸੋ ਬੱਚਿਓ ਉਹ ਲਿਪੀ ਹੁੰਦੀ ਹੈ। ਦੇਖੋ ਅਸੀਂ ਪੜ੍ਹਦੇ ਹਾਂ ਵਰਨਾਂ ਧੁਨੀਆਂ ਨੂੰ, ਜਿਹੜੇ ਵਰਨ ਅੱਖਰ ਜਾਂ ਧੁਨੀਆਂ ਨੂੰ ਜਦੋਂ ਕੋਈ ਖਾਸ ਲਿਖਤੀ ਰੂਪ ਦੇ ਦਿੱਤਾ ਜਾਂਦਾ ਹੈ, ਉਹਨੂੰ ਇੱਕ ਲਿਖਤ ਦੇ ਵਿੱਚ ਪ੍ਰਮਾਣਿਕਤਾ ਜਦੋਂ ਮਿਲ ਜਾਂਦੀ ਹੈ ਕਿ ਇਹ ਚੀਜ਼ ਨੂੰ ਇਹੀ ਕਿਹਾ ਜਾਂਦਾ, ਭਾਈ ਇਹਦਾ ਕੋਈ ਹੋਰ ਨਾਮ ਨਹੀਂ। ਹੁਣ ਅਸੀਂ ਊੜੇ ਨੂੰ ਅਈਆਂ ਜਾਂ ਨਈਆਂ ਨਹੀਂ ਬੋਲ ਸਕਦੇ, ਐੜੇ ਨੂੰ ਹਾਹਾ ਜਾਂ ਵਾਵਾ ਨਹੀਂ ਬੋਲ ਸਕਦੇ, ਕਿਉਂਕਿ ਇਹ ਨਿਯਮ ਲਿਖੇ ਗਏ ਨੇ ਸਾਡੀ ਗੁਰਮੁਖੀ ਲਿਪੀ ਦੇ ਵਿੱਚ। ਅੱਗੇ ਤਾਂ ਉਹ ਲਿਪੀ ਬਣ ਜਾਂਦੀ ਹੈ। ਕਹਿੰਦੇ ਬੱਚੋ ਜਦੋਂ ਵਰਨਾਂ ਜਾਂ ਧੁਨੀਆਂ ਨੂੰ ਕੋਈ ਖਾਸ ਲਿਖਤੀ ਰੂਪ ਦੇ ਦਿੰਦੇ ਆ ਤਾਂ ਉਹ ਉਸ ਭਾਸ਼ਾ ਦੀ ਜਿਹੜੀ ਹੈ ਲਿਪੀ ਬਣ ਜਾਂਦੀ ਹੈ। ਭਾਵ ਵਰਨਾਂ ਨੂੰ ਚਿੰਨ੍ਹਾਂ ਵਿੱਚ ਅੰਕਿਤ ਕਰਨ ਦੇ ਵੱਖ-ਵੱਖ ਅਤੇ ਵਿਸ਼ੇਸ਼ ਢੰਗ ਨੂੰ ਲਿਪੀ ਕਿਹਾ ਜਾਂਦਾ। ਸੋ ਬੱਚਿਓ ਜਿਵੇਂ ਅਸੀਂ ਕਿਹਾ ਕਿ ਅੱਖਰਾਂ ਨੂੰ ਜਦੋਂ ਅਸੀਂ ਅੰਕਿਤ ਕਰਦੇ ਹਾਂ ਉਹਦੇ ਜਿਹੜੇ ਵੱਖ-ਵੱਖ ਢੰਗ ਨੇ, ਉਹਨਾਂ ਢੰਗਾਂ ਨੂੰ ਜਾਂ ਉਸ ਸਟਾਈਲ ਨੂੰ ਲਿਪੀ ਕਹਿੰਦੇ ਨੇ। ਹੁਣ ਜਿਹੜੀ ਬੱਚਿਓ ਅਸੀਂ ਗੁਰਮੁਖੀ ਲਿਪੀ ਬੋਲਦੇ ਹਾਂ, ਜਿਵੇਂ ਅਸੀਂ ਇੱਕ ਨਾ ਤੁਹਾਨੂੰ ਮੁਹਾਰਨੀ ਤੋਂ ਪਹਿਲਾਂ ਭਲਾਵੇਂ ਅੱਖਰ ਪੜ੍ਹਾਏ ਜਾਂਦੇ ਸੀ ਪਹਿਲਾਂ, ਅੱਜ ਦੇ ਬੱਚੇ ਬਹੁਤ ਉਸ ਚੀਜ਼ ਤੋਂ ਵਿਛੜੇ ਹੋਏ ਨੇ। ਉਹਦੇ ਵਿੱਚ ਊੜਾ, ਨੰਨਾ, ਬੱਬਾ, ਲੱਲਾ, ਜੱਜਾ, ਗੱਗਾ, ਧੱਦਾ, ਕੱਕਾ, ਅਈਆਂ, ਨਈਆਂ, ਨੰਨਾ, ਬਾਵਾ, ਡਾੜਾ, ਯਈਆ, ਰਾਰਾ, ਲੱਲਾ, ਇੱਦਾਂ ਦੇ ਅੱਖਰ ਨਾ ਉਹ ਉਲਝਾ ਕੇ ਦਿੱਤੇ ਹੁੰਦੇ ਸੀ। ਹੁਣ ਹੈਗੇ ਤਾਂ ਇਹ ਵੀ ਵਰਨ ਨੇ, ਇਹਨਾਂ ਨੂੰ ਵੀ ਅਸੀਂ ਵਰਨ ਬੋਲਾਂਗੇ, ਪਰ ਇਹਨਾਂ ਨੂੰ 35 ਅੱਖਰੀ ਨਹੀਂ ਕਹਿ ਸਕਦੇ। ਹੁਣ ਜਿਹੜੇ ਗੁਰੂ ਅੰਗਦ ਦੇਵ ਜੀ ਨੇ ਬੱਚਿਓ, ਉਹਨਾਂ ਨੇ ਇਹਨਾਂ ਨੂੰ ਇੱਕ ਸਿਸਟੇਮੈਟਿਕਲੀ ਰਿਦਮ ਦੇ ਵਿੱਚ ਲਾ ਕੇ ਲਿਖਿਆ, ਜਿਹਨੂੰ ਅਸੀਂ ਬੋਲਦੇ ਹਾਂ ਗੁਰੂਆਂ ਨੇ ਜਿਹੜੀ ਇਹਨਾਂ ਲਈ ਬਣਾਈ ਗਈ ਲਿਪੀ ਗੁਰਮੁਖੀ ਲਿਪੀ, ਜਿਹਦਾ ਨਾਮ ਹੀ ਗੁਰੂਆਂ ਦੇ ਨਾਮ ਨਾਲ ਪੈਂਦਾ ਵੀ ਗੁਰਮੁਖੀ ਲਿਪੀ ਆ ਭਾਈ, ਪੰਜਾਬੀ ਨੂੰ ਸਹੀ ਸਮਝ ਲਈ। ਸੋ ਬੱਚੇ ਜਿਹੜੇ ਗੁਰੂ ਪਾਤਸ਼ਾਹ ਜੀ ਨੇ ਇਹ ਜਦੋਂ ਗੁਰਮੁਖੀ ਲਿਪੀ ਨੂੰ ਲਿਖਦੇ ਨੇ, 5 ਅੱਖਰ ਨੇ, ਊੜਾ, ਐੜਾ, ਈੜੀ, ਸੱਸਾ, ਹਾਹਾ, ਇੱਥੇ ਤੱਕ ਫਿਰ ਅਗਲੀ ਲਾਈਨ ਕੱਕਾ, ਕੱਖਾ, ਗੱਗਾ, ਘੱਗਾਈਆਂ, ਜੋ ਅਸੀਂ ਅੱਗੇ ਪੜ੍ਹਦੇ ਹਾਂ। ਸੋ ਜਿਹੜੇ ਇਹ 5 ਅੱਖਰ ਨੂੰ ਤਰਤੀਬ ਦੇ ਵਿੱਚ ਜਿਹੜਾ ਸੈੱਟ ਕਰਕੇ ਲਿਖਿਆ, ਇੱਕ ਸਿਸਟਮ ਦੇ ਵਿੱਚ ਅੱਖਰਾਂ ਨੂੰ ਲਿਜਾ ਕੇ ਵੀ ਇਸ ਲਾਈਨ 'ਚ 5 ਅੱਖਰ ਹੋਣਗੇ। ਫਿਰ ਜਦੋਂ ਅਸੀਂ ਇਹਨੂੰ ਪੜ੍ਹਦੇ ਹਾਂ ਉਹ ਤਾਲਵੀ, ਹੋਂਟੀ, ਦੰਤੀ, ਹੈ ਨਾ, ਉਹ ਜਿਹੜੀਆਂ ਚੀਜ਼ਾਂ ਇੱਕ ਸਿਸਟਮ ਦੇ ਵਿੱਚ ਲਾਈਆਂ ਗਈਆਂ ਨੇ। ਉਹਦੇ ਵਿੱਚ ਅਲਪ ਪ੍ਰਾਣ, ਮਹਾ ਪ੍ਰਾਣ, ਨਾਦੀ ਧੁਨੀਆਂ, ਉਹਨਾਂ ਨੂੰ ਜਦੋਂ ਅਸੀਂ ਸੱਜੇ ਤੋਂ ਖੱਬੇ, ਖੱਬੇ ਤੋਂ ਸੱਜੇ, ਉੱਪਰ ਤੋਂ ਨੀਚੇ, ਹੈ ਨਾ, ਜਦੋਂ ਅਸੀਂ ਉਹਨੂੰ ਇਸ ਢੰਗ ਦੇ ਨਾਲ ਵੇਖਦੇ ਹਾਂ ਤਾਂ ਲੱਗਦਾ ਕਿ ਵਾਹ ਬਈ ਕਿੰਨੀ ਤਰਤੀਬ ਦੇ ਵਿੱਚ ਜਿਹੜੇ ਅੱਖਰ ਲਾਏ ਗਏ ਨੇ।
ਇਹਨਾਂ ਵਰਨਾਂ ਨੂੰ ਕਿੰਨੀ ਵਧੀਆ ਜਿਹੜੀ ਤਰਤੀਬ ਦਿੱਤੀ ਗਈ ਹੈ। ਸੋ ਬੱਚੋ ਜਿਹੜਾ ਇਹ ਸਟਾਈਲ ਹੈ, ਇਹ 35 ਅੱਖਰਾਂ ਨੂੰ ਇਸ ਤਰ੍ਹਾਂ ਤਰਤੀਬ ਦੇ ਵਿੱਚ ਲਾਉਣਾ, ਉਹੀ ਇਹਦੀ ਲਿਪੀ ਹੈ। ਲਿਪੀ ਦੇ ਵਿੱਚ ਇਹ ਚੀਜ਼ ਤੈਅ ਕੀਤੀ ਜਾਂਦੀ ਹੈ ਕਿ ਕਿਹੜੇ ਵਰਨ ਕਿਹੜੇ ਅੱਖਰ ਦਾ ਕਿੱਦਾਂ ਉਚਾਰਨ ਕਰਨਾ ਹੈ। ਹੁਣ ਅੱਗੇ ਅਸੀਂ ਦੇਖਦੇ ਹਾਂ ਕਿ ਲਿਪੀ ਕਿਸੇ ਭਾਸ਼ਾ ਦਾ ਲਿਖਣ ਪ੍ਰਬੰਧ ਅਰਥਾਤ ਲਿਖਣ ਢੰਗ ਹੁੰਦੀ ਹੈ। ਅੱਖਰ ਨੂੰ ਕਿੱਦਾਂ ਲਿਖਣਾ, ਪ੍ਰਬੰਧ ਤੋਂ ਭਾਵ ਬੱਚੋ ਇਹੀ ਹੁੰਦਾ ਜਿਹਦੇ ਵਿੱਚ ਸਾਰੇ ਰੂਲ ਲਿਖੇ ਹੁੰਦੇ ਨੇ, ਨਿਯਮ ਲਿਖੇ ਹੁੰਦੇ ਨੇ। ਇਹ ਕਿਸੇ ਭਾਸ਼ਾ ਦਾ ਲਿਖਣ ਪ੍ਰਬੰਧ ਅਰਥਾਤ ਲਿਖਣ ਢੰਗ ਹੁੰਦੀ ਹੈ। ਲਿਪੀ ਹੀ ਕਿਸੇ ਭਾਸ਼ਾ ਦੀ ਵਿਸ਼ੇਸ਼ ਪਛਾਣ ਬਣਦੀ ਹੈ। ਸੋ ਜਿਹੜੀ ਲਿਪੀ ਹੁੰਦੀ ਹੈ ਬੱਚੇ, ਉਹੀ ਭਾਸ਼ਾ ਦੀ ਮੇਨ ਜਿਹੜੀ ਪਛਾਣ ਬਣਦੀ ਹੈ। ਜਿਵੇਂ ਅਸੀਂ ਬੋਲਦੇ ਹਾਂ ਕੱਕੇ ਨੂੰ ਕੰਨਾ ਕਾਰ, ਰਾਰਾ ਕਾਰ, ਮੰਮੇ ਨੂੰ ਕੰਨਾ ਮਾਂ, ਫਿਰ ਮੰਮੇ ਨੂੰ ਕੰਨਾ ਉੱਪਰ ਬਿੰਦੀ ਮਾਂ, ਗੱਗੇ ਨੂੰ ਕੰਨਾ ਗਾ, ਗੱਗੇ ਨੂੰ ਕੰਨਾ ਉੱਪਰ ਬਿੰਦੀ ਗਾਂ। ਜਿਵੇਂ ਅਸੀਂ ਸੱਸੇ ਨੂੰ ਕੰਨਾ ਗੱਗਾ ਕੇ ਲਿਖਦੇ ਹਾਂ ਸਾਗ, ਫਿਰ ਸੱਸੇ ਨੂੰ ਕੰਨਾ ਉੱਪਰ ਬਿੰਦੀ ਗੱਗਾ ਸਾਂਗ। ਸੋ ਜਿਹੜੀ ਇਹ ਲਿਪੀ ਦੇ ਨਿਯਮ ਨੇ ਬੱਚੇ, ਉਹ ਅਰਥ ਤਬਦੀਲ ਕਰ ਦਿੰਦੇ ਨੇ ਸ਼ਬਦਾਂ ਦੇ। ਹੁਣ ਜੱਜੇ ਨੂੰ ਜੇ ਅਸੀਂ ਕਹੀਏ ਗੱਗੇ ਨੂੰ ਕੰਨਾ, ਉਹਦਾ ਸਾ ਰੇ ਗਾ, ਜੇ ਉੱਪਰ ਬਿੰਦੀ ਲਾ ਦਈਏ ਤਾਂ ਗਾਂ ਬਣ ਜੂ। ਸੋ ਇਹ ਲਿਪੀ ਦੇ ਜਿਹੜੇ ਨਿਯਮ ਨੇ ਉਹਨਾਂ ਦੇ ਬਿਲਕੁਲ ਅਰਥ ਤਬਦੀਲ ਕਰਦੇ ਨੇ। ਸੋ ਜਿਹੜੀ ਲਿਪੀ ਆ ਬੱਚਿਓ ਕਿਸੇ ਵੀ ਭਾਸ਼ਾ ਲਈ ਬੜੀ ਮਹੱਤਵਪੂਰਨ ਹੁੰਦੀ ਆ। ਲਿਪੀ ਹੀ ਕਿਸੇ ਭਾਸ਼ਾ ਦੀ ਵਿਸ਼ੇਸ਼ ਪਛਾਣ ਬਣਦੀ ਹੈ। ਹਰ ਭਾਸ਼ਾ ਦੀ ਆਪਣੀ ਵੱਖਰੀ ਲਿਪੀ ਹੁੰਦੀ ਹੈ। ਇਹ ਨਹੀਂ ਹੈਗਾ ਬੱਚਿਓ ਵੀ ਇੱਕੇ ਲਿਪੀ ਜਿਹੜੀਆਂ ਲਗਾ ਮਾਤਰਾਵਾਂ ਪੰਜਾਬੀ ਲਿਪੀ 'ਚ ਲੱਗਦੀਆਂ ਨੇ ਵੀ ਸੇਮ ਉਹੀ ਜਿਹੜੀਆਂ ਹਿੰਦੀ 'ਚ ਲੱਗਦੀਆਂ ਨੇ। ਸੋ ਜਿਹੜੀ ਅਸੀਂ ਕਹੀਏ ਕਿ ਪੰਜਾਬੀ ਦੇ ਵਿੱਚ ਬਿੰਦੀ ਆ, ਉਹ ਹਿੰਦੀ ਦੇ ਵਿੱਚ ਜਾ ਕੇ ਟਿੱਪੀ ਦਾ ਰੂਪ ਧਾਰਨ ਕਰ ਲੈਂਦੀ ਹੈ। ਸੋ ਹਰੇਕ ਭਾਸ਼ਾ ਨੂੰ ਸਿੱਖਣ ਲਈ ਉਹਦੀ ਜਿਹੜੀ ਆ ਲਿਪੀ ਤੁਹਾਨੂੰ ਆਉਣੀ ਬਹੁਤ ਜ਼ਰੂਰੀ ਹੈ। ਸੋ ਅਸੀਂ ਅੱਗੇ ਪੜ੍ਹਦੇ ਹਾਂ ਕਿ ਪੰਜਾਬੀ ਭਾਸ਼ਾ ਲਈ ਜਿਹੜੀ ਆ ਗੁਰਮੁਖੀ ਲਿਪੀ ਹੈ। ਸੋ ਅੱਗੇ ਪੰਜਾਬੀ ਭਾਸ਼ਾ ਦੇ ਕੁਝ ਅੱਖਰ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਊੜਾ, ਕੱਕਾ, ਜਿਵੇਂ ਖੱਖਾ, ਚੱਚਾ, ਤੱਤਾ, ਪੱਪਾ, ਇਹ ਅਸੀਂ ਐਂ ਵੀ ਲਿਖਦੇ ਹੁੰਦੇ ਹਾਂ ਵੀ ਕਵਰਗ, ਚਵਰਗ, ਤਵਰਗ, ਪਵਰਗ, ਇੱਦਾਂ ਵੀ ਇਹਨੂੰ ਸਿਸਟਮੈਟਿਕਲੀ। ਅਤੇ ਇਹ ਐਗਜ਼ਾਮਪਲ ਦੇ ਤੌਰ 'ਤੇ ਬੱਚਿਓ ਕਿ ਪੰਜਾਬੀ ਲਈ ਜਿਹੜੀ ਗੁਰਮੁਖੀ ਲਿਪੀ ਹੈ ਅਤੇ ਹਿੰਦੀ ਭਾਸ਼ਾ ਲਈ ਦੇਵਨਾਗਰੀ ਲਿਪੀ। ਸੋ ਇਹ ਦੇਵਨਾਗਰੀ ਲਿਪੀ ਜਿਹੜੀ ਹਿੰਦੀ ਭਾਸ਼ਾ ਨੂੰ ਸਿਸਟਮੈਟਿਕਲੀ ਕਰਦੀ ਹੈ। ਹਿੰਦੀ ਭਾਸ਼ਾ ਦੇ ਜਿਹੜੇ ਵਰਨ ਨੇ, ਅੱਖਰ ਨੇ, ਅਤੇ ਕ, ਸ਼, ਕ, ਪ, ਚ, ਰ, ਇਹ ਜਿਹੜੇ ਅੱਖਰ ਨੇ, ਆ, ਆ, ਊ, ਜਿਵੇਂ ਅਸੀਂ ਪੜ੍ਹਦੇ ਹਾਂ ਮੁਹਾਰਨੀ ਊੜੇ ਦੀ, ਅਤੇ ਐਵੇਂ ਹਿੰਦੀ ਦੀ ਵੀ ਆਪਣੀ ਮੁਹਾਰਨੀ ਹੈ। ਅੰਗਰੇਜ਼ੀ ਦੀ ਜਿਵੇਂ ਅਸੀਂ ਊੜੇ ਆੜੇ ਦੇ ਜਿਹੜੇ ਵਾਵਲ ਸਵਰ ਬੋਲਦੇ ਹਾਂ, ਮੁੱਖ ਜਿਹੜੇ ਸਵਰ ਨੇ ਊੜਾ, ਆੜਾ, ਈੜੀ, ਉਸੇ ਤਰ੍ਹਾਂ ਏ, ਆਈ, ਓ, ਯੂ, ਈ ਜਿਵੇਂ ਅਸੀਂ ਹਿੰਦੀ ਦੇ ਕਹਿੰਦੇ ਹਾਂ। ਇਹ ਹਰੇਕ ਭਾਸ਼ਾ ਦੇ ਆਪਣੇ ਜਿਹੜੇ ਮੁੱਢਲੇ ਸਵਰ ਨੇ, ਵਿਅੰਜਨ ਨੇ, ਉਹਨਾਂ ਦੀ ਆਪੋ ਆਪਣੀ ਕੈਟਾਗਰੀ ਹੈ। ਸੋ ਆਪਾਂ ਸਿਰਫ ਗੁਰਮੁਖੀ ਲਿਪੀ ਦੇ ਵਿਸਤਾਰ ਦੇ ਵਿੱਚ ਅੱਗੇ ਗੱਲ ਕਰਾਂਗੇ। ਅੰਗਰੇਜ਼ੀ ਭਾਸ਼ਾ ਲਈ ਰੋਮਨ ਲਿਪੀ ਹੈ। ਏ, ਬੀ, ਐਫ, ਓ, ਜੀ, ਐਚ, ਇਹ ਅੱਖਰ ਨੇ ਤੁਹਾਨੂੰ ਐਗਜ਼ਾਮਪਲ ਦੇ ਲਈ ਦਿੱਤੇ ਗਏ ਨੇ ਕਿ ਇੱਦਾਂ ਭਾਸ਼ਾ, ਫਿਰ ਉਹਦੀ ਲਿਪੀ, ਫਿਰ ਉਹਨੂੰ ਅੱਗੇ ਜਿਹੜੇ ਉਹਨਾਂ ਦੇ ਵਰਨ ਨੇ ਕਿੱਦਾਂ ਅਸੀਂ ਉਹਨਾਂ ਨੂੰ ਅੰਡਰਸਟੈਂਡ ਕਰਦੇ ਹਾਂ। ਉਦਾਹਰਨ ਵਜੋਂ ਕਹਿੰਦੇ ਇੱਕ ਧੁਨੀ ਇੱਕ ਸ਼ਬਦ ਜਾਂ ਇੱਕ ਵਾਕ ਨੂੰ ਵੱਖ-ਵੱਖ ਲਿਪੀਆਂ ਰਾਹੀਂ ਪੇਸ਼ ਕਰਨ ਦਾ ਢੰਗ ਇਸ ਪ੍ਰਕਾਰ ਹੈ। ਉਹ ਅਸੀਂ ਆਪਾਂ ਉਹਦੇ ਨੀਚੇ ਉਹਨੂੰ ਐਗਜ਼ਾਮਪਲ ਦੇ ਤੌਰ 'ਤੇ ਦੇਖਦੇ ਹਾਂ। ਇੱਕ ਧੁਨੀ ਹੈ ਜਿਹੜੀ ਬੱਚੇ ਉਹਨੂੰ ਸਮਝਣਾ, ਇੱਕ ਸ਼ਬਦ ਜਾਂ ਇੱਕ ਵਾਕ ਨੂੰ ਵੱਖ-ਵੱਖ ਲਿਪੀਆਂ ਰਾਹੀਂ ਪੇਸ਼ ਕਰਨ ਦਾ ਢੰਗ ਹੈ। ਕਿਵੇਂ ਹੈ, ਆਓ ਆਪਾਂ ਇਹਦੀ ਐਗਜ਼ਾਮਪਲ ਦੇਖਦੇ ਹਾਂ। ਹੁਣ ਜਿਵੇਂ ਧੁਨੀ ਹੈ ਰਾਜੇ, ਉਹਨੂੰ ਅਸੀਂ ਬੋਲਦੇ ਹਾਂ ਸੱਸਾ ਧੁਨੀ ਆ। ਗੁਰਮੁਖੀ ਵਿੱਚ ਸੱਸੇ ਨੂੰ, ਸੱਸਾ ਧੁਨੀ ਨੂੰ ਕਿਵੇਂ ਵਿਅਕਤ ਕਰਾਂਗੇ, ਜਦੋਂ ਇਹਨੂੰ ਲਿਖ ਦਿੰਦੇ ਹਾਂ ਰਾਜੇ, ਇਹ ਗੁਰਮੁਖੀ ਲਿਪੀ ਦੇ ਨਿਯਮ ਮੁਤਾਬਕ ਸ ਅਸੀਂ ਉਚਾਰਨ ਕੀਤਾ, ਇਹਨੂੰ ਸੱਸਾ ਇੱਦਾਂ ਲਿਖਤਾ। ਦੇਵਨਾਗਰੀ ਵਿੱਚ ਸ ਜਿਹੜੀ ਧੁਨੀ ਆ ਉਹਨੂੰ ਕਿੱਦਾਂ ਲਿਖਦੇ ਨੇ, ਸ ਪਾ ਕੇ। ਇੰਗਲਿਸ਼ ਦੇ ਵਿੱਚ ਐਸ ਪਾ ਕੇ ਲਿਖਦੇ ਨੇ ਇਸੇ ਧੁਨੀ ਨੂੰ। ਫਿਰ ਅਸੀਂ ਧੁਨੀ ਦਾ ਉਚਾਰਨ ਕੀਤਾ ਤਾਂ ਗੁਰਮੁਖੀ ਲਿਪੀ ਦੇ ਵਿੱਚ ਉਹਦਾ ਉਚਾਰਨ ਜਿਹੜਾ ਅਸੀਂ ਕੀਤਾ, ਉਹਨੂੰ ਜਦੋਂ ਅਸੀਂ ਬੋਲਦੇ ਹਾਂ ਉਹਦੀ ਸ਼ੇਪ ਦਿੱਤੀ ਗਈ ਅੱਖਰ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਐੜਾ ਆ ਗਿਆ। ਦੇਵਨਾਗਰੀ ਦੇ ਵਿੱਚ ਬੋਲਿਆ ਤਾਂ ਉਹਨੂੰ ਆ ਜਿਹੜਾ ਅਸੀਂ ਹਿੰਦੀ ਦਾ ਦੇਵਨਾਗਰੀ ਦੇ ਵਿੱਚ ਦੇਖਦੇ ਹਾਂ ਕਿ ਪਾਇਆ ਗਿਆ। ਅਤੇ ਇਸੇ ਤਰ੍ਹਾਂ ਰੋਮਨ ਲਿਪੀ ਦੇ ਵਿੱਚ ਜਿਵੇਂ ਆਪਾਂ ਲਿਖਦੇ ਹਾਂ ਏ, ਇਹਨਾਂ ਨੇ ਏ ਪਾਇਆ। ਹੁਣ ਜੇ ਅਸੀਂ ਇਹਨਾਂ ਧੁਨੀਆਂ ਦੇ ਉਚਾਰਨ ਨੂੰ ਜਦੋਂ ਅਸੀਂ ਚੰਗੇ ਰੂਪ ਦੇ ਵਿੱਚ ਪੇਸ਼ ਕਰਦੇ ਹਾਂ, ਮਤਲਬ ਜਿਹੜਾ ਅਸੀਂ ਅੰਡਰਸਟੈਂਡ ਕਰ ਸਕੀਏ, ਅਤੇ ਮੈਂ ਧੁਨੀ ਉਚਾਰਨ ਕੀਤੀ ਰਾਮ, ਅਤੇ ਗੁਰਮੁਖੀ ਲਿਪੀ ਦੇ ਵਿੱਚ ਰ ਨੂੰ ਕੰਨਾ ਮੰਮਾ, ਇਹਦਾ ਨਿਯਮ ਬਣਾਇਆ ਹੋਇਆ ਵੀ ਰਾਮ ਐਵੇਂ ਲਿਖਦੇ ਨੇ ਭਾਈ। ਗੁਰਮੁਖੀ ਲਿਪੀ ਵਿੱਚ ਰਾਰਾ ਪਾਇਆ, ਰਾਰੇ ਨੂੰ ਕੰਨਾ ਪਾਇਆ ਅਤੇ ਮੰਮਾ ਪਾਇਆ ਤਾਂ ਰਾਮ ਬਣ ਗਿਆ। ਹੁਣ ਦੇਵਨਾਗਰੀ ਲਿਪੀ ਦੇ ਵਿੱਚ ਰ ਦੀ ਮਾਤਰਾ ਨਾਲ ਕੰਨਾ, ਫਿਰ
ਮ ਦੀ ਮਾਤਰਾ ਰਾਮ। ਅਤੇ ਉਸੇ ਤਰ੍ਹਾਂ ਇੰਗਲਿਸ਼ ਦੇ ਵਿੱਚ ਹੈ RAM ਰਾਮ। ਇਹ ਤਿੰਨੇ ਭਾਸ਼ਾਵਾਂ ਦੇ ਆਪਣੇ ਨਿਯਮ ਨੇ। ਦੇਖੋ ਹੁਣ ਪੰਜਾਬੀ ਦਾ ਹਿੰਦੀ ਨਾਲ ਨਹੀਂ ਮੇਲ ਖਾ ਰਿਹਾ ਅਤੇ ਹਿੰਦੀ ਦਾ ਇੰਗਲਿਸ਼ ਨਾਲ ਮੇਲ ਨਹੀਂ ਖਾ ਰਿਹਾ। ਇਸ ਲਈ ਇਹ ਗੱਲ ਤੈਅ ਹੈ ਕਿ ਹਰੇਕ ਭਾਸ਼ਾ ਨੂੰ ਸਿੱਖਣ ਲਈ ਉਹਦੀ ਲਿਪੀ ਆ ਉਹ ਸਿੱਖਣੀ ਅਤੀ ਜ਼ਰੂਰੀ ਹੈ। ਹੁਣ ਸਕੂਲ ਮੈਂ ਉਚਾਰਨ ਕੀਤੀ ਤੁਹਾਨੂੰ ਸਕੂਲ, ਅਤੇ ਇਹ ਸਕੂਲ ਸਿਰਫ ਇੱਕ ਧੁਨੀ ਹੈ। ਜਦੋਂ ਮੈਂ ਇਸ ਨੂੰ ਜਿਹੜੀ ਵੀ ਭਾਸ਼ਾ ਦੇ ਨਿਯਮਾਂ ਨੂੰ ਫੋਲੋ ਕਰਕੇ ਲਿਖੂੰਗਾ, ਜਿਵੇਂ ਮੰਨ ਲਓ ਮੈਂ ਦੇਵਨਾਗਰੀ ਦੇ ਨਿਯਮ ਫੋਲੋ ਕਰ ਰਿਹਾ, ਤਾਂ ਫਿਰ ਮੈਂ ਦੇਵਨਾਗਰੀ ਦਾ ਅੱਧਾ ਸ, ਫਿਰ ਕ, ਫਿਰ ਹੁਣ ਦਲੈਂਕੜ, ਫਿਰ ਲ, ਸਕੂਲ। ਮੈਂ ਕਿਹਾ ਵੀ ਮੈਂ ਭਾਈ ਦੇਵਨਾਗਰੀ 'ਚ ਲਿਖਿਆ, ਬਟ ਮੈਂ ਕਿਹਾ ਵੀ ਪੰਜਾਬੀ 'ਚ ਲਿਖਣਾ, ਫਿਰ ਮੈਂ ਪੰਜਾਬੀ ਦੇ ਨਿਯਮ ਚੱਕੂ। ਉਹਦੇ ਵਿੱਚ ਅਸੀਂ ਦੇਖਾਂਗੇ ਕਿ ਭਾਈ ਗੁਰਮੁਖੀ ਲਿਪੀ ਇਹ ਕਹਿੰਦੀ ਹੈ ਕਿ ਪਹਿਲਾਂ ਸੱਸਾ ਲਿਖੋ, ਫਿਰ ਕੱਕਾ ਲਿਖੋ, ਫਿਰ ਕੱਕੇ ਨੂੰ ਦਲੈਂਕੜ ਪਾਓ, ਫਿਰ ਲੱਲਾ ਲਿਖੋ, ਫਿਰ ਕੀ ਬਣੂਗਾ ਸਕੂਲ। ਫਿਰ ਇਸੇ ਤਰ੍ਹਾਂ ਅਸੀਂ ਕਿਹਾ ਵੀ ਮੈਂ ਭਾਈ ਪੰਜਾਬੀ 'ਚ ਤਾਂ ਲਿਖ ਲਿਆ, ਹੁਣ ਮੈਂ ਦੇਵਨਾਗਰੀ 'ਚ ਵੀ ਮੈਨੂੰ ਲਿਖਣਾ ਆਉਂਦਾ, ਵੀ ਇੰਗਲਿਸ਼ ਦੇ ਵਿੱਚ ਕਿਵੇਂ ਲਿਖਾਂ। ਅਤੇ ਫਿਰ ਬੱਚਿਓ ਸਾਨੂੰ ਰੋਮਨ ਲਿਪੀ ਲਿਖਣੀ ਪਊਗੀ, ਸਮਝਣੀ ਪਊਗੀ ਕਿ ਰੋਮਨ ਲਿਪੀ ਦੇ ਵਿੱਚ ਕੀ ਨਿਯਮ ਨੇ। ਉਹ ਕਹਿੰਦੇ ਨੇ ਪਹਿਲਾਂ S, ਫਿਰ C ਚੱਕੋ, ਫਿਰ H, ਫਿਰ WO। ਉਹ ਕਹਿਣਗੇ ਯੂਜ਼ ਕਰੋ ਕਿ ਜਦੋਂ ਅਸੀਂ ਕਿਸੇ ਕੱਕੇ ਨੂੰ ਦਲੈਂਕੜ ਪਾਉਣੀ ਆ ਤਾਂ ਉਹਦੇ ਨਿਯਮ ਕੀ ਨੇ। ਜਿਵੇਂ ਸਾਡੇ ਤਾਂ ਦਲੈਂਕੜ ਹੈ ਅਤੇ ਹਿੰਦੀ ਦੀ ਵੀ ਦਲੈਂਕੜ ਆ, ਅਤੇ ਇਹਦੇ ਵਿੱਚ ਦਲੈਂਕੜ ਕੀ ਆ, WOL ਪੈਂਦਾ, ਤਾਂ ਇਹ ਫਿਰ ਕੀ ਬਣ ਜੂਗਾ ਸਕੂਲ ਆਦਿ। ਸੋ ਬੱਚੇ ਇਸ ਤਰ੍ਹਾਂ ਜਿਹੜੀ ਲਿਪੀ ਆ ਉਹ ਫਿਰ ਅੱਗੇ ਵਿਸਤਾਰ ਦਿੰਦੀ ਹੈ, ਸ਼ਬਦ ਬਣਦੇ ਨੇ, ਫਿਰ ਸ਼ਬਦਾਂ ਤੋਂ ਅੱਗੇ ਵਾਕ ਬਣਦੇ ਨੇ, ਸੋ ਵਾਕਾਂ ਦੀ ਵੀ ਅੱਗੇ ਕੈਟਾਗਰੀਜ਼ ਬਣਦੀਆਂ ਨੇ। ਸੋ ਬੱਚੇ ਇਹ ਮੁੱਢਲੇ ਨਿਯਮ ਨੇ ਕਿਸੇ ਵੀ ਭਾਸ਼ਾ ਨੂੰ ਸਿੱਖਣ ਲਈ। ਸੋ ਅੱਗੇ ਅਸੀਂ ਗੱਲ ਕਰਦੇ ਹਾਂ ਵਰਣਮਾਲਾ। ਹੁਣ ਜਿਹੜੀ ਵਰਣਮਾਲਾ ਕੀ ਹੈ, ਹੁਣ ਹਰੇਕ ਭਾਸ਼ਾ ਦੇ ਬੱਚਿਓ ਆਪੋ ਆਪਣੇ ਜਿਹੜੇ ਅੱਖਰ ਨੇ। ਹੁਣ ਪੰਜਾਬੀ ਦੇ ਵਿੱਚ ਪਹਿਲਾਂ 35 ਸੀ, ਫਿਰ ਇਹਨਾਂ ਦਾ ਵਿਸਤਾਰ ਹੁੰਦਾ। ਅਤੇ ਜੇ ਇਸੇ ਤਰ੍ਹਾਂ ਅਸੀਂ ਗੱਲ ਕਰੀਏ ਹਿੰਦੀ ਦੀ ਜਾਂ ਇੰਗਲਿਸ਼ ਦੀ ਦੇ 26 ਜਿਹੜੇ ਅਸੀਂ ਅੱਖਰਾਂ ਦੀ ਗੱਲ ਕਰਦੇ ਹਾਂ, ਵਰਨ ਨੇ। ਸੋ ਆਓ ਅਸੀਂ ਦੇਖਦੇ ਹਾਂ ਕਿ ਇਹ ਵਰਣਮਾਲਾ ਕੀ ਹੈ ਅਸਲ 'ਚ। ਆਪਾਂ ਗੱਲ ਕਰ ਰਹੇ ਹਾਂ ਪੰਜਾਬੀ ਦੀ, ਕਿਉਂਕਿ ਪੰਜਾਬੀ ਵਰਣਮਾਲਾ ਨੂੰ ਮੁੱਖ ਰੱਖ ਕੇ ਆਪਾਂ ਗੱਲਬਾਤ ਕਰ ਰਹੇ ਹਾਂ। ਵਰਣਮਾਲਾ ਤੋਂ ਭਾਵ ਵਰਨਾਂ ਦੀ ਮਾਲਾ, ਜਿਵੇਂ ਅਸੀਂ ਮੋਤੀਆਂ ਦੀ ਮਾਲਾ ਕਹਿੰਦੇ ਹਾਂ ਰਾਜੇ, ਉਹਦੇ ਵਿੱਚ ਮੋਤੀਆਂ ਨੂੰ ਪਰੋਇਆ ਜਾਂਦਾ। ਅਤੇ ਅਸੀਂ ਗੱਲ ਕਰ ਲਿਆ ਵਰਣਮਾਲਾ ਦੀ, ਭਾਵ ਅੱਖਰਾਂ ਦੀ ਮਾਲਾ, ਜਿਹਦੇ ਵਿੱਚ ਅੱਖਰਾਂ ਨੂੰ ਪਰੋਇਆ ਹੁੰਦਾ। ਵਰਨਾਂ ਜਾਂ ਅੱਖਰਾਂ ਨੂੰ ਕਿਸੇ ਨਿਸ਼ਚਿਤ ਤਰਤੀਬ ਅਨੁਸਾਰ ਮਾਲਾ ਵਾਂਗ ਪਰੋਣ ਦੀ ਕਲਾ ਨੂੰ ਵਰਣਮਾਲਾ ਕਹਿੰਦੇ ਨੇ। ਸੋ ਬੱਚਿਓ ਜਿਵੇਂ ਵੀ ਊੜਾ, ਫਿਰ ਐੜਾ, ਫਿਰ ਈੜੀ, ਇਹ ਮੁੱਢਲੇ ਜਿਹੜੇ ਸਾਡੇ ਸਵਰ ਨੇ ਊ ਆ ਈ, ਇਹ ਕਿਤੇ ਵੀ ਤੁਸੀਂ ਕੋਈ ਸੁਰ ਲਾਉਣੀ ਉਹਨਾਂ ਦੇ ਵਿੱਚ ਊ ਆ ਈ ਤਿੰਨੇ ਸੁਰਾਂ ਜਿਹੜੀਆਂ ਕਿਤੇ ਨਾ ਕਿਤੇ ਪੰਜਾਬੀ ਦੇ ਵਿੱਚ ਲੱਗਦੀਆਂ ਨੇ। ਸੋ ਪੰਜਾਬੀ ਬੱਚਿਓ ਗੁਰਮੁਖੀ ਭਾਸ਼ਾ ਉਹ ਭਾਸ਼ਾ ਜਿਹਨੂੰ ਸੁਰ ਲੱਗਦੀ ਹੈ। ਤੁਸੀਂ ਕਿਸੇ ਸ਼ਬਦ ਦਾ ਉਚਾਰਨ ਥੋੜ੍ਹਾ ਜਿਹਾ ਸੁਰ ਨੂੰ ਉੱਚਾ ਕਰਕੇ ਬੋਲ ਦਿਓ ਤਾਂ ਉਹਦਾ ਨੈਗੇਟਿਵ ਪ੍ਰਭਾਵ ਜਾਂਦਾ, ਥੋੜ੍ਹਾ ਜਿਹਾ ਉਹਨੂੰ ਨੀਵਾਂ ਬੋਲੋ ਤਾਂ ਉਹਦਾ ਪ੍ਰਭਾਵ ਠੰਡਾ ਜਾਂਦਾ, ਅਤੇ ਉਹਨੂੰ ਹੋਰ ਨਿਮਰਤਾ ਅਤੇ ਪਿਆਰ ਨਾਲ ਬੋਲੋ ਦਾ ਜਿਹੜਾ ਪ੍ਰਭਾਵ ਆ ਉਹ ਮਿੱਠਾ ਜਾਂਦਾ। ਐਸੀ ਗੁਰਮੁਖੀ ਲਿਪੀ ਐਸੀ ਲਿਪੀ ਹੈ ਜਿਹਨੂੰ ਬੱਚਿਓ ਸੁਰ ਲੱਗਦੀ ਆ। ਹੋਰ ਦੁਨੀਆ ਦੀ ਕੋਈ ਭਾਸ਼ਾ ਨਹੀਂ ਜਿਹਨੂੰ ਸੁਰ ਲੱਗਦੀ ਹੋਵੇ। ਇਹਦੇ ਵਿੱਚ ਅਸੀਂ ਉਚਾਰਨ ਦੇ ਹਿਸਾਬ ਨਾਲ ਜੇ ਕੋਈ ਸ਼ਬਦ ਦਾ ਉਚਾਰਨ ਉੱਚਾ, ਨੀਵਾਂ, ਮੱਧਮ ਜਾਂ ਬਿਲਕੁਲ ਮੱਧਮ ਆਵਾਜ਼ ਦੇ ਵਿੱਚ ਕਰਦੇ ਹਾਂ ਤਾਂ ਉਹਦੇ ਅਰਥ ਵੀ ਸਾਡੇ ਮਨ ਦੇ ਉੱਪਰ ਜਿਹੜਾ ਆਪਣਾ ਪ੍ਰਭਾਵ ਛੱਡਦੇ ਹਨ। ਇਹ ਕਿਵੇਂ ਪ੍ਰਭਾਵ ਛੱਡਦੇ ਨੇ, ਜਿਵੇਂ ਆਪਾਂ ਕਿਸੇ ਨੂੰ ਕੋਈ ਗੱਲ ਕਰਦੇ ਹਾਂ ਵੀ ਉਰੇ ਆ, ਇਹ ਆਪਾਂ ਉੱਚੀ ਬੋਲਿਆ, ਉਹਨੂੰ ਰੂਡ ਜਿਹਾ ਲੱਗਿਆ ਕਿ ਕਿੱਦਾਂ ਬੁਲਾਇਆ ਮੈਨੂੰ, ਉਰੇ ਆ। ਫਿਰ ਅਸੀਂ ਕਹਿੰਦੇ ਉਰੇ ਆਓ, ਤਾਂ ਉਹ ਲੱਗਦਾ ਕਿ ਥੋੜ੍ਹਾ ਜਿਹਾ ਦਇਆਵਾਨ ਹੈ। ਅਸੀਂ ਕਿਹਾ ਜੀ ਪਲੀਜ਼ ਉਰੇ ਆਓ, ਜਾਂ ਅਸੀਂ ਉਹਨੂੰ ਬੋਲੇ ਉਰੇ ਆਓ ਜੀ। ਜਦੋਂ ਅਸੀਂ ਇਹ ਬੋਲਦੇ ਹਾਂ ਉਚਾਰਨ ਅੱਖਰ ਉਹੀ ਹਨ, ਪਰ ਜਦੋਂ ਅਸੀਂ ਪਿੱਚ ਤੋਂ ਉਹਨਾਂ ਨੂੰ ਸੰਬੋਧਨ ਕਰਦੇ ਹਾਂ ਤਾਂ ਇਹਦੇ ਜਿਹੜੇ ਅਰਥ ਤਬਦੀਲ ਹੋ ਜਾਂਦੇ ਨੇ। ਜੇ ਕੋਈ ਤੁਹਾਨੂੰ ਕਹੇ ਉਰੇ ਆ ਤਾਂ ਅਸੀਂ ਕਿਹਾ ਹਾਂ, ਅਸੀਂ ਵੀ ਉਹਨੂੰ ਉੱਦਾਂ ਰੂਡ ਲੈਂਗੁਏਜ ਦੇ ਵਿੱਚ ਹੀ ਉਹਦਾ ਪ੍ਰਭਾਵ ਕਬੂਲਦੇ ਹਾਂ ਅਤੇ ਆਪਣਾ ਰੂਡ ਹੀ ਪ੍ਰਭਾਵ ਦੂਜੇ 'ਤੇ ਛੱਡਦੇ ਹਾਂ। ਸੋ ਜਦੋਂ ਅਸੀਂ ਇਹ ਕਹਿੰਦੇ ਉਰੇ ਆਇਓ ਜੀ, ਹੁਣ ਜਿਹੜਾ ਜੀ ਸ਼ਬਦ ਆ ਗੁਰਮੁਖੀ ਲਿਪੀ ਦੇ ਵਿੱਚ ਜਦੋਂ ਅਸੀਂ ਨਾਲ ਲਾ ਕੇ ਬੋਲਦੇ ਉਰੇ ਆਇਓ, ਤੁਸੀਂ ਜੀ ਵੀ ਨਾ ਬੋਲੋ ਉਰੇ ਆਇਓ, ਤਾਂ ਆਲਾ ਉਹਨੂੰ ਥੋੜ੍ਹਾ ਜਿਹਾ ਨਿਮਰਤਾ ਵਾਲਾ ਸੁਣਦਾ। ਜੇ ਆਪਾਂ ਨੂੰ ਹੋਰ ਲਾਈਟ ਬੋਲਦੇ, ਇਹ ਨਹੀਂ ਕਿ ਹੌਲੀ ਬੋਲਣਾ, ਉਹਨੂੰ ਉਚਾਰਨ ਦੇ ਵਿੱਚ ਅਸੀਂ ਨਾ ਉਰੇ ਆਇਓ, ਤਾਂ ਉਹਦਾ ਉਚਾਰਨ ਇਹੀ ਆ, ਬਟ ਉਹਦਾ ਜਿਹੜਾ ਪ੍ਰਭਾਵ ਆ ਉਹ ਸਾਨੂੰ ਨਜ਼ਰ ਪੈਂਦਾ। ਹੁਣ ਇੱਥੇ ਕੁਛ ਨਹੀਂ ਬਦਲਿਆ, ਅੱਖਰ ਸ਼ਬਦ ਉਹੀ ਨੇ, ਉਹਨਾਂ ਦੀ ਪਿੱਚ ਤਬਦੀਲ ਕਰੀ ਹੈ। ਸੋ ਬੱਚੋ ਗੁਰਮੁਖੀ ਲਿਪੀ ਦੀ ਇਹ ਖਾਸੀਅਤ ਹੈ ਕਿ ਇਹਨੂੰ ਸੁਰ ਲੱਗਦੀ ਹੈ। ਅੱਗੇ ਅਸੀਂ ਗੱਲ ਕਰਦੇ ਹਾਂ ਕਿ ਜਿਹੜੀ ਇਹ ਅੱਖਰ ਨੇ ਇਹਨਾਂ ਨੂੰ ਤਰਤੀਬ ਦੇ ਵਿੱਚ ਸਿਸਟੇਮੈਟਿਕਲੀ ਲਿਖਣ ਦੇ ਢੰਗ ਨੂੰ ਵਰਣਮਾਲਾ ਆਖਦੇ ਹਨ। ਸੋ ਪੰਜਾਬੀ ਅੱਖਰਾਂ ਨੂੰ ਤਰਤੀਬ ਦੇ ਵਿੱਚ ਇੱਕ ਮੋਤੀ ਦੀ ਲੜੀ ਦੇ ਵਿੱਚ ਪਰੋਣ ਦੇ ਢੰਗ ਨੂੰ ਹੀ
ਵਰਨਮਾਲਾ ਆਖਦੇ ਹਨ। ਸੋ ਪੰਜਾਬੀ ਦੀ ਜੇ ਅੱਖਰਾਂ ਦੀ ਵਰਨਮਾਲਾ ਦੀ ਅਸੀਂ ਗੱਲ ਕਰੀਏ ਉਹਦੇ ਵਿੱਚ 35 ਪਹਿਲਾਂ 35 ਅੱਖਰ ਸਨ, ਭਾਵ 35 ਮੋਤੀ ਸਨ। ਸੋ ਅੱਜ ਵੀ ਅਸੀਂ ਪੰਜਾਬੀ ਵਰਨਮਾਲਾ ਨੂੰ 35 ਦੇ ਰੂਪ ਦੇ ਵਿੱਚ ਉਚਾਰਨ ਕਰਦੇ ਹਾਂ ਕਿ 35। ਫਿਰ ਅੱਗੇ ਵਿਸਤਾਰ ਦੇਖਦੇ ਹਾਂ ਪੰਜਾਬੀ ਵਰਨਮਾਲਾ ਦਾ ਵਿਸਤਾਰ ਕਿੱਦਾਂ ਹੁੰਦਾ ਕਿ ਹਰ ਭਾਸ਼ਾ ਦੀ ਵੱਖਰੀ ਵਰਨਮਾਲਾ ਹੁੰਦੀ ਹੈ। ਜਿਵੇਂ ਪੰਜਾਬੀ ਵਰਨਮਾਲਾ ਨੂੰ ਗੁਰਮੁਖੀ ਵਰਨਮਾਲਾ ਵੀ ਕਿਹਾ ਜਾਂਦਾ ਹੈ। ਇਸ ਵਿੱਚ 41 ਵਰਨ ਹਨ। 41 ਵਰਨ ਹਨ ਬੱਚਿਓ। ਉਹ ਜਿਹੜੇ 41 ਕਿਵੇਂ ਬਣੇ ਨੇ ਅੱਗੇ ਤੁਹਾਨੂੰ ਅਸੀਂ ਉਹਦੇ ਬਾਰੇ ਡਿਟੇਲ ਦੇ ਵਿੱਚ ਪੜ੍ਹਾਵਾਂਗੇ। ਇਸ ਵਿੱਚ 41 ਵਰਨ ਹਨ, ਭਾਵ 41 ਅੱਖਰ ਹਨ। ਸੋ 35 ਤਾਂ ਬੱਚੇ ਉਹ ਨੇ, 6 ਸੱਸੇ ਪੈਰ ਬਿੰਦੀ ਖੱਖੇ ਪੈਰ ਬਿੰਦੀ ਵਾਲੇ ਉਹ ਵਰਡ ਨੇ। ਉਹ ਅਸੀਂ ਕਿੱਥੋਂ ਲਏ ਨੇ ਉਹ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਸਮਝਾਵਾਂਗੇ। ਜਿਨ੍ਹਾਂ ਨੂੰ 8 ਟੋਲੀਆਂ ਵਿੱਚ ਵੰਡਿਆ ਗਿਆ ਹੈ। ਇਹਨਾਂ ਦਾ ਵੇਰਵਾ ਅਸੀਂ ਨੀਚੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਆਓ ਅਸੀਂ ਦੇਖਦੇ ਹਾਂ ਕਿ ਜਿਹੜੇ 41 ਵਰਨ ਨੇ, 41 ਅੱਖਰ ਨੇ, ਇਹਨਾਂ ਨੂੰ ਕਿਵੇਂ ਵੰਡਿਆ ਗਿਆ ਹੈ। ਮੁੱਖ ਵਰਗ ਹੈ ਬੱਚਿਓ ਊੜਾ, ਐੜਾ, ਈੜੀ, ਸੱਸਾ, ਹਾਹਾ। ਇਹ ਸਾਰੇ ਅੱਖਰ ਮੁੱਖ ਵਰਗ ਦੇ ਹਨ। ਸੋ ਨੀਚੇ ਨੂੰ ਜੇ ਅਸੀਂ ਗੱਲ ਕਰਦੇ ਹਾਂ ਕ ਨਾਲ ਕਵਰਗ, ਚੋ ਨਾਲ ਚਵਰਗ, ਟ ਨਾਲ ਟਵਰਗ, ਤ ਨਾਲ ਤਵਰਗ, ਪ ਨਾਲ ਪਵਰਗ, ਅਤੇ ਨੀਚੇ ਵਾਲਾ ਦਿੱਤਾ ਹੋਇਆ ਅੰਤਮ ਵਰਗ। ਅਤੇ ਇੱਕ ਬੱਚੋਂ ਨੀਚੇ ਇੱਕ ਕੈਟਾਗਰੀ ਬਣੀ ਆ ਉਹ ਅੱਖਰਾਂ ਦੀ, ਉਹਦੇ ਵਿੱਚ ਲਿਖਿਆ ਹੋਇਆ ਨਵੀਨ ਵਰਗ, ਨਵੇਂ ਅੱਖਰ। ਹੁਣ ਬੱਚੋ ਇਸੇ ਤਰ੍ਹਾਂ ਜਦੋਂ ਅਸੀਂ ਨੀਚੇ ਨੂੰ ਆਉਂਦੇ ਹਾਂ ਊੜਾ, ਕੱਕਾ, ਚੱਚਾ, ਟੈਂਕਾ, ਤੱਤਾ, ਪੱਪਾ, ਇਹਨੂੰ ਨੀਚੇ ਵਰਗਾਂ ਦੇ ਵਿੱਚ ਵੰਡਿਆ ਗਿਆ। ਕਵਰਗ, ਚਵਰਗ, ਟਵਰਗ, ਤਵਰਗ, ਪਵਰਗ, ਅਤੇ ਜਈਏ ਵਾਲੀ ਲਾਈਨ ਨੂੰ ਅਸੀਂ ਬੋਲਦੇ ਹਾਂ ਅੰਤਮ ਵਰਗ। ਅਤੇ ਲਾਸਟ ਵਾਲੀ ਜਿਹੜੀ ਲਾਈਨ ਸੱਸੇ ਪੈਰ ਬਿੰਦੀ ਖੱਖੇ ਪੈਰ ਬਿੰਦੀ ਇਹਨੂੰ ਅਸੀਂ ਬੋਲਦੇ ਹਾਂ ਨਵੀਨ ਵਰਗ। ਸੋ ਬੱਚਿਓ ਇਹ ਪੰਜਾਬੀ ਵਰਨਮਾਲਾ ਨੂੰ ਇਸ ਤਰ੍ਹਾਂ ਤਰਤੀਬ ਦਿੱਤੀ ਗਈ ਹੈ। ਸੋ ਇਸ ਨੂੰ ਆਪਾਂ ਹੋਰ ਵੀ ਡਿਟੇਲ ਦੇ ਵਿੱਚ ਅੱਗੇ ਤੁਹਾਨੂੰ ਪੜ੍ਹਾਵਾਂਗੇ ਕਿ ਕਿਹੜੇ ਕਿਹੜੇ ਵਰਨ ਨੇ, ਉਹ ਹੁੰਠੀ ਨੇ, ਦੰਤੀ ਨੇ, ਤਾਲਵੀ ਨੇ। ਫਿਰ ਤੁਹਾਨੂੰ ਇਹ ਵੀ ਦੱਸਾਂਗੇ ਕਿ ਉੱਚੀ ਸੁਰ ਦੇ ਕਿਹੜੇ ਅੱਖਰ ਹਨ, ਮੱਧਮ ਸੁਰ ਦੇ ਕਿਹੜੇ ਅੱਖਰ ਹਨ, ਨੀਵੀਂ ਸੁਰ ਦੇ ਕਿਹੜੇ ਅੱਖਰ ਹਨ। ਇਹਦੇ ਵਿੱਚ ਮਹਾਪ੍ਰਾਣ ਕਿਹੜੀਆਂ ਧੁਨੀਆਂ ਹਨ, ਅਲਪ ਪ੍ਰਾਣ ਕਿਹੜੀਆਂ ਧੁਨੀਆਂ ਹਨ। ਸੋ ਇਹਦੀ ਪੂਰੀ 35 ਅੱਖਰ ਨੂੰ ਜੇ ਅਸੀਂ ਸਿਸਟੇਮੈਟਿਕਲੀ ਦੇਖੀਏ, ਸੱਜੇ ਤੋਂ ਖੱਬੇ, ਖੱਬੇ ਤੋਂ ਸੱਜੇ, ਉੱਪਰ ਤੋਂ ਨੀਚੇ, ਨੀਚੇ ਤੋਂ ਉੱਪਰ, ਬਹੁਤ ਵਧੀਆ ਸਿਸਟੇਮੈਟਿਕਲ ਢੰਗ ਦੇ ਨਾਲ ਜਿਹੜੀ ਗੁਰਮੁਖੀ ਲਿਪੀ ਹੈ ਜਾਂ ਪੰਜਾਬੀ ਵਰਨਮਾਲਾ ਉਸ ਨੂੰ ਸੈੱਟ ਕੀਤਾ ਗਿਆ ਸਾਡੇ ਗੁਰੂਆਂ ਵੱਲੋਂ, ਸਾਡੇ ਭਾਸ਼ਾ ਵਿਗਿਆਨੀਆਂ ਵੱਲੋਂ। ਜੇ ਅਸੀਂ ਗੱਲ ਇਹਦੇ ਵਿੱਚ ਐਗਜ਼ਾਮਪਲ ਦੀ ਕਰੀਏ ਕਿ ਇਹਨੂੰ 8 ਵਰਗ ਨੇ ਬੱਚਿਓ ਜਿਨ੍ਹਾਂ ਦੇ ਵਿੱਚ ਸੈੱਟ ਕੀਤਾ ਗਿਆ। ਗੁਰਮੁਖੀ ਵਰਨਮਾਲਾ ਨੂੰ 8 ਵਰਗਾਂ ਦੇ ਵਿੱਚ ਵੰਡਿਆ ਗਿਆ ਹੈ। ਅੰਗਰੇਜ਼ੀ ਵਰਨਮਾਲਾ A ਤੋਂ Z ਤੱਕ 26 ਅੱਖਰ ਨੇ ਅੰਗਰੇਜ਼ੀ ਦੇ। ਸੋ ਅੱਗੇ ਅਸੀਂ ਗੱਲ ਕਰਦੇ ਹਾਂ ਗੁਰਮੁਖੀ ਲਿਪੀ ਦੀ। ਪੰਜਾਬੀ ਭਾਸ਼ਾ ਦੀ ਲਿਪੀ ਨੂੰ ਗੁਰਮੁਖੀ ਲਿਪੀ ਕਿਹਾ ਜਾਂਦਾ ਹੈ। ਇਸ ਵਿੱਚ ਕੁੱਲ ਵਰਨ, ਲਗਾਂ ਅਤੇ ਲਗਾਖਰਾਂ ਦੀ ਗਿਣਤੀ ਇਸ ਪ੍ਰਕਾਰ ਹੈ। ਜਿਹੜੀ ਹੁਣ ਗੁਰਮੁਖੀ ਲਿਪੀ ਆ ਅਸੀਂ ਇਹਨੂੰ ਗੁਰੂਆਂ ਦੀ ਲਿਪੀ ਕਹਿੰਦੇ ਹਾਂ। ਸੋ ਬੱਚੋ ਸਾਡੇ ਜਿਹੜੇ ਗੁਰੂ ਨੇ ਉਹਨਾਂ ਨੇ ਗੁਰਮੁਖੀ ਲਿਪੀ ਦਾ ਜਿਹੜਾ ਨਿਰਮਾਣ ਕੀਤਾ ਹੈ, ਇਸ ਵਿੱਚ ਸੁਧਾਰ ਕੀਤਾ ਹੈ, ਇਸ ਦੇ ਸਰੂਪ ਨੂੰ ਸਵਾਰਿਆ ਹੈ। ਸੋ ਇਸ ਕਰਕੇ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਵੱਡਾ ਰੋਲ ਹੈ ਇਸ ਲਿਪੀ ਦੇ ਸੁਧਾਈ ਦੇ ਵਿੱਚ ਹੈ। ਸੋ ਇਸ ਕਰਕੇ ਗੁਰੂਆਂ ਦੁਆਰਾ ਇਸ ਨੂੰ ਸਿਸਟੇਮੈਟਿਕਲੀ ਰਿਦਮ ਅਨੁਸਾਰ ਲਾਉਣ ਦੇ ਢੰਗ ਕਰਕੇ ਹੀ ਪੰਜਾਬੀ ਵਰਨਮਾਲਾ ਦੀ ਲਿਪੀ ਦਾ ਜਿਹੜਾ ਨਾਮ ਪਿਆ ਗੁਰਮੁਖੀ ਲਿਪੀ ਪਿਆ। ਸੋ ਇਹਦੇ ਵਿੱਚ ਆਪਾਂ ਵਿਸਤਾਰ ਦੇ ਵਿੱਚ ਵੇਖਦੇ ਹਾਂ ਕਿ 41 ਵਰਨ ਹਨ ਬੱਚਿਓ। ਇਹਦੇ ਵਿੱਚ 41 ਅੱਖਰ ਹਨ ਊੜੇ ਤੋਂ ਨੰਨਾ ਤੱਕ। ਊੜੇ ਤੋਂ ਨੰਨਾ ਤੱਕ 41 ਵਰਨ ਹਨ। ਅਤੇ ਜੇ ਅਸੀਂ ਊੜੇ ਤੋਂ ਬੱਚਿਓ ਇੱਥੇ ਆਪਾਂ ਇਹਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਦੇਖਦੇ ਹਾਂ ਕਿ ਹੋ ਸਕਦਾ ਇਹਦੇ ਵਿੱਚ ਕੋਈ ਮਿਸਟੇਕ ਨਾ ਹੋ ਗਈ ਹੋਵੇ। ਅਤੇ ਅਗਲਾ ਅਸੀਂ ਦੇਖਦੇ ਹਾਂ ਇਹਦੇ ਵਿੱਚ ਜਿਹੜੀਆਂ ਲਗਾ ਮਾਤਰਾ ਦੀ ਜਿਹੜੀ ਗਿਣਤੀ ਆ, ਲਗਾ ਮਾਤਰਾ ਅਸੀਂ ਦੇਖਣੀਆਂ ਨੇ ਕਿ ਕਿੰਨੀਆਂ ਜਿਹੜੀਆਂ ਲਗਾ ਮਾਤਰਾ ਨੇ ਇਸ ਗੁਰਮੁਖੀ ਲਿਪੀ ਦੇ ਵਿੱਚ ਅਸੀਂ ਲਗਾਉਣੇ ਆ। ਸੋ ਉਹਨਾਂ ਦੀ ਟੋਟਲ ਜਿਹੜੀ ਗਿਣਤੀ ਆ ਬੱਚਿਓ ਉਹ ਹੈਗੀ ਆ 10 ਹੈ। ਉਹਦੇ ਵਿੱਚ ਅਸੀਂ ਜਿਵੇਂ ਜਿਹੜੇ ਤੁਸੀਂ ਲਗਾਉਣੇ ਹੋ ਊੜਾ ਤੋਂ ਬੱਚਿਓ ਇੱਥੇ 41 ਵਰਨ ਤੋਂ ਊੜਾ ਤੋਂ ਲੱਲਾ ਤੱਕ ਆ। ਇਹਦੇ ਲਈ ਅਸੀਂ ਮਾਫੀ ਚਾਹੁੰਦੇ ਹਾਂ। ਇਹ ਊੜਾ ਤੋਂ ਆਪਾਂ ਇਹਦੇ ਵਿੱਚ ਮੈਂਸ਼ਨ ਵੀ ਕਰ ਦਿੰਦੇ ਹਾਂ ਤੁਹਾਨੂੰ। ਇੱਥੇ ਅਸੀਂ ਊੜਾ ਤੋਂ ਇਹ ਬੱਚਿਓ ਲੱਲਾ ਅੱਖਰ ਆ ਜਿਹੜਾ ਇਹਦੇ ਤੱਕ ਆ। ਊੜਾ ਤੋਂ ਲੱਲਾ ਤੱਕ ਨੇ ਜਿਹੜੀ ਇਹਨਾਂ ਦੀ ਗਿਣਤੀ ਆ ਉਹ ਕਿੰਨੀ ਆ 41 ਵਰਨ ਹਨ। ਸੋ ਜੇ ਅਸੀਂ ਅੱਗੇ ਗੱਲ ਕਰੀਏ ਬੱਚਿਓ ਇਹਦੇ ਵਿੱਚ ਅਸੀਂ ਦੇਖਦੇ ਹਾਂ ਆ ਵੀਡੀਓ ਨੂੰ ਆਪਾਂ ਥੋੜ੍ਹਾ ਜਿਹਾ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਸੀ। ਜੇ ਇਹਦੇ ਵਿੱਚ ਅਸੀਂ ਗੱਲ ਕਰੀਏ ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ,
ਲਾਂ, ਦੁਲਾਵਾਂ, ਹੋੜਾ ਤੇ ਕਨੌੜਾ। ਇਹ ਜਿਹੜੀਆਂ ਲਗਾ ਮਾਤਰਾ ਨੇ ਬਹੁਤ ਮਹੱਤਵਪੂਰਨ ਹੁੰਦੀਆਂ ਨੇ ਬੱਚਿਓ। ਇਹ ਜਿਹੜੀ ਲਿਪੀ ਆਪਣੇ ਵਿੱਚ ਤਾਂ ਇਹ ਕਹਿ ਲਈਏ ਵੀ ਅੱਖਰ ਨੇ, ਪਰ ਜਦੋਂ ਉਹਨਾਂ ਦੇ ਨਾਲ ਲਗਾ ਮਾਤਰਾਵਾਂ ਲੱਗਦੀਆਂ ਨੇ ਉਹਨਾਂ ਦਾ ਜਿਹੜਾ ਅਰਥ ਬਿਲਕੁਲ ਤਬਦੀਲ ਹੋ ਜਾਂਦਾ। ਉੱਪਰ ਤੁਹਾਡੇ ਨਾਲ ਅਸੀਂ ਇੱਥੇ ਐਗਜ਼ਾਮਪਲ ਵੀ ਦਿੱਤੀ ਸੀ, ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿ ਜਿਹੜੇ ਇਹ ਅੱਖਰ ਨੇ, ਅੱਖਰਾਂ ਦੇ ਨਾਲ ਜਦੋਂ ਲਗਾ ਲੱਗਦੀਆਂ ਨੇ, ਹੁਣ ਅਸੀਂ ਗੱਲ ਕਰਦੇ ਸੀ ਵੀ ਇਹ ਲਿਖ ਲਿਆ ਸੀ ਗਾ, ਫਿਰ ਅਸੀਂ ਜਦੋਂ ਇਹਦੇ ਉੱਪਰ ਲਗਾ ਮਾਤਰਾ ਦੇ ਵਿੱਚ ਬਿੰਦੀ ਪਾ ਦਿੰਦੇ ਹਾਂ ਤਾਂ ਇਹ ਗਾਂ ਬਣ ਜਾਂਦਾ ਬੱਚਿਓ। ਹੁਣ ਇਹਦੇ ਨਾਲ ਬਿਲਕੁਲ ਹੀ ਇੱਥੇ ਇਹ ਗੱਲ ਕਲੀਅਰ ਹੁੰਦੀ ਆ ਕਿ ਜਿਹੜੇ ਇਹ ਅੱਖਰ ਨੇ, ਜਦੋਂ ਇਹਨਾਂ ਦੇ ਨਾਲ ਆਪਾਂ ਇੱਥੇ ਲਗਾ ਮਾਤਰਾ ਲਾਉਂਦੇ ਆ ਨਾ, ਫਿਰ ਉਹਨਾਂ ਦੇ ਜਿਹੜੇ ਅਰਥ ਨੇ ਬਿਲਕੁਲ ਤਬਦੀਲ ਹੋ ਜਾਂਦੇ ਨੇ। ਇੱਕ ਹੋਰ ਐਗਜ਼ਾਮਪਲ ਲੈਂਦੇ ਹਾਂ। ਹੁਣ ਅਸੀਂ ਨੇ ਸਾਰੇ ਗਾ ਮਾਂ ਲਿਖ ਰਹੇ ਹਾਂ, ਸਾਰੇ ਗਾ ਮਾਂ, ਅਤੇ ਜਦੋਂ ਇਹਦੇ ਉੱਪਰ ਬੱਚਿਓ ਇਹ ਸਾਡੇ ਜਿਹੜੇ ਲਗਾ ਮਾਤਰਾਵਾਂ ਨੇ ਇਹ ਲੱਗਦੀਆਂ ਨੇ ਤਾਂ ਇਹਦੇ ਅਰਥ ਤਬਦੀਲ ਹੋ ਜਾਂਦੇ ਨੇ। ਮਾਂ ਤੋਂ ਬਾਅਦ ਜਦੋਂ ਲਗਾ ਲੱਗੀ ਤਾਂ ਮਾਂ ਬਣ ਗਿਆ। ਸੋ ਜਿਹੜੀ ਇਹ ਗੁਰਮੁਖੀ ਲਿਪੀ ਹੈ ਇਹਦੇ ਵਿੱਚ ਜਿਹੜੇ ਤੁਹਾਡੀਆਂ ਲਗਾ ਮਾਤਰਾਵਾਂ ਨੇ ਉਹ ਬਹੁਤ ਮਹੱਤਵਪੂਰਨ ਹਨ। ਜੇ ਕੋਈ ਲਗਾ ਮਾਤਰਾ ਕਿਸੇ ਵੀ ਸ਼ਬਦ ਦੇ ਉੱਪਰ, ਅੱਖਰ ਦੇ ਉੱਪਰ ਗਲਤ ਲੱਗ ਜਾਂਦੀ ਹੈ, ਅੱਖਰ ਦੇ ਉੱਪਰ ਕੋਈ ਲਗਾ, ਤਾਂ ਉਹਦਾ ਅਰਥ ਆ ਜਿਹੜਾ ਤਬਦੀਲ ਹੋ ਜਾਂਦਾ। ਕਿਸੇ ਬੱਚੇ ਨੇ ਲਿਖਣਾ ਕਿ ਸਾਰੇ ਗਾ ਮਾਂ, ਪਰ ਜਦੋਂ ਮਾਂ ਸ਼ਬਦ ਲਿਖ ਰਿਹਾ ਜੇ ਉਹਨੇ ਉੱਪਰ ਬਿੰਦੀ ਲਾਤੀ ਤਾਂ ਬੱਚੇ ਉਹਦਾ ਬਿਲਕੁਲ ਅਰਥ ਹੋਰ ਹੋ ਗਿਆ, ਮਾਂ ਬਣ ਗਿਆ। ਅਤੇ ਇਸ ਚੀਜ਼ ਦਾ ਵੀ ਬਹੁਤ ਮਹੱਤਵ ਹੁੰਦਾ ਹੈ। ਲਿਪੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਉਹਦੇ ਵਿੱਚ ਜਿਹੜੀਆਂ ਉਹਦੀਆਂ ਲਗਾ ਮਾਤਰਾਵਾਂ ਹੁੰਦੀਆਂ ਹਨ। ਅਤੇ ਜੇ ਅਸੀਂ ਇਹਦੇ ਵਿੱਚ ਗੱਲ ਕਰੀਏ, 3 ਲਗਾਖਰ ਹਨ। ਕਿਹੜੇ ਕਿਹੜੇ ਹਨ? ਬਿੰਦੀ, ਟਿੱਪੀ ਅਤੇ ਅੱਧਕ। ਇਹ ਬਿਲਕੁਲ ਯਾਦ ਰੱਖਣਾ ਬੱਚਿਓ। ਗੁਰਮੁਖੀ ਭਾਸ਼ਾ ਨੂੰ ਜਦੋਂ ਤੁਸੀਂ ਸਿੱਖਦੇ ਹੋ, ਲਿਪੀ ਨੂੰ ਸਿੱਖਦੇ ਹੋ, ਉਹਦੇ ਵਿੱਚ 3 ਲਗਾਖਰ ਹਨ। ਅੱਗੇ ਅਸੀਂ ਵਿਸਤਾਰ ਦੇ ਵਿੱਚ ਹੋਰ ਗੱਲ ਕਰਦੇ ਹਾਂ ਕਿ ਇਸ ਲਿਪੀ ਨੂੰ 35 ਅੱਖਰੀ ਵੀ ਕਿਹਾ ਜਾਂਦਾ। ਅਸੀਂ ਗੱਲ ਕਰ ਚੁੱਕੇ ਹਾਂ, ਕਿਉਂਕਿ ਪਹਿਲ ਇਸ ਵਿੱਚ 35 ਵਰਨ ਊੜਾ ਤੋਂ ੜਾੜਾ ਤੱਕ ਸਨ। ਫਿਰ ਬਾਅਦ ਵਿੱਚ ਫਾਰਸੀ, ਇਹ ਚੇਤੇ ਰੱਖਣਾ ਬੱਚਿਓ, ਬਾਅਦ ਦੇ ਵਿੱਚ ਫਾਰਸੀ ਧੁਨੀਆਂ ਦੇ ਹੂ-ਬ-ਹੂ ਉਚਾਰਨ ਲਈ ਪਹਿਲਾਂ ਤੋਂ ਹੀ ਮੌਜੂਦ 6 ਵਰਨਾਂ ਦੇ ਪੈਰ ਵਿੱਚ ਬਿੰਦੀ ਪਾ ਕੇ ਇਸ ਵਿੱਚ ਸ਼ਾਮਲ ਕਰ ਲਿਆ ਗਿਆ। ਇਹਨਾਂ ਦੀ ਗਿਣਤੀ 41 ਹੋ ਗਈ। ਸੋ ਬੱਚਿਓ ਇੱਥੇ ਜਿਹੜਾ ਅਸੀਂ ਨੇ ਧਿਆਨ ਦੇਣਾ ਵੀ ਜਿਹੜੇ ਇਹਦੇ ਵਿੱਚ ਇਹ ਐਡ ਕੀਤੇ ਗਏ ਨੇ ਇਹ ਫਾਰਸੀ ਧੁਨੀਆਂ ਨੇ। ਆਹ ਉੱਪਰ ਅਸੀਂ ਦਿੱਤਾ ਹੈ ਫਾਰਸੀ ਧੁਨੀਆਂ ਦੇ ਜਿਹੜੇ ਅੱਖਰ ਨੇ ਹੂ-ਬ-ਹੂ ਇਹਦੇ ਵਿੱਚ ਜਿਵੇਂ ਪੈਰ ਦੇ ਵਿੱਚ ਬਿੰਦੀ ਲਾ ਕੇ ਪਾ ਲਿਆ ਗਏ, ਅਤੇ ਫਿਰ ਇਹ 41 ਜਿਹੜੀ ਗਿਣਤੀ ਹੋ ਗਈ। ਪਹਿਲਾਂ ਜਿਹੜੀ ਇਹਦੀ ਗਿਣਤੀ ਸੀ ਉਹ 35 ਵਰਨ ਸਨ। ਸੋ ਇਹ ਗੱਲ ਜਿਹੜੀ ਇਸ ਲਿਪੀ ਦੇ ਸੰਬੰਧ ਵਿੱਚ ਯਾਦ ਰੱਖਣ ਵਾਲੀ ਹੈ। ਸੋ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਗੁਰਮੁਖੀ ਲਿਪੀ ਦਾ ਨਾਮਕਰਨ। ਸੋ ਅਸੀਂ ਗੁਰਮੁਖੀ ਲਿਪੀ ਬਾਰੇ ਜਿਹੜਾ ਵਿਸਤਾਰ ਸਹਿਤ ਜਾਣਕਾਰੀ ਹਾਸਲ ਕਰ ਰਹੇ ਹਾਂ ਕਿ ਕਈਆਂ ਦਾ ਵਿਚਾਰ ਹੈ ਕਿ ਗੁਰਮੁਖੀ ਲਿਪੀ ਗੁਰੂ ਸਾਹਿਬਾਨਾਂ ਨੇ ਘੜੀ ਹੈ, ਪਰ ਇਹ ਮਤ ਸਹੀ ਨਹੀਂ, ਕਿਉਂਕਿ ਇਸ ਲਿਪੀ ਦੇ ਵਰਨ ਗੁਰੂ ਸਾਹਿਬਾਨ ਤੋਂ ਸੈਂਕੜੇ ਵਰ੍ਹੇ ਪਹਿਲਾਂ ਤੋਂ ਹੀ ਮੌਜੂਦ ਸਨ। ਸੋ ਬੱਚੇ ਜਿਹੜੇ ਗੁਰਮੁਖੀ ਲਿਪੀ ਦੇ ਅੱਖਰ ਨੇ, ਕਿਹਾ ਜਾਂਦਾ ਕਿ ਗੁਰੂ ਸਾਹਿਬਾਨਾਂ ਤੋਂ ਪਹਿਲਾਂ ਹੀ ਉਹ ਅੱਖਰ ਮੌਜੂਦ ਸਨ। ਜਿਹੜੇ ਨਾਥਾਂ ਜੋਗੀਆਂ ਦਾ ਸਮਾਂ ਬੱਚਿਓ, ਜਿੱਥੋਂ ਅਸੀਂ ਪੰਜਾਬੀ ਸਾਹਿਤ ਦਾ ਮੁੱਢ ਕਹਿੰਦੇ ਹਾਂ ਕਿ ਵੱਜਦਾ, ਕਿ ਉਸ ਸਮੇਂ ਇਹ ਅੱਖਰ ਮੌਜੂਦ ਸਨ, ਪਰ ਉਹਨਾਂ ਦੀ ਤਰਤੀਬ ਉਗੜ ਦੁਗੜੀ ਸੀ। ਉਗੜ ਦੁਗੜੀ ਦੇ ਭਾਵ ਬੱਚੋ ਜਿਵੇਂ ਭੁਲਾਵੇਂ ਅੱਖਰ ਤੁਹਾਨੂੰ ਉੱਪਰ ਦੱਸਿਆ ਸੀ ਵੀ ਇੱਦਾਂ ਸੀ, ਉਹ ਅੱਖਰ ਤਰਤੀਬ ਜਾਂ ਸਿਸਟੇਮੈਟਿਕਲੀ ਨਹੀਂ ਸਨ। ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪਹਿਲਾਂ ਤੋਂ ਹੀ ਮੌਜੂਦ ਵਰਨਾਂ ਨੂੰ, ਜਿਹੜੇ ਪਹਿਲਾਂ ਅੱਖਰ ਹੈਗੇ ਸੀ, ਵਰਨਾਂ ਨੂੰ ਭਾਵ ਅੱਖਰਾਂ ਨੂੰ ਇੱਕ ਨਿਸ਼ਚਿਤ ਤਰਤੀਬ ਦਿੱਤੀ। ਉਹਨਾਂ ਨੇ ਇੱਕ ਸਿਸਟਮ ਦੇ ਵਿੱਚ ਉਹਨਾਂ ਅੱਖਰਾਂ ਨੂੰ ਇਕੱਠੇ ਕੀਤਾ ਅਤੇ ਉਹਨਾਂ ਨੂੰ ਸੈੱਟ ਕੀਤਾ, ਜੋ ਧੁਨੀ ਵਿਗਿਆਨਿਕ ਤਰਤੀਬ ਹੈ। ਸੋ ਜਿਹੜੇ ਬੱਚੋ ਧੁਨੀ ਦੇ ਵਿਗਿਆਨੀ ਨੇ ਅੱਜ ਦੇ ਸਮੇਂ ਦੇ ਵਿੱਚ, ਉਹ ਕਹਿੰਦੇ ਨੇ ਕਿ ਅਸੀਂ ਕਮਾਲ ਹੈ ਜੀ ਗੁਰੂ ਅੰਗਦ ਦੇਵ ਜੀ ਦੀ, ਅਤੇ ਜਿਨ੍ਹਾਂ ਨੇ ਇਸ ਢੰਗ ਦੇ ਨਾਲ ਇਹਨਾਂ ਅੱਖਰਾਂ ਨੂੰ ਸਹੀ ਕਰਕੇ ਲਿਖਿਆ। ਉਚਾਰਨ, ਉਹ ਕਹਿੰਦੇ ਕਿ ਧੁਨੀ ਵਿਗਿਆਨ ਦੀ ਤਰਤੀਬ ਹੈ, ਉਚਾਰਨ ਸਥਾਨ ਦੇ ਆਧਾਰ 'ਤੇ ਹਰ, ਉਹ ਕਹਿੰਦੇ ਨੇ ਵੀ ਉਚਾਰਨ ਸਥਾਨ ਹੈ, ਜਿਵੇਂ ਅਸੀਂ ਜਿੱਥੋਂ ਜਿਹੜਾ ਅੱਖਰ ਬੋਲਦੇ ਹਾਂ, ਅਤੇ ਹਰ ਵਰਨ ਨੂੰ ਇੱਕ ਨਿਸ਼ਚਿਤ ਵਰਗ ਅਤੇ ਤਰਤੀਬ ਵਿੱਚ ਪਰੋਇਆ ਗਿਆ। ਧੁਨੀ ਵਿਗਿਆਨੀ ਕਹਿੰਦੇ ਨੇ ਵੀ ਜਿੱਦਾਂ ਜਿੱਦਾਂ ਸਾਡੇ ਉਚਾਰਨ ਅੰਗ ਨੇ, ਸਾਰੇ ਵਰਨਾਂ ਨੂੰ ਉੱਦਾਂ ਉਹਨਾਂ ਦੇ ਹਿਸਾਬ ਦੇ ਨਾਲ ਲਿਆ ਅਤੇ ਨਿਸ਼ਚਿਤ ਵਰਗ ਅਤੇ ਤਰਤੀਬ ਵਿੱਚ ਪਰੋਇਆ। ਜਿਵੇਂ ਅਸੀਂ ਕਹਿੰਦੇ ਵੀ ਅੱਖਰਾਂ ਨੂੰ ਮਾਲਾ 'ਚ ਪਰੋਣਾ, ਇਹ ਤਰਤੀਬ ਸੀ ਕਿ ਉਹਨੂੰ ਉਚਾਰਨ ਢੰਗ ਦੇ ਨਾਲ ਵੀ ਦੇਖਣਾ ਕਿ ਇਹ ਉਚਾਰਨ ਲਈ ਇਹ ਅੰਗ ਤੋਂ ਇੱਥੋਂ ਹੀ ਇਹਦਾ ਉਚਾਰਨ ਹੋਊਗਾ, ਅਤੇ ਅੱਗੇ ਉਹਨੂੰ ਇੱਕ ਨਿਸ਼ਚਿਤ ਤਰਤੀਬ ਦੇ ਵਿੱਚ ਲਿਆ ਕਿ ਇੰਨੇ ਹੀ ਅੱਖਰ ਇੱਥੇ ਆਉਣਗੇ, ਅਤੇ ਜਦੋਂ ਅਸੀਂ ਉਹਨੂੰ ਉੱਪਰੋਂ ਨੀਚੇ ਨੂੰ ਆਵਾਂਗੇ ਤਾਂ ਇਹ ਕੈਟਾਗਰੀ ਬਣੂਗੀ। ਜੇ ਸੱਜੇ ਤੋਂ ਖੱਬੇ ਜਾਵਾਂਗੇ ਤਾਂ ਇਹ ਅੱਖਰ ਆਉਣਗੇ, ਇਹ ਉੱਚੀ ਸੁਰ ਹੈ, ਇਹ ਮੱਧਮ ਸੁਰ ਹੈ, ਨੀਵੀਂ ਸੁਰ ਹੈ, ਅਤੇ ਜੇ ਅਸੀਂ ਕਹੇ ਅਲਪ ਪ੍ਰਾਣ, ਮਹਾਪ੍ਰਾਣ, ਨਾਦੀ ਧੁਨੀਆਂ, ਇਹ ਜੇ ਅਸੀਂ ਇਹਨੂੰ ਸੱਜੇ ਤੋਂ ਖੱਬੇ ਪੜ੍ਹਾਂਗੇ ਇਹ ਧੁਨੀਆਂ ਦੀ ਕੈਟਾਗਰੀ ਇਸ
ਹਿਸਾਬ ਨਾਲ ਵੀ ਸਮਝ 'ਚ ਆਊ। ਇਹ ਦੰਤੀ ਨੇ, ਹੁੰਟੀ ਨੇ, ਇਹ ਧੁਨੀਆਂ ਨੂੰ ਬੜੇ ਬਹੁਤ ਹੀ ਅਸੀਂ ਇਹ ਕਹਿ ਦਈਏ ਬੱਚੋ ਕਿ ਬਹੁਤ ਸਮਝਦਾਰੀ ਦਾ ਕੰਮ ਆ ਕਿ ਇਹਨੂੰ ਕੋਈ ਤੁੱਕੇ ਨਾਲ ਨਹੀਂ ਗੁਰੂ ਪਾਤਸ਼ਾਹ ਨੇ ਜਿਹੜਾ ਸੈੱਟ ਕੀਤਾ। ਅਤੇ ਅੱਜ ਦੇ ਭਾਸ਼ਾ ਵਿਗਿਆਨੀ ਵੀ ਗੁਰੂ ਸਾਹਿਬ ਦੀ ਜਿਹੜੀ ਇਸ ਤਰਤੀਬ ਤੋਂ ਬੜੇ ਇੰਪਰੈਸਡ ਨੇ, ਕਿਉਂਕਿ ਸਾਨੂੰ ਦੁਬਾਰਾ ਫਿਰ ਇਹਦੇ ਵਿੱਚ ਕੋਈ ਸੁਧਾਈ ਕਰਨ ਦੀ ਲੋੜ ਨਹੀਂ ਪਈ। ਉਸ ਟਾਈਮ ਤੋਂ ਹੀ ਜਿਹੜੀ ਗੁਰਮੁਖ ਲਿਪੀ ਦੇ ਨਿਯਮ ਨੇ ਉਸੇ ਤਰ੍ਹਾਂ ਚੱਲਦੇ ਆ ਰਹੇ ਨੇ। ਪਰ ਸਾਡੇ ਉਚਾਰਨ ਦੇ ਵਿੱਚ ਕਈ ਸ਼ਬਦਾਂ ਦਾ ਜਿਹੜਾ ਉਹ ਫਰਕ ਹੈ। ਜੋ ਅਸੀਂ ਗੁਰਮੁਖੀ ਲਿਪੀ ਦੇ ਮੁਤਾਬਕ ਗੁਰਬਾਣੀ ਪੜ੍ਹਦੇ ਹਾਂ ਬੱਚੇ, ਉਹਦੇ ਵਿੱਚ ਵੀ ਜਦੋਂ ਅਸੀਂ ਗੁਰੂ ਪਾਤਸ਼ਾਹ ਦੇ ਨਿਯਮਾਂ ਨੂੰ ਫੋਲੋ ਕਰਦੇ ਫਿਰ ਅਸੀਂ ਗੁਰਬਾਣੀ ਪੜ੍ਹ ਸਕਦੇ ਹਾਂ। ਬਟ ਜਿਹੜੀ ਅਸੀਂ ਅੱਜ ਕੱਲ੍ਹ ਬੋਲ ਚਾਲ ਦੀ ਪੰਜਾਬੀ ਬੋਲਦੇ ਹਾਂ, ਇੱਦਾਂ ਬੋਲ ਚਾਲ ਦੀ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਉੱਥੇ ਦਿੱਕਤ ਆਉਂਦੀ ਹੈ। ਤੁਸੀਂ ਵੀ ਮਹਿਸੂਸ ਕਰਕੇ ਦੇਖਿਓ, ਕੋਈ ਗੁਰਬਾਣੀ ਦੇ ਕੋਈ ਸ਼ਬਦ ਜਾਂ ਕੋਈ ਗੁਰਬਾਣੀ ਪੜ੍ਹੋਗੇ ਨਾ, ਜਦੋਂ ਤੁਹਾਨੂੰ ਸਮਝ ਆਊਗਾ ਕਿ ਵਾਕਈ ਹੀ ਗੁਰੂ ਪਾਤਸ਼ਾਹ ਦੇ ਜਿਹੜੇ ਨਿਯਮ ਨੇ ਉਹਨਾਂ ਮੁਤਾਬਕ ਜਦੋਂ ਅਸੀਂ ਗੁਰਮੁਖੀ ਦੇ ਵਿੱਚ ਪਾਠ ਕਰਦੇ ਹਾਂ ਤਾਂ ਉਦੋਂ ਸਾਨੂੰ ਸ਼ੁੱਧ ਉਚਾਰਨ ਹੁੰਦਾ ਪਾਠ ਦਾ। ਅਦਰਵਾਈਜ਼ ਜੇ ਅਸੀਂ ਆਪਣੀ ਬੋਲਚਾਲ ਦੀ ਭਾਸ਼ਾ ਅਨੁਸਾਰ ਉਹ ਪਾਠ ਕਰਾਂਗੇ ਤਾਂ ਅਸੀਂ ਉਹਦਾ ਉਚਾਰਨਾ ਜਿਹੜਾ ਉਹ ਗਲਤ ਕਰ ਸਕਦੇ ਹਾਂ। ਅਤੇ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਲਿਪੀ ਦਾ ਅਜਿਹਾ ਵਿਗਿਆਨਿਕ ਸਰੂਪ ਘੜਨ ਵਿੱਚ ਗੁਰੂ ਸਾਹਿਬਾਨ ਜੀ ਦੀ ਵਿਗਿਆਨਿਕ ਸੂਝ-ਬੂਝ ਦੀ ਝਲਕ ਸਪਸ਼ਟ ਨਜ਼ਰ ਆਉਂਦੀ ਆ। ਅਤੇ ਇੱਥੋਂ ਬੱਚੋ ਸਾਨੂੰ ਪਤਾ ਲੱਗਦਾ ਕਿ ਜਿਹੜੇ ਸਾਡੇ ਗੁਰੂ ਪਾਤਸ਼ਾਹ ਸੀ ਉਹ ਕਿੰਨੇ ਵਿਗਿਆਨਿਕ ਸੋਚ ਦੇ ਮਾਹਿਰ ਸਨ, ਕਿੰਨੀ ਅੱਛੀ ਉਹਨਾਂ ਦੀ ਜਿਹੜੀ ਵਿਗਿਆਨਿਕ ਸੋਚ ਸੀ, ਸੂਝ-ਬੂਝ ਕਿੰਨੀ ਅੱਛੀ ਸੀ। ਅੱਗੇ ਜੋ ਸਪਸ਼ਟ ਹੈ ਕਿ ਗੁਰਮੁਖੀ ਲਿਪੀ ਨੂੰ ਜੇ ਹੁਣ ਇਹਦਾ ਐਨਾਲਾਈਜ਼ ਕਰੀਏ, ਕਹਿੰਦੇ ਸਪਸ਼ਟ ਹੈ ਕਿ ਗੁਰਮੁਖੀ ਲਿਪੀ ਨੂੰ ਗੁਰੂ ਸਾਹਿਬਾਨ ਨੇ ਘੜਿਆ ਨਹੀਂ, ਭਾਵ ਆਪ ਨਹੀਂ ਬਣਾਇਆ, ਅਤੇ ਇਸ ਦਾ ਸਰੂਪ ਸਵਾਰਿਆ ਹੈ, ਭਾਵ ਇਸ ਨੂੰ ਮੋਡੀਫਾਈ ਕੀਤਾ ਹੈ। ਇਹ ਗੁਰੂ ਸਾਹਿਬਾਨ ਦੀ ਮਹਾਨ ਦੇਣ ਹੈ। ਇਹ ਸਾਡੇ ਗੁਰੂਆਂ ਦੀ ਗੁਰਮੁਖੀ ਲਿਪੀ ਨੂੰ ਗੁਰੂਆਂ ਦੇ ਇਸ ਕੰਟਰੀਬਿਊਸ਼ਨ ਕਰਕੇ ਇਹਨਾਂ ਦਾ ਨਾਮਕਰਨ ਗੁਰਮੁਖੀ ਲਿਪੀ ਪਿਆ। ਗੁਰੂਆਂ ਨੇ ਇਸ ਦੀ ਸੁਧਾਈ ਕੀਤੀ। ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ ਪੱਟੀ ਗੁਰਮੁਖੀ ਦੇ 35 ਅੱਖਰਾਂ 'ਤੇ ਆਧਾਰਿਤ ਹੈ। ਗੁਰੂ ਨਾਨਕ ਦੇਵ ਜੀ ਦੀ ਬੱਚੋ ਇੱਕ ਉਹਨਾਂ ਨੇ ਜਿਹੜੀ ਗੁਰਬਾਣੀ ਰਚਨਾ ਕੀਤੀ ਆ, ਇਹ ਕਈ ਵਾਰ ਸਵਾਲ ਵੀ ਆਇਆ, ਪੱਟੀ ਜਿਹੜੀ ਬਾਣੀ ਆ ਬੱਚਿਓ ਉਹ 35 ਅੱਖਰਾਂ 'ਤੇ ਆਧਾਰਿਤ ਬਾਣੀ ਆ। ਗੁਰੂ ਨਾਨਕ ਦੇਵ ਜੀ ਦੀ ਜਿਹੜੀ ਅਸੀਂ ਗੱਲ ਕਰੀਏ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਬਾਣੀ ਹੈ ਇੱਕ ਪੱਟੀ, ਉਹਦੇ ਵਿੱਚ ਗੁਰਮੁਖੀ ਦੇ 35 ਅੱਖਰਾਂ ਦੇ ਉੱਪਰ ਆਧਾਰਿਤ ਜਿਹੜੇ ਸ਼ਬਦ ਉਹਨਾਂ ਨੇ ਗੁਰਬਾਣੀ ਦੇ ਰਚਿਤ ਕੀਤੇ ਹਨ। ਸੋ ਇਹ ਵੀ ਬਹੁਤ ਵੱਡਾ ਜਿਹੜਾ ਦੇਣ ਹੈ ਗੁਰੂ ਅੰਗਦ ਦੇਵ ਜੀ ਦਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ। ਸੋ ਇਸ ਕਰਕੇ ਗੁਰਮੁਖੀ ਦਾ ਜਿਹੜਾ ਨਾਮਕਰਨ ਆ ਉਹ ਗੁਰੂਆਂ ਦੇ ਨਾਲ ਜੋੜਿਆ ਜਾਂਦਾ ਹੈ। ਸੋ ਬੱਚਿਓ ਇਹ ਅਸੀਂ ਗੁਰਮੁਖੀ ਲਿਪੀ ਨੂੰ ਜਦੋਂ ਪੜ੍ਹਦੇ ਹਾਂ ਵਿਸਤਾਰ ਦੇ ਨਾਲ, ਜਿਹੜੀ ਅੱਜ ਕੱਲ੍ਹ ਬਣ ਕੇ ਰੈਡੀ ਹੈ ਗੁਰਮੁਖੀ ਲਿਪੀ ਨੂੰ ਫੋਲੋ ਕਰਦੇ ਹਾਂ, ਅਤੇ ਉਹਦੇ ਵਿੱਚ ਉਹਦੀਆਂ ਕੁਝ ਵਿਸ਼ੇਸ਼ਤਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਗੁਰਮੁਖੀ ਲਿਪੀ ਦੂਸਰੀਆਂ ਲਿਪੀਆਂ ਨਾਲੋਂ ਵਿਸ਼ੇਸ਼ ਕਿਉਂ ਹੈ। ਇਹਦੇ ਵਿੱਚੋਂ ਵੀ ਬੱਚੋ ਧਿਆਨ ਦੇ ਨਾਲ ਤੁਸੀਂ ਨੇ ਅੰਡਰਸਟੈਂਡ ਕਰਨਾ, ਇਹਦੇ ਵਿੱਚੋਂ ਵੀ ਕੋਈ ਨਾ ਕੋਈ ਜਿਹੜਾ ਸਵਾਲ ਬਣ ਸਕਦਾ। ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ, ਪਹਿਲੀ ਵਿਸ਼ੇਸ਼ਤਾ ਇਹ ਹੈ ਕਿ ਗੁਰਮੁਖੀ ਲਿਪੀ ਦੀ ਵਰਨਮਾਲਾ ਦੀ ਤਰਤੀਬ ਵਿਗਿਆਨਕ ਹੈ। ਵਿਗਿਆਨਕ ਢੰਗ ਦੇ ਨਾਲ ਬੱਚੋ, ਜਿਵੇਂ ਅਸੀਂ ਉੱਪਰ ਸਮਝਾਇਆ ਤੁਹਾਨੂੰ, ਜਿਵੇਂ ਅਸੀਂ ਕਹਿੰਦੇ ਹਾਂ ਦੰਤੀ, ਹੋਟੀ, ਤਾਲਵੀ, ਅਲਪ ਪ੍ਰਾਣ, ਮਹਾਪ੍ਰਾਣ, ਉੱਚੇ ਸੁਰ, ਮੱਧਮ ਸੁਰ, ਨੀਵੇਂ ਸੁਰ, ਇਹਨੂੰ ਸਾਰਿਆਂ ਨੂੰ ਸਿਸਟਮੈਟਿਕਲੀ ਲਾਇਆ ਗਿਆ ਇਸ ਲਿਪੀ ਦੇ ਵਿੱਚ। ਅੱਗੇ ਅਸੀਂ ਵੇਖਦੇ ਹਾਂ ਕਿ ਹਰ ਵਰਗ ਵਿੱਚ 5-5 ਵਰਨ ਹਨ। ਜਦੋਂ ਅਸੀਂ ਲਾਈਨ ਸ਼ੁਰੂ ਕਰਦੇ ਹਾਂ ਵਰਗ ਦੇ ਵਿੱਚ, ਹਰੇਕ ਦੇ ਵਿੱਚ 5-5 ਜਿਹੜੇ ਅੱਖਰਾਂ ਨੂੰ ਤਰਤੀਬ ਦੇ ਵਿੱਚ ਲਾਇਆ ਗਿਆ। ਐੜਾ ਹੈ ਕਿ ਇੱਕ ਵਰਗ ਦੇ ਸਾਰੇ ਭਾਵ 5 ਵਰਨ ਮੂੰਹ ਪੋਲ ਦੇ ਇੱਕੋ ਉਚਾਰਨ ਸਥਾਨ ਤੋਂ ਉਚਾਰੇ ਜਾਂਦੇ ਹਨ। ਮਤਲਬ ਜਦੋਂ ਅਸੀਂ ਮੂੰਹ ਪੋਲ ਦਾ ਕੋਈ ਇਹ ਨਹੀਂ ਹੈ ਕੋਈ ਨੱਕ 'ਚੋਂ ਬੋਲਿਆ ਜਾ ਰਿਹਾ ਅਗਲਾ ਅੱਖਰ ਉਹ ਤਾਲੂਏ 'ਚ ਬੋਲਿਆ ਜਾ ਰਿਹਾ, ਕੋਈ ਬੁੱਲਾਂ ਤੋਂ, ਕੋਈ ਉੱਪਰ ਜੀਭ ਦੇ ਦੰਦਾਂ ਦੇ ਨਾਲ ਟਕਰਾਉਣ ਨਾਲ ਬੋਲਦਾ। ਉਹਨਾਂ ਨੂੰ ਅੱਖਰਾਂ ਨੂੰ ਇਸ ਢੰਗ ਦੇ ਨਾਲ ਲਿਆ ਗਿਆ ਕਿ ਜਦੋਂ ਅਸੀਂ ਉਸ ਮੂੰਹ ਪੋਲ ਨੂੰ ਖੋਲ੍ਹਦੇ ਉੱਥੋਂ ਹੀ 5 ਅੱਖਰ ਉਚਾਰਨ ਹੋ ਜਾਂਦੇ ਨੇ। ਜਿਵੇਂ ਕੰਠੀ 'ਚ ਇਹਨਾਂ ਨੇ ਦੱਸਿਆ ਵੀ ਕੰਠੀ ਜਿਹੜੇ ਅੱਖਰ ਨੇ ਚਵਰਗ, ਤਾਲਵੀ ਟਵਰਗ, ਉਲਟ ਜੀਵੀ ਤਵਰਗ, ਦੰਤੀ ਪਵਰਗ, ਦੋ ਹੁੰਟੀ, ਭਾਵ ਇਹਦੇ ਵਿੱਚ ਇਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕਰੀ ਹੈ ਕਵਰਗ ਕੰਠ ਨਾਲ ਸੰਬੰਧ ਰੱਖਦਾ। ਚੱਚੇ ਵਾਲਾ ਜਿਹੜਾ ਚਵਰਗ ਆ ਉਹ ਤੱਤਾ ਤਾਲਵੀ ਜਿਹੜੀ ਸਾਡੀ ਅਸੀਂ ਤਾਲ ਤੱਤੇ ਨਾਲ ਬੋਲਦੇ ਹਾਂ। ਟਵਰਗ ਵਾਲਾ ਜਿਹੜਾ ਬੱਚੋ ਕੈਟਾਗਰੀ ਦੇ ਅੱਖਰ ਨੇ ਉਹ ਉਲਟ ਜੀਵੀ ਹਨ, ਅਤੇ ਤਵਰਗ ਵਾਲੇ ਦੰਤੀ ਨੇ, ਜਿਹੜਾ ਤੱਤਾ ਥੱਥਾ ਦੱਦਾ ਧੱਦਾ ਅਸੀਂ ਇੱਦਾਂ ਉਚਾਰਨ ਕਰਨਾ ਉਹ ਦੰਤੀ ਨੇ। ਪੱਪਾ ਪਵਰਗ ਦੋ ਹੁੰਠੀ ਆ, ਜਦੋਂ ਦੋ ਬੁੱਲ ਜੁੜੇ ਨੇ, ਪੱਪਾ ਫੱਫਾ ਬੱਬਾ ਭੱਬਾ ਮੰਮਾ, ਜਦੋਂ ਅਸੀਂ ਇਹਨਾਂ ਦਾ ਉਚਾਰਨ ਕਰਦੇ ਹਾਂ ਬੁੱਲਾਂ ਵਾਲੀ ਕੈਟਾਗਰੀ ਆ, ਦੰਦਾਂ ਵਾਲੀ ਕੈਟਾਗਰੀ ਆ, ਉਲਟ ਜੀਵੀ ਨੇ। ਸੋ ਇਹਨਾਂ ਨੂੰ ਬੜੇ ਸਿਸਟਮ ਦੇ ਨਾਲ ਗੁਰੂ ਪਾਤਸ਼ਾਹ ਨੇ ਇਹਨਾਂ ਸ਼ਬਦਾਂ ਨੂੰ ਇਹਦੇ ਵਿੱਚ ਤਰਤੀਬ ਦੇ ਵਿੱਚ ਪਰੋਇਆ ਹੈ। ਅੱਗੇ ਅਸੀਂ ਗੱਲ ਕਰੀਏ, ਕਹਿੰਦੇ 5 ਵਰਗਾਂ ਦੀ ਤਰਤੀਬ ਮੂੰਹ ਪੋਲ ਦੇ ਪਿਛਲੇ
ਹਿੱਸੇ ਤੋਂ ਕਰਮਵਾਰ ਅੱਗੇ ਤੱਕ ਆਉਂਦੀ ਹੈ। ਮਤਲਬ ਇਹ ਜੀਭ ਦਾ ਜਿਹੜਾ ਸੀ ਬੱਚੋ ਅਗਲਾ ਹਿੱਸਾ ਇੱਕ ਪਿੱਛੇ ਵਾਲਾ ਜਿੱਥੇ ਕਾਂ ਹੈ ਵੀ ਉੱਥੋਂ ਤਰਤੀਬ ਨਾਲ ਇਹ ਅੱਖਰ ਲੱਗਦੇ ਆ ਰਹੇ ਨੇ ਐਂਡ ਤੱਕ। ਤੁਸੀਂ ਦੇਖੋਗੇ ਜਦੋਂ ਤੁਹਾਨੂੰ ਅਸੀਂ ਅੱਗੇ ਨਾ ਇੱਕ ਚਾਰਟ ਫੋਲੋ ਕਰਾਵਾਂਗੇ ਜੀਭ ਦੇ ਵੱਖ-ਵੱਖ ਪਾਰਟ ਨੇ ਕਿ ਕਿਹੜਾ ਪਾਰਟ ਜਦੋਂ ਇੱਥੇ ਟਕਰਾਉਂਦਾ ਹਵਾ ਸਾਡੇ ਲੰਗਸ ਦੇ ਵਿੱਚੋਂ ਆਉਂਦੀ ਆ, ਫਿਰ ਇੱਥੇ ਤਾਲੂ ਨਾਲ ਟਕਰਾਉਂਦੀ ਆ, ਉੱਥੇ ਇਹ ਅੱਖਰਾਂ ਦਾ ਉਚਾਰਨ ਹੁੰਦਾ ਹੈ। ਜਦੋਂ ਹਵਾ ਟਕਰਾ ਕੇ ਨੱਕ ਵੱਲ ਨੂੰ ਜਾਂਦੀ ਆ ਫਿਰ ਉੱਥੇ ਇਹ ਅੱਖਰਾਂ ਦਾ ਉਚਾਰਨ ਹੁੰਦਾ, ਅਤੇ ਜਦੋਂ ਉੱਥੋਂ ਹਵਾ ਟਕਰਾ ਕੇ ਜੀਭ ਅਤੇ ਤਾਲੂ ਨਾਲ ਲੱਗਦੀ ਹੈ ਫਿਰ ਇਹ ਅੱਖਰਾਂ ਦਾ ਉਚਾਰਨ ਹੁੰਦਾ, ਅਤੇ ਜਦੋਂ ਤਾਲੂ ਤੋਂ ਬਾਅਦ ਦੰਦਾਂ ਨਾਲ ਟਕਰਾਉਂਦੀ ਆ ਤਾਂ ਫਿਰ ਉੱਥੇ ਇਹ ਅੱਖਰਾਂ ਦਾ ਉਚਾਰਨ ਹੁੰਦਾ, ਅਤੇ ਜਦੋਂ ਹਵਾ ਬਾਹਰ ਨਿਕਲਦੀ ਆ ਅਸੀਂ ਉੱਥੇ ਗੱਲ ਕਰਦੇ ਹਾਂ ਅਤੇ ਉੱਥੇ ਜਦੋਂ ਸਾਡੇ ਦੋਵੇਂ ਬੁੱਲਾਂ ਦਾ ਉਚਾਰਨ ਅਸੀਂ ਕਿਸੇ ਸ਼ਬਦ ਦਾ ਦੋਵੇਂ ਬੁੱਲ ਟਕਰਾਉਂਦੇ ਨੇ ਉੱਥੇ ਮਤਲਬ ਜਿਹੜੀ ਹਵਾ ਇੱਥੇ ਤੱਕ ਬਾਹਰ ਆਉਂਦੀ ਆ। ਅਤੇ ਕਈ ਵਾਰ ਇੱਥੇ ਇਹਦੇ ਵਿੱਚ ਇੱਕ ਇਹ ਵੀ ਜਦੋਂ ਜੀਭ ਦੇ ਵਿੱਚ ਕੰਪਨ ਪੈਦਾ ਹੁੰਦੀ ਉਦੋਂ ਕਿਹੜਾ ਉਚਾਰਨ ਆਉਂਦਾ। ਸੋ ਬੱਚੇ ਬੜੇ ਸਿਸਟਮ ਦੇ ਨਾਲ ਜੇ ਅਸੀਂ ਭਾਸ਼ਾ ਵਿਗਿਆਨੀਆਂ ਦੇ ਸੰਦਰਭ ਤੋਂ ਵੇਖੀਏ ਹਵਾ ਕਿੱਥੋਂ ਆਈ, ਕਿੱਥੋਂ ਕਿੱਥੋਂ ਟਕਰਾ ਕੇ ਕਿਹੜੇ ਕਿਹੜੇ ਅੱਖਰ ਉਹਨੇ ਮਤਲਬ ਉਚਾਰਨ ਕਰਵਾਏ, ਜਾਂ ਹਵਾ ਸਾਡੇ ਫੇਫੜਿਆਂ ਤੋਂ ਆ ਕੇ ਜਦੋਂ ਬੁੱਲਾਂ ਰਾਹੀਂ ਬਾਹਰ ਨਿਕਲਦੀ ਉਹ ਕਿਹੜੇ ਕਿਹੜੇ ਸ਼ਬਦਾਂ ਦਾ ਉਚਾਰਨ ਕਰਦੀ ਹੈ, ਕਿੱਥੋਂ ਕਿੱਥੋਂ ਹਵਾ ਟਕਰਾਉਂਦੀ ਆ, ਕਿੱਧਰ ਕਿੱਧਰ ਜਾਂਦੀ ਹੈ, ਕਿਹੜੇ ਕਿਹੜੇ ਅੱਖਰਾਂ ਦਾ ਉਹ ਜਿਹੜਾ ਉਚਾਰਨ ਕਰਵਾਉਂਦੀ ਹੈ। ਇਹ ਸਾਰਾ ਭਾਸ਼ਾ ਵਿਗਿਆਨੀਆਂ ਨੇ ਵੀ ਸਮਝਾਇਆ। ਅਤੇ ਅੱਗੇ ਪੰਜਾਬੀ ਨੂੰ ਜਦੋਂ ਅਸੀਂ ਵਿਸਤਾਰ ਦੇ ਵਿੱਚ ਸਮਝਦੇ ਹਾਂ ਤਾਂ ਤੁਹਾਨੂੰ ਬਹੁਤ ਵਾਰ ਇਹ ਇੱਕ ਨਾ ਇੱਕ ਨੰਬਰ ਦਾ ਸਵਾਲ ਆਉਂਦਾ ਹੀ ਆ ਕਿ ਜੀਭ ਦੇ ਅਤੇ ਜਿਹੜੇ ਮੂੰਹ ਪੋਲ ਦੇ ਵੱਖ-ਵੱਖ ਭਾਗਾਂ 'ਚੋਂ ਇੱਕ ਸਵਾਲ ਪੱਕਾ ਹੀ ਆਉਂਦਾ ਕਿ ਨਾਸਕੀ ਧੁਨੀਆਂ, ਹੁੰਟੀ, ਦੰਤੀ, ਉਲਟ ਜੀਭੀ, ਫੜਕਵੇਂ ਵਿਅੰਜਨ ਕਿਹੜੇ ਹਨ। ਇਹ ਤੁਹਾਨੂੰ ਸਵਾਲ ਆਉਂਦਾ ਹੀ ਆਉਂਦਾ, ਇਹਨੂੰ ਬੜੇ ਢੰਗ ਦੇ ਨਾਲ ਕਰਨਾ। ਫਿਰ ਅਸੀਂ ਦੇਖਦੇ ਹਾਂ ਕਿ ਪਿੱਛੇ ਕੰਠ ਹੈ ਫਿਰ ਤਾਲੂ ਹੈ। ਪਿੱਛੇ ਕੰਠ ਹੈ ਇਹ ਚੇਤੇ ਰੱਖਣਾ, ਸਭ ਤੋਂ ਲਾਸਟ ਪਾਰਟ ਕਿਹੜਾ ਜਿੱਥੇ ਕੰਠ ਗਲਾ ਅਸੀਂ ਕਾਂ ਬੋਲਦੇ ਹਾਂ। ਕੰਠ ਹੈ ਫਿਰ ਤਾਲੂ ਹੈ ਫਿਰ ਜੀਭ ਹੈ ਫਿਰ ਦੰਦ ਅਤੇ ਸਭ ਤੋਂ ਬਾਅਦ ਬੁੱਲ। ਕ੍ਰਮਵਾਰ ਕਵਰਗ, ਚਵਰਗ, ਟਵਰਗ, ਤਵਰਗ, ਪਵਰਗ ਹਨ। ਇਹ ਇੱਥੋਂ ਹੀ ਬੱਚੋ ਇਹਨਾਂ ਚੀਜ਼ਾਂ ਨੂੰ ਜਦੋਂ ਅਸੀਂ ਉਚਾਰਨ ਕਰਾਂਗੇ ਨਾ ਪੰਜਾਬੀ ਵਿਆਕਰਨ ਦਾ ਉਚਾਰਨ ਸੁਰ ਇਹ ਅੱਗੇ ਤੁਹਾਨੂੰ ਆਏਗਾ ਅਗਲਾ ਪਾਰਟ ਜਿੱਥੇ ਵੀ ਇਹਨਾਂ ਦੇ ਅੱਖਰਾਂ ਦੇ ਉਚਾਰਨ ਕਿੱਥੋਂ ਕਿੱਥੋਂ ਹੁੰਦੇ ਨੇ। ਅਤੇ ਨਾਸਕੀ ਧੁਨੀਆਂ ਅਈਆਂ, ਨਈਆਂ, ਨਾਣਾ, ਨੰਨਾ, ਮੰਮਾ, ਹਾਹਾ ਵਰਗ ਦੇ ਅੰਤ ਵਿੱਚ ਹਨ ਜਦੋਂ ਇਹ ਧੁਨੀਆਂ ਦਾ ਉਚਾਰਨ ਕਰਦੇ। ਜਦੋਂ ਅਸੀਂ ਇਹ ਦੇਖਦੇ ਨਾ ਵਿੱਚੋਂ ਕੱਕਾ, ਖੱਖਾ, ਗੱਗਾ, ਘੱਗਾ, ਅਈਆਂ ਇਹ ਸਾਰੇ ਲਾਸਟ ਅੱਖਰਾਂ ਦੇ ਬੋਲੇ। ਨੱਕ ਵਾਲਾ ਵੀ ਜਿਹੜੀ ਹਵਾ ਨੱਕ ਰਾਹੀਂ ਉੱਪਰ ਨੂੰ ਨਿਕਲਦੀ ਆ ਨਾਸਕੀ ਧੁਨੀਆਂ ਇਹ ਕਵਰਗ, ਚਵਰਗ, ਟਵਰਗ ਦੇ ਬਿਲਕੁਲ ਲਾਸਟ ਵਾਲੀ ਲਾਈਨ ਦੇ ਅੱਖਰ ਹਨ। ਬੱਚੇ ਇਹ ਵੀ ਯਾਦ ਰੱਖਣਾ ਨਾਸਕੀ ਧੁਨੀਆਂ ਅੰਤ ਵਿੱਚ ਦਿੱਤੀਆਂ ਗਈਆਂ ਹਨ ਕਵਰਗ ਦੇ। ਜਦੋਂ ਅਸੀਂ ਲਾਈਨ ਦੇ 5 ਅੱਖਰ ਲਿਖਦੇ ਹਾਂ ਜਿਹੜਾ ਪੰਜਵਾਂ ਅੱਖਰ ਆ ਹਰੇਕ ਲਾਈਨ ਦਾ ਕਵਰਗ ਦਾ, ਚਵਰਗ ਦਾ, ਟਵਰਗ ਦਾ, ਪਵਰਗ ਦਾ ਜਿਹੜਾ ਲਾਸਟ ਅੱਖਰ ਆ ਬੱਚਿਓ ਉਸ ਨੂੰ ਨਾਸਕੀ ਧੁਨੀਆਂ ਦੀ ਕੈਟਾਗਰੀ ਦੇ ਵਿੱਚ ਰੱਖਿਆ ਵੀ ਨੱਕ ਰਾਹੀਂ ਜਿਹੜੀ ਹਵਾ ਨਿਕਲਦੀ ਹੈ ਲਾਸਟ ਦੇ ਵਿੱਚ। ਅੱਗੇ ਹੈਗਾ ਨਵੀਨ ਵਰਗ, ਇਹ ਫਾਰਸੀ ਧੁਨੀਆਂ ਵਾਲਾ ਬੱਚਿਓ ਜਿਹੜੇ ਇਹ ਅੱਖਰ ਨੇ ਨਾ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ ਇਹ ਫਾਰਸੀ ਧੁਨੀਆਂ ਦੇ ਨਾਲ ਸੰਬੰਧ ਖਾਂਦੇ ਨੇ। ਮਤਲਬ ਸੰਬੰਧ ਹੀ ਨਹੀਂ ਅਸੀਂ ਕਹਿਣਾ ਕਿ ਫਾਰਸੀ ਧੁਨੀਆਂ ਹਨ। ਤੁਸੀਂ ਚੇਤੇ ਰੱਖਣਾ ਕਿ ਫਾਰਸੀ ਤੋਂ ਲਏ ਗਏ ਸ਼ਬਦ ਨੇ, ਫਾਰਸੀ ਧੁਨੀਆਂ ਹਨ। ਸਭ ਤੋਂ ਅਖੀਰ ਵਿੱਚ ਰੱਖੀਆਂ ਗਈਆਂ ਨੇ ਕਿ ਤੁਹਾਡੇ ਚੇਤੇ ਰਹਿ ਜੇ ਵੀ ਭਾਈ ਆਹ ਜਿਹੜੀਆਂ ਲਾਸਟ ਵਾਲੇ 6 ਅੱਖਰ ਬਚ ਗਏ ਫਾਰਸੀ ਭਾਸ਼ਾ ਨਾਲ ਸੰਬੰਧਿਤ ਨੇ। ਅੱਗੇ ਜੇ ਅਸੀਂ ਗੱਲ ਕਰੀਏ ਕਿ ਗੁਰਮੁਖੀ ਲਿਪੀ ਕੋਲ ਹਰ ਆਵਾਜ਼ ਜਿਵੇਂ ਅਸੀਂ ਕੋਈ ਧੁਨੀ ਕਹਿੰਦੇ ਹਾਂ ਲਈ ਵੱਖਰਾ ਵਰਨ ਮੌਜੂਦ ਹੈ। ਹਰੇਕ ਆਵਾਜ਼ ਲਈ ਇੱਕ ਅਲੱਗ ਤੋਂ ਅੱਖਰ ਹੈ, ਜਦ ਕਿ ਦੂਜੀਆਂ ਕਈ ਭਾਸ਼ਾਵਾਂ ਜਿਵੇਂ ਅੰਗਰੇਜ਼ੀ, ਫਾਰਸੀ ਵਿੱਚ ਇੱਕ ਆਵਾਜ਼ ਲਈ 2 ਚਿੰਨ੍ਹ ਹਨ। ਜਿਵੇਂ ਅਸੀਂ ਦਲੈਂਕੜ ਪਾਉਣਾ ਡਬਲ ਓ ਪਾਤੀ ਆਪਾਂ ਨੇ ਅੱਗੇ, ਜਿਸ ਨਾਲ ਦੁਚਿੱਤੀ ਬਣੀ ਰਹਿੰਦੀ ਹੈ, ਬਣੀ ਰਹਿਣ ਦੀ ਸੰਭਾਵਨਾ ਰਹਿੰਦੀ ਹੈ। ਜਿਵੇਂ ਸੱਸਾ ਧੁਨੀ ਲਈ ਗੁਰਮੁਖੀ ਵਿੱਚ ਕੇਵਲ ਇੱਕ ਹੀ ਵਰਨ ਹੈ ਸੱਸਾ। ਹੁਣ ਅੰਗਰੇਜ਼ੀ ਦੇ ਵਿੱਚ ਬੱਚੋ ਕਦੇ ਐਸ ਵੀ ਪਾ ਲਈ ਜਾਂਦੀ ਹੈ ਕਿਤੇ ਸੀ ਵੀ ਪਾ ਲਈ ਜਾਂਦੀ ਹੈ, 2 ਵਰਨ ਨੇ। ਜਿਵੇਂ ਇਹਦੇ ਵਿੱਚ ਅਸੀਂ ਸਨ ਪਾਇਆ SUN ਸਨ, ਫਿਰ ਅੱਗੇ ਅਸੀਂ ਲਿਖਣਾ ਸੈੱਲ CELL। ਹੁਣ ਉੱਪਰ ਬੱਚੋ ਪਹਿਲਾ ਅੱਖਰ ਅਸੀਂ S ਲਿਆ ਅਤੇ ਇੱਥੇ C ਲਿਆ, ਠੀਕ ਹੈ ਨਾ। ਅੱਗੇ ਅਸੀਂ ਨੇ ਇਹਦੇ ਵਿੱਚ ਲਿਆ ਸਕੂਲ SCHOOL। ਹੁਣ ਜੇ ਅਸੀਂ ਦਲੈਂਕੜ ਦੀ ਗੱਲ ਕਰੀਏ ਇੱਥੇ ਅਸੀਂ OOL ਨੂੰ ਵੀ ਸਮਝਣਾ ਅਤੇ ਇੱਥੇ S ਇਹ ਵੀ ਦੇਖਣੀ ਹੈ ਕਿ S ਭਾਵ ਸੱਸਾ। ਅਤੇ ਅੱਗੇ ਸਰਟੀਫਿਕੇਟ, ਹੁਣ ਸੱਸਾ ਸਰਟੀਫਿਕੇਟ ਉਹਦੇ CERTIFICATE। ਹੁਣ ਇੱਥੇ ਤਾਂ ਅਸੀਂ ਜੇ ਅਸੀਂ ਕਹੀਏ ਕਿ S ਸੱਸਾ ਲਿਆ ਇੱਥੇ SC ਲਿਆ। ਸੋ ਬੱਚੋ ਇੱਦਾਂ ਜਿਹੜੀ ਰੋਮਨ ਲਿਪੀ ਆ ਉਹਦਾ ਕੋਈ ਮੁਕਾਬਲਾ ਨਹੀਂ ਗੁਰਮੁਖੀ ਲਿਪੀ ਨਾਲ। ਸਾਡੇ ਇੱਥੇ ਸੱਸੇ ਲਈ ਕੇਵਲ ਇੱਕੋ ਵਰਨ, ਅਸੀਂ ਉਹਨੂੰ ਸੱਸਾ ਹੀ ਕਹਾਂਗੇ। ਕਹਿੰਦੇ ਕਈ ਵਾਰ ਦੂਜੀਆਂ ਭਾਸ਼ਾਵਾਂ ਜਿਵੇਂ ਅੰਗਰੇਜ਼ੀ ਵਿੱਚ ਇੱਕ ਵਰਨ ਤੋਂ 2 ਧੁਨੀਆਂ ਦਾ ਕੰਮ ਲਿਆ ਜਾਂਦਾ।
ਅੱਖਰ ਇੱਕ ਹੁੰਦਾ, ਉਹਦਾ ਧੁਨੀਆਂ ਉਹ ਤੋਂ ਦੋ ਨਿਕਲਦੀਆਂ ਨੇ। ਜਦ ਕਿ ਗੁਰਮੁਖੀ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਜਿਵੇਂ ਅੰਗਰੇਜ਼ੀ ਸੀ ਵਰਨ ਤੋਂ ਸ ਅਤੇ ਕ ਧੁਨੀ ਦਾ ਕੰਮ ਲਿਆ ਜਾਂਦਾ। ਸੀ ਨੂੰ ਹੀ ਸੱਸੇ ਲਈ ਵੀ ਵਰਤ ਲਿਆ ਜਾਂਦਾ ਅਤੇ ਕੱਕੇ ਲਈ ਵੀ ਵਰਤ ਲਿਆ ਜਾਂਦਾ, ਅਤੇ ਟੀ ਤੋਂ ਟੈਂਕਾ ਅਤੇ ਤੱਤੇ ਦਾ ਕੰਮ ਵੀ ਲੈਂਦੇ ਹਨ। ਜਿਹੜੀ ਟੀ ਆ ਇਹਨੂੰ ਕਿਤੇ ਨਾ ਕਿਤੇ ਤੱਤੇ ਲਈ, ਅਤੇ ਟੀ ਨੂੰ ਇਹ ਅਸੀਂ ਦੇਖਦੇ ਹਾਂ ਕਿ ਟੀ ਤੋਂ ਟੈਂਕੇ ਦਾ ਅਤੇ ਤੱਤੇ ਦਾ ਮਤਲਬ ਟੈਂਕਾ ਅੱਖਰ ਪਾਉਣਾ ਅਤੇ ਤੱਤਾ ਧੁਨੀ ਦਾ ਉਚਾਰਨ ਕਰਨਾ ਤਾਂ ਟੀ ਨੂੰ ਯੂਜ਼ ਕਰਦੇ ਨੇ। ਸੋ ਡਬਲ ਜਿਹੜੇ ਉਹਦੇ ਮੀਨਿੰਗ ਲੈਣ ਲਈ ਇੱਕ ਚੀਜ਼ ਦੇ ਦੋ ਧੁਨੀਆਂ ਉਚਾਰਨ ਕਰ ਲਈਏ, ਦੋ ਦੋ ਅੱਖਰਾਂ ਦੀ ਵਰਤੋਂ ਕਰਦੇ ਨੇ। ਗੁਰਮੁਖੀ ਲਿਪੀ ਦੇ ਵਿੱਚ ਬੱਚਿਓ ਇੱਕ ਧੁਨੀ ਲਈ ਇੱਕ ਹੀ ਸ਼ਬਦ ਆ, ਉੱਥੇ ਸਾਨੂੰ ਦੋ ਅੱਖਰ ਜੋੜ ਕੇ ਨਹੀਂ ਪਾਉਣੇ ਪੈਂਦੇ ਕਿ ਇਹ ਧੁਨੀ ਦਾ ਉਚਾਰਨ ਕਰਨ ਲਈ ਦੋ ਵਰਨ ਜਿਹੜੇ ਜੋੜਨੇ ਪੈਣਗੇ। ਹੁਣ ਕੈਟ ਹੈ, ਕੱਕੇ ਨੂੰ ਲਾਵਾਂ ਟੈਂਕਾ, ਕੈਟ, ਦੋ ਅੱਗੇ CELL ਸੈੱਲ। ਹੁਣ ਕੱਕਾ ਕੈਟ ਲਈ ਇਹਨਾਂ ਨੂੰ ਜਿਹੜਾ ਇਹ ਉਚਾਰਨ ਦੇਖੋ, ਸੈੱਲ ਲਈ CELL, COW, ਕ CITY ਸਿਟੀ। ਸੋ ਹੁਣ ਇੱਥੇ ਤੁਸੀਂ ਇਹ ਚੀਜ਼ ਦਾ ਅੰਦਾਜ਼ਾ ਲਾਉਣਾ ਕਿ ਇਹਨਾਂ ਨੂੰ ਇੱਕ ਉਚਾਰਨ ਲਈ ਦੋ ਦੋ ਵਰਨ ਜਿਹੜੇ ਉਹ ਇੱਕ ਧੁਨੀ ਦੇ ਉਚਾਰਨ ਲਈ ਦੋ ਦੋ ਅੱਖਰਾਂ ਦੀ ਵਰਤੋਂ ਕਰਨੀ ਪੈ ਰਹੀ ਹੈ। ਪਰ ਪੰਜਾਬੀ ਭਾਸ਼ਾ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਵੀ ਕਿਤੇ ਸਾਨੂੰ ਇੱਕ ਧੁਨੀ ਦੇ ਉਚਾਰਨ ਲਈ ਦੋ ਅੱਖਰ ਪਾਉਣੇ ਪੈਣ। ਇਹ ਵੀ ਪੰਜਾਬੀ ਗੁਰਮੁਖੀ ਭਾਸ਼ਾ ਦੀ ਬੜੀ ਵੱਡੀ ਇੱਕ ਅਸੀਂ ਕਹਾਂਗੇ ਬੁਲੰਦੀ ਆ, ਇੱਕ ਪ੍ਰਾਪਤੀ ਹੈ। ਗੁਰਮੁਖੀ ਵਿੱਚ ਮਹਾਂਪ੍ਰਾਣ ਧੁਨੀਆਂ ਨੂੰ ਲਿਖਣ ਲਈ ਕੇਵਲ ਇੱਕ ਵੱਖਰਾ ਵਰਨ ਮੌਜੂਦ ਹੈ, ਇੱਕ ਅੱਖਰ ਹੀ ਆ ਜਿਹਦੇ ਵਿੱਚ ਅਸੀਂ ਮਹਾਂਪ੍ਰਾਣ ਧੁਨੀਆਂ ਦਾ ਉਚਾਰਨ ਜਦੋਂ ਕਰਦੇ ਹਾਂ। ਅੰਗਰੇਜ਼ੀ ਵਿੱਚ ਦੋ ਵਰਨਾਂ ਨੂੰ ਜੋੜ ਕੇ ਇਸ ਦੀ ਲੋੜ ਪੂਰੀ ਕੀਤੀ ਜਾਂਦੀ ਹੈ। ਜਿਵੇਂ ਅਸੀਂ ਘੱਗਾ ਲਿਖਦੇ ਹਾਂ, ਇਹ ਜੇ ਬੱਚਿਓ ਘੱਗਾ ਤਾਂ ਅਸੀਂ ਇੱਕ ਵਰਨ ਲਿਖਿਆ, ਮਹਾਂਪ੍ਰਾਣ ਧੁਨੀ ਦੇ ਵਿੱਚ ਘੱਗਾ ਲਿਆ, ਭੱਬਾ ਲਿਆ। ਹੁਣ ਜੇ ਇਹੀ ਘੱਗਾ ਜਿਹੜੀ ਧੁਨੀ ਆ ਮਹਾਂਪ੍ਰਾਣ ਧੁਨੀ ਇੰਗਲਿਸ਼ ਵਾਲਿਆਂ ਨੇ ਲਿਖਣੀ ਹੋਵੇ, ਰੋਮਨ ਲਿਪੀ ਵਾਲਿਆਂ ਨੇ, ਉਹ GH ਪਾਉਣਗੇ ਤਾਂ ਘੱਗਾ ਉਹਦਾ ਉਚਾਰਨ ਕਰਨਗੇ। ਜੇ ਅਸੀਂ ਭੱਬਾ ਲਿਖਣਾ ਅਤੇ ਜੇ ਰੋਮਨ ਲਿਪੀ ਦੇ ਵਿੱਚ ਭੱਬਾ ਲਿਖਣਗੇ ਬੱਚਿਓ ਤਾਂ ਉਹਨਾਂ ਨੂੰ ਦੋ ਵਰਨ ਯੂਜ਼ ਕਰਨੇ ਪੈਣਗੇ ਇਸ ਮਹਾਂਪ੍ਰਾਣ ਧੁਨੀ ਲਈ, BH। ਸੋ ਸਾਡੇ ਘੱਗਾ ਹੀ ਆ, ਇਹਨਾਂ ਦੇ GH ਘੱਗਾ ਬਣੂਗਾ, ਅਤੇ ਸਾਡੇ ਭੱਬਾ ਹੀ ਆ ਇੱਕ ਧੁਨੀ ਮਤਲਬ ਇੱਕ ਵਰਨ। ਇਹ ਜਦੋਂ ਇਹਦੇ ਲਈ ਇਹਨਾਂ ਨੇ ਇਹ ਮੰਨ ਲਓ ਕਿ ਮਹਾਂਪ੍ਰਾਣ ਧੁਨੀ ਲਿਖਣੀ ਹੈ ਤਾਂ ਉਹ BH ਲਿਖਣਗੇ, ਭਾਵ ਦੋ ਵਰਨ ਲੈਣਗੇ। ਸੋ ਇੱਥੇ ਵੀ ਪੰਜਾਬੀ ਗੁਰਮੁਖੀ ਲਿਪੀ ਦੀ ਮਹਾਨਤਾ ਕਿ ਇੱਕ ਅੱਖਰ ਦੀ ਲੋੜ ਜਿਹੜੀ ਸਾਡੀ ਇੱਕ ਧੁਨੀ ਲਈ ਪੈਂਦੀ ਹੈ, ਅਤੇ ਇੱਥੇ ਦੋ ਜਿਹੜੇ ਵਰਨ ਉਹਨਾਂ ਨੂੰ ਇੰਗਲਿਸ਼ ਦੇ ਵਾਲਿਆਂ ਨੂੰ ਲੈਣੇ ਪੈਂਦੇ ਨੇ। ਕਹਿੰਦੇ ਕਈ ਵਾਰ ਅੰਗਰੇਜ਼ੀ ਦੇ ਸ਼ਬਦ ਵਿੱਚ ਬਹੁਤ ਸਾਰੇ ਵਰਨ ਆਵਾਜ਼ ਰਹਿਤ ਹੁੰਦੇ ਨੇ, ਉਹਨਾਂ ਦੀ ਆਵਾਜ਼ ਨਹੀਂ ਹੁੰਦੀ, ਸਾਈਲੈਂਟ ਵਰਡ ਬੋਲਦੇ ਆ ਉਹਨਾਂ ਨੂੰ। ਉਹ ਮੂਹਰੇ ਪਿਆ ਹੋਊਗਾ ਪਰ ਉਹ ਅੱਖਰ ਪਿਆ ਹੋਊ, ਉਹਨੂੰ ਸਾਈਲੈਂਟ ਰੱਖਦੇ ਆ ਅਤੇ ਅਗਲਾ ਅੱਖਰ ਦਾ ਮੀਨਿੰਗ ਹੁੰਦਾ, ਜਿਵੇਂ ਜਿਸ ਵਿੱਚ ਭਾਵ ਸ਼ਬਦਾਂ ਵਿੱਚ ਵਾਧੂ ਹੁੰਦੇ ਹਨ ਜਾਂ ਉਦਾਹਰਨ ਨਹੀਂ ਹੁੰਦੀ, ਜਦ ਕਿ ਪੰਜਾਬੀ ਵਿੱਚ ਅਜਿਹਾ ਨਹੀਂ ਹੁੰਦਾ। ਪੰਜਾਬੀ ਦੇ ਵਿੱਚ ਜੋ ਅੱਖਰ ਅੱਗੇ ਆ ਗਿਆ ਉਹਦਾ ਅਰਥ ਹੋਊਗਾ ਹੀ ਹੋਊਗਾ, ਕੋਈ ਸ਼ਬਦ ਵਾਧੂ ਨਹੀਂ ਪੈਂਦਾ। ਹੁਣ KNIFE ਆ, ਹੁਣ ਇਹਨੂੰ ਅਸੀਂ ਕੀ ਪੜ੍ਹਾਂਗੇ, ਕੇ ਇੱਥੇ ਸਾਈਲੈਂਟ ਹੋ ਜੂ, ਨਾਈਫ ਜਿਹਨੂੰ ਅਸੀਂ ਚਾਕੂ ਬੋਲਦੇ ਹਾਂ, ਹੁਣ ਕੇ ਇੱਥੇ ਸਾਈਲੈਂਟ ਹੋ ਗਿਆ। ਪੰਜਾਬੀ ਵਿੱਚ ਕੋਈ ਵੀ ਅਜਿਹਾ ਅੱਖਰ ਜਾਂ ਵਰਨ ਨਹੀਂ ਹੈ ਜਿਹੜਾ ਵੀ ਕਿਸੇ ਵੀ ਸੈਂਟੈਂਸ ਦੇ ਕਿਸੇ ਵੀ ਸ਼ਬਦ ਦੇ ਅੱਗੇ ਲੱਗਿਆ ਹੋਊ ਪਰ ਉਹਦੀ ਆਵਾਜ਼ ਨੂੰ ਅਸੀਂ ਸਾਈਲੈਂਟ ਰੱਖਾਂਗੇ। ਸੋ ਪੰਜਾਬੀ ਧੁਨੀਆਂ ਬੱਚਿਓ ਇਹ 'ਚ ਸੁਰ ਹੁੰਦੀ ਹੈ, ਜਿਹੜਾ ਵੀ ਅੱਖਰ ਲੱਗ ਗਿਆ ਉਹਦਾ ਕੋਈ ਨਾ ਕੋਈ ਮੀਨਿੰਗ ਜ਼ਰੂਰ ਨਿਕਲੂਗਾ। ਸੋ ਜੇ ਇੱਥੇ ਅਸੀਂ ਐਗਜ਼ਾਮਪਲ ਲੈ ਰਹੇ ਹਾਂ ਕਿ ਰੋਮਨ ਲਿਪੀ ਤੋਂ ਗੁਰਮੁਖੀ ਲਿਪੀ ਕਿਵੇਂ ਮਹੱਤਵਪੂਰਨ ਹੈ, ਸੋ ਇਹਨਾਂ ਨੂੰ ਇਸ ਸੰਦਰਭ 'ਚ ਬੱਚੋ ਤੁਸੀਂ ਸਮਝਣਾ। ਇਹਦੇ ਵਿੱਚ ਇਹ ਨਹੀਂ ਕਿ ਤੁਹਾਨੂੰ ਇਹਦੇ ਵਿੱਚੋਂ ਹੀ ਸਵਾਲ ਬਣ ਕੇ ਆਊਗਾ, ਇਹਨੂੰ ਸਿਰਫ ਅੰਡਰਸਟੈਂਡ ਕਰਨਾ ਕਿ ਗੁਰਮੁਖੀ ਲਿਪੀ ਕਿਵੇਂ ਭਿੰਨ ਹੈ। ਗੁਰਮੁਖੀ ਲਿਪੀ ਵਿੱਚ ਸਵਰਾਂ ਨਾਲ ਲੱਗਣ ਵਾਲੀਆਂ ਲਗਾਂ ਨਿਸ਼ਚਿਤ ਹਨ। ਕਿਹੜੇ ਕਿਹੜੇ ਸਵਰ ਨੂੰ ਕਿਹੜੀ ਕਿਹੜੀ ਸੁਰ ਲੱਗਣੀ ਹੈ ਤੈਅ ਕੀਤਾ ਗਿਆ ਬੱਚਿਓ। ਵਰਨਮਾਲਾ ਦੇ ਜਿਹੜੇ ਨਿਯਮ ਨੇ, ਪ੍ਰਿੰਸੀਪਲ ਜਿਹੜੇ ਸਿਧਾਂਤ ਨੇ, ਜਦੋਂ ਅਸੀਂ ਲਗਾਂ ਪੜ੍ਹਦੇ ਹਾਂ। ਅੱਗੇ ਇਸ ਲਿਪੀ ਵਿੱਚ ਸ਼ਬਦ ਜੋੜ ਰਚਨਾ, ਵਾਕ ਬਣਤਰ ਆਦਿ ਦੇ ਵਿਸ਼ੇਸ਼ ਨਿਯਮ ਨੇ। ਇਹਦੇ ਵਿੱਚ ਜਦੋਂ ਵੀ ਅਸੀਂ ਸ਼ਬਦ ਬਣਾਉਣੇ ਨੇ, ਵਾਕ ਬਣਾਉਣੇ ਨੇ, ਉਹਨਾਂ ਦੀ ਨਿਯਮਾਵਲੀ ਹੈ ਜਿਹੜੀ ਅਸੀਂ ਫੋਲੋ ਕਰਦੇ ਹਾਂ, ਉਹਦੇ ਆਧਾਰ ਦੇ ਉੱਪਰ ਇਹ ਪੰਜਾਬੀ ਜਿਹੜੀ ਗੁਰਮੁਖੀ ਲਿਪੀ ਆ ਬੜੀ ਅਮੀਰ ਆ। ਉਹਦੇ ਲਈ ਨਿਯਮ ਬਣਾਏ ਗਏ ਨੇ, ਜਿਵੇਂ ਅਸੀਂ ਉੱਪਰ ਪਹਿਲਾਂ ਗੱਲ ਕਰਕੇ ਵੀ ਉੱਤਮ ਪੁਰਖ, ਮੱਧਮ ਪੁਰਖ, ਅੰਨ੍ਯ ਪੁਰਖ, ਇਹ ਨਿਯਮ ਨੇ। ਕਰਤਾ, ਕਰਮ, ਕਿਰਿਆ, ਇਹਦੇ ਨਿਯਮ ਨੇ ਇਹ। ਸੋ ਇਹ ਪਹਿਲੇ ਹੀ ਤੈਅ ਨੇ। ਇਸ ਵਿੱਚ ਵਰਨਾਂ ਦੀ ਬਣਤਰ ਇਕਸਾਰ ਹੈ, ਕੋਈ ਵੱਡਾ ਛੋਟਾ ਨਹੀਂ। ਜਿਵੇਂ ਅਸੀਂ ਇੰਗਲਿਸ਼ ਦੇ ਵਿੱਚ ਕਹਿੰਦੇ ਹਾਂ ਕਿ ਵੱਡੀ ABC, ਛੋਟੀ ABC, ਅਤੇ ਕਦੇ ਐਂ ਦੇਖਿਆ ਵੱਡਾ ਊੜਾ ਛੋਟਾ ਊੜਾ, ਨੋ। ਇਹਦੇ ਵਿੱਚ ਇੱਕ ਹੀ ਵਰਨ ਰੱਖਿਆ, ਉਹੀ ਵੱਡਾ ਹੈ ਉਹੀ ਛੋਟਾ। ਇਹ ਆਮ ਭਾਸ਼ਾ ਦੇ ਵਿੱਚ ਜਿਵੇਂ ਅਸੀਂ ਰੋਮਨ ਲਿਪੀ ਦੀ ਗੱਲ ਕਰੀਏ, ਹੁਣ ਬਹੁਤੇ ਬੱਚੇ ਆਈਲੈਟਸ ਕਰਕੇ ਬੜੀ
ਚਰਚਾ ਦੇ ਵਿੱਚ ਨੇ ਕਿ ਜੀ ਇੰਗਲਿਸ਼ ਪਤਾ ਨਹੀਂ ਕਿੱਡੀ ਕੁ ਅਮੀਰ ਜਿਹੜੀ ਭਾਸ਼ਾ ਹੈ, ਜਾਂ ਜਿਹੜੀ ਇਹ ਰੋਮਨ ਲਿਪੀ ਆ ਕਿੱਡੀ ਕੁ ਅਮੀਰ ਲਿਪੀ ਆ। ਇਹ ਪੰਜਾਬੀ ਨਾਲ ਜੇ ਅਸੀਂ ਗੱਲ ਕਰੀਏ ਬੱਚਿਓ, ਦੁਨੀਆ ਦੀ ਕੋਈ ਵੀ ਭਾਸ਼ਾ, ਕੋਈ ਵੀ ਲਿਪੀ ਆ, ਪੰਜਾਬੀ ਗੁਰਮੁਖੀ ਲਿਪੀ ਦੇ ਸੰਦਰਭ ਦੇ ਵਿੱਚ ਬਹੁਤ ਬੌਣੀ ਲੱਗਦੀ ਹੈ, ਬਹੁਤ ਛੋਟੀ ਲੱਗਦੀ ਹੈ, ਇੰਨੀ ਅਮੀਰ ਨਹੀਂ ਜਿੰਨੀ ਅਮੀਰ ਸਾਡੀ ਗੁਰਮੁਖੀ ਲਿਪੀ ਆ। ਸੋ ਜਿਹੜਾ ਬੱਚਾ ਗੁਰਮੁਖੀ ਲਿਪੀ ਨੂੰ ਧਿਆਨ ਦੇ ਨਾਲ ਸਮਝ ਲੈਂਦਾ, ਇਹਦੇ ਨਿਯਮਾਂ ਨੂੰ ਫੋਲੋ ਕਰ ਲੈਂਦਾ, ਉਹਦੇ ਲਈ ਦੁਨੀਆ ਦੀਆਂ ਭਾਸ਼ਾਵਾਂ, ਦੁਨੀਆ ਦੀਆਂ ਹੋਰ ਲਿਪੀਆਂ ਜਾਣਨੀਆਂ ਬੜੀਆਂ ਸੌਖੀਆਂ ਨੇ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਗੁਰਮੁਖੀ ਲਿਪੀ ਅਤੇ ਇਹਦੇ ਜਿਹੜੇ ਨਿਯਮ ਨੇ ਉਹਨਾਂ ਨੂੰ ਜਾਣਨਾ ਚਾਹੀਦਾ ਬੱਚਿਓ। ਫਿਰ ਤੁਸੀਂ ਹੋਰ ਜਿਹੜੀ ਲਿਪੀ ਆ, ਹੋਰ ਜਿਹੜੀ ਭਾਸ਼ਾ ਬਹੁਤ ਸਰਲ ਢੰਗ ਨਾਲ ਸਿੱਖ ਸਕਦੇ ਹੋ। ਜੇ ਅਸੀਂ ਕਹਿ ਦਈਏ ਕਿ ਜਦੋਂ ਤੁਸੀਂ ਇੰਗਲਿਸ਼ ਦੀ ਕਲਾਸ ਲਾ ਰਹੇ ਹੋ, ਸਾਹਮਣੇ ਜੋ ਟੀਚਰ ਤੁਹਾਨੂੰ ਬੋਲ ਰਹੇ ਨੇ ਨਾ, ਤੁਹਾਡਾ ਜਿਹੜਾ ਟਰਾਂਸਲੇਟਰ ਆ ਪੰਜਾਬੀ ਵਾਲਾ, ਉਹ ਪਹਿਲਾਂ ਉਹਨੂੰ ਅੰਡਰਸਟੈਂਡ ਕਰਦਾ ਕਿ ਇੰਗਲਿਸ਼ ਦੇ ਵਿੱਚ ਟੀਚਰ ਨੇ ਕੀ ਬੋਲਿਆ, ਫਿਰ ਤੁਸੀਂ ਉਹਨੂੰ ਪੰਜਾਬੀ 'ਚ ਕਨਵਰਟ ਕਰਕੇ ਉਹਦੀ ਇੰਗਲਿਸ਼ ਸਮਝ ਪਾ ਸਕਦੇ ਹੋ। ਪਹਿਲਾਂ ਤੁਹਾਨੂੰ ਆਪਣੀ ਮਾਤ ਭਾਸ਼ਾ ਚੰਗੀ ਤਰ੍ਹਾਂ ਆਉਣੀ ਚਾਹੀਦੀ ਆ, ਫਿਰ ਤੁਸੀਂ ਕੋਈ ਹੋਰ ਜਿਹੜੀ ਭਾਸ਼ਾ ਉਹ ਚੰਗੀ ਤਰ੍ਹਾਂ ਸਿੱਖ ਸਕਦੇ ਹੋ। ਸੋ ਅਸੀਂ ਅੱਗੇ ਗੱਲ ਕਰਦੇ ਹਾਂ ਬੱਚੋ, ਇਸ ਦੇ ਕਈ ਵਰਨਾਂ ਦੀ ਸ਼ਕਲ ਆਪਸ ਵਿੱਚ ਮੇਲ ਖਾਂਦੀ ਹੈ, ਇਸ ਲਈ ਇਹਨਾਂ ਨੂੰ ਸਿੱਖਣਾ ਆਸਾਨ ਹੈ। ਜਿਵੇਂ ਬੱਚੋ ਤੁਸੀਂ ਹਾਹਾ ਜੇ ਵਰਨ ਪਾਉਣਾ ਆਉਂਦਾ ਤਾਂ ਰਾਰਾ ਬੜਾ ਸੌਖਾ ਪਾ ਲਓਗੇ, ਗੱਗਾ, ਸੱਸਾ। ਇਸੇ ਤਰ੍ਹਾਂ ਜੇ ਤੁਹਾਨੂੰ ਟੈਂਕਾ ਪਾਉਣਾ ਆਉਂਦਾ ਤਾਂ ਫੱਫਾ, ਈੜੀ, ਦੱਦਾ, ਢੱਡਾ, ਚੱਚਾ ਅੱਖਰ ਬੜੀ ਛੇਤੀ ਪਾਉਣਾ ਸਿੱਖ ਲਓਗੇ। ਜੇ ਤੁਹਾਨੂੰ ਪੱਪਾ ਅੱਖਰ ਪਾਉਣਾ ਆਉਂਦਾ ਤਾਂ ਤੁਸੀਂ ਖੱਖਾ, ਧੱਦਾ ਅਤੇ ਥੱਥਾ ਅੱਖਰ ਬੜੀ ਛੇਤੀ ਪਾਉਣਾ ਸਿੱਖ ਲਓਗੇ। ਅਤੇ ਜੇ ਤੁਹਾਨੂੰ ਵਾਵਾ ਨਈਆਂ ਅੱਖਰ ਪਾਉਣਾ ਆਉਂਦਾ, ਵਾਵਾ ਪਾਉਣਾ ਆਉਂਦਾ ਤਾਂ ਇਆਂ ਨਈਆਂ ਜਿਹੜੇ ਅੱਖਰ ਨੇ ਉਹ ਤੁਸੀਂ ਬੜੀ ਜਲਦੀ ਪਾਉਣੇ ਸਿੱਖ ਲਓਗੇ। ਜੇ ਤੁਹਾਨੂੰ ਨੰਨਾ ਅੱਖਰ ਪਾਉਣਾ ਆਉਂਦਾ ਤਾਂ ਠੱਠਾ ਅਤੇ ਲੱਲਾ ਅੱਖਰ ਬੜੀ ਛੇਤੀ ਤੁਸੀਂ ਸ਼ੇਪ ਉਹਦੀ ਸਿੱਖ ਲਓਗੇ। ਜੇ ਤੁਹਾਨੂੰ ਤੱਤਾ ਅੱਖਰ ਪਾਉਣਾ ਆਉਂਦਾ ਤਾਂ ਡੱਡਾ ਅਤੇ ਡਾੜਾ ਅੱਖਰ ਬੜੀ ਛੇਤੀ ਸਿੱਖ ਲਓਗੇ। ਸੋ ਬੱਚੋ 35 ਅੱਖਰੀ ਜਿਹੜੇ ਦੂਏ ਮਤਲਬ ਹੋਰ ਸਟੇਟ ਦੇ ਬੱਚੇ ਨੇ ਜਦੋਂ ਸਿੱਖਦੇ ਨੇ, ਜਿਹਨੂੰ ਰਾਰਾ ਪਾਉਣਾ ਆ ਗਿਆ ਤਾਂ ਬੱਚੇ ਉਹਨੇ ਹਾਹਾ, ਗੱਗਾ, ਸੱਸਾ ਸਮਝ ਲਓ ਸਿੱਖ ਲਿਆ। ਜੇ ਉਹਨੂੰ ਟੈਂਕਾ ਪਾਉਣਾ ਆ ਗਿਆ ਅੱਖਰ, ਫੱਫਾ, ਈੜੀ, ਦੱਦਾ, ਢੱਡਾ, ਚੱਚਾ ਸਮਝ ਲਓ ਬਹੁਤ ਈਜ਼ੀਲੀ ਸਿੱਖ ਜੂ। ਭਾਵ ਗੁਰਮੁਖੀ ਜਿਹੜੀ ਲਿਪੀ ਆ, ਜਿਹੜੇ ਦੇ ਵਰਨ ਨੇ, ਅੱਖਰ ਨੇ, ਉਹਨਾਂ ਦੀ ਸ਼ੇਪ ਵੀ ਬਹੁਤ ਮਾਇਨੇ ਰੱਖਦੀ ਆ। ਤੁਸੀਂ ਇੱਕ ਅੱਖਰ ਪਾਉਣਾ ਸਿੱਖ ਲਓ ਪਹਿਲਾਂ, ਉਹਦੇ ਨਾਲ ਸੰਬੰਧਿਤ ਦੂਜੇ ਅੱਖਰ ਬੜੀ ਜਲਦੀ ਤੁਸੀਂ ਜਿਹੜੇ ਪਾਉਣੇ ਸਿੱਖ ਸਕਦੇ ਹੋ। ਇਹ ਸਾਡੀ ਗੁਰਮੁਖੀ ਭਾਸ਼ਾ, ਜਿਹੜੀ ਗੁਰਮੁਖੀ ਲਿਪੀ ਆ ਬੱਚੇ, ਉਹਦੀ ਵਿਸ਼ੇਸ਼ਤਾ। ਗੁਰਮੁਖੀ ਲਿਪੀ ਦੀ ਵਿਸ਼ੇਸ਼ਤਾ ਦੇ ਵਿੱਚ ਅਸੀਂ ਕਿੰਨੇ ਵੀ ਸ਼ਬਦ ਬੋਲਦੀ ਉਹ ਬੜੇ ਘੱਟ ਪੈਂਦੇ ਹਨ। ਸੋ ਆਓ ਹੁਣ ਜਿਹੜਾ ਆਪਾਂ ਉੱਪਰ ਤੁਹਾਡੇ ਨਾਲ ਇਹ ਟੌਪਿਕ ਪੜ੍ਹਿਆ ਜਾਂ ਟੌਪਿਕ ਸਾਂਝਾ ਕੀਤਾ, ਇਹਦੇ ਨਾਲ ਸੰਬੰਧਿਤ ਕੁਝ MCQs ਅਸੀਂ ਬਣਾਏ ਨੇ। ਆਓ ਤੁਸੀਂ ਆਪਣੀ ਪੜਚੋਲ ਕਰੋ ਕਿ ਅਸੀਂ ਜਿਹੜਾ ਉੱਪਰ ਕਲਾਸ ਦੇ ਵਿੱਚ ਸਮਝਿਆ, ਇਹਦੇ ਵਿੱਚ ਤੁਹਾਨੂੰ ਸਮਝ ਕਿੰਨਾ ਕੁ ਆਇਆ। ਪਹਿਲਾ ਸਵਾਲ ਲੈਂਦੇ ਹਾਂ ਕਿ ਪੰਜਾਬੀ ਭਾਸ਼ਾ ਲਿਖਣ ਲਈ ਕਿਹੜੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਬੜਾ ਈਜ਼ੀ ਹੈ, ਤੁਸੀਂ ਹੁਣੀ ਇਹਨੂੰ ਸਮਝ ਕੇ ਆਏ ਹੋ। ਇਹਦੇ ਵਿੱਚ ਬੱਚੋ ਇੱਥੇ ਗਲਤ ਪਿਆ ਹੋਇਆ ਗੁਰਮੁਖ, ਇਹਨੂੰ ਅਸੀਂ ਲਿਖਾਂਗੇ ਜਿਹੜੀ ਗੁਰਮੁਖੀ ਜਿਹੜੀ ਲਿਪੀ ਆ ਉਹ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਸਾਇੰਟੀਫਿਕ ਲਿਪੀ ਆ, ਗੁਰੂਆਂ ਨੇ ਜਿਹੜੀ ਦਿੱਤੀ ਆ। ਸੋ ਇਹਦਾ ਉੱਤਰ ਹੋਏਗਾ ਐੜਾ, ਗੁਰਮੁਖੀ ਲਿਪੀ। ਗੁਰਮੁਖੀ ਲਿਪੀ ਆ ਜਿਹੜੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵਰਤੀ ਜਾਂਦੀ ਹੈ। ਅਗਲਾ ਅਸੀਂ ਸਵਾਲ ਲੈਂਦੇ ਹਾਂ ਕਿ ਗੁਰਮੁਖੀ ਲਿਪੀ ਦੇ ਵਿੱਚ ਕਿੰਨੇ ਵਰਨ ਹਨ। ਤੁਸੀਂ ਪਹਿਲਾਂ ਵੀ ਇਸ ਨੂੰ ਉੱਪਰ ਸਮਝ ਹੀ ਚੁੱਕੇ ਹੋ ਸਾਰੇ ਬੱਚੇ ਕਿ ਗੁਰਮੁਖੀ ਲਿਪੀ ਦੇ ਵਿੱਚ ਜਿਹੜੇ ਵਰਨ ਹਨ, ਵਰਨ ਤੋਂ ਭਾਵ ਬੱਚਿਓ ਹੈ ਅੱਖਰ। ਗੁਰਮੁਖੀ ਲਿਪੀ ਦੇ ਵਿੱਚ ਕਿੰਨੇ ਅੱਖਰ ਹਨ, ਇਹਦੇ ਵਿੱਚ ਤੁਸੀਂ ਗਿਣਤੀ ਵੀ ਤੁਹਾਡੇ ਨਾਲ ਅਸੀਂ ਸ਼ੇਅਰ ਕੀਤੀ ਹੈ। ਦੇਖੋ ਹੁਣ ਤੁਸੀਂ ਆਪਣਾ ਉੱਤਰ ਦੇ ਪਾਉਂਦੇ ਹੋ। ਸੋ ਜਿਹੜੇ 35 ਬੱਚਿਓ ਅੱਖਰ ਨੇ। ਵੈਸੇ ਜੇ ਅਸੀਂ ਅੱਜ ਦੇ ਸੰਦਰਭ ਦੇ ਵਿੱਚ ਤੁਹਾਨੂੰ ਪੁੱਛ ਲਵੇ ਵੀ ਜਿਹੜੀ ਨਵੀਨ ਲਿਪੀ ਆ, ਜਿਵੇਂ ਅਸੀਂ ਕਹਿੰਦੇ ਆਧੁਨਿਕ ਲਿਪੀ ਆ, ਉਹਦੇ ਵਿੱਚ 41 ਨੇ ਟੋਟਲ ਜਿਹੜੀ ਗਿਣਤੀ ਆ ਉਹ ਇਹ ਬਣਦੀ ਆ। ਸੋ ਤੁਸੀਂ ਇਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖ ਕੇ ਇਹਨੂੰ ਸਮਝਣਾ। ਅਤੇ ਆਓ ਆਪਾਂ ਜਿਹੜਾ ਰੁਖ ਕਰਦੇ ਹਾਂ ਅਗਲੇ ਸਵਾਲ ਵੱਲ। ਸੋ ਅਗਲਾ ਸਵਾਲ ਹੈ ਕਿ ਗੁਰਮੁਖੀ ਵਰਨਮਾਲਾ ਦੇ ਮੂਲ ਸਵਰ ਦੱਸੋ। ਮੂਲ ਸਵਰ ਬੱਚੋ ਉਹ ਹੁੰਦੇ ਨੇ ਜਿਹੜੇ ਨਾਲ ਜਿਹੜੀ ਸਾਡੀ ਲਿਪੀ ਆ ਉਹਦੀ ਸ਼ੁਰੂਆਤ ਹੁੰਦੀ ਆ। ਹੁਣ ਇਹਦੇ ਵਿੱਚ ਅਸੀਂ ਲਿਖੇ ਹੋਏ ਅੱਖਰ ਨੇ ਊੜਾ, ਐੜਾ, ਹਾਹਾ, ਅਤੇ ਤੁਸੀਂ ਕੋਈ ਕਨਫਿਊਜ਼ ਨਹੀਂ ਹੋਣਾ। ਅਤੇ ਜਿਹੜਾ ਈੜੀ ਇਹਦਾ ਰਾਈਟ ਆਨਸਰ ਹੋਊਗਾ। ਮੂਲ ਸਵਰ ਨੇ ਜਿਹੜੇ ਉਹ ਊੜਾ, ਐੜਾ ਅਤੇ ਈੜੀ ਹਨ। ਅਗਲਾ ਸਵਾਲ ਲੈਂਦੇ ਹਾਂ ਕਿ ਵਰਨ ਦਾ ਅਰਥ ਹੈ। ਹੁਣੀ ਅਸੀਂ ਬੜਾ ਡਿਟੇਲ ਦੇ ਵਿੱਚ ਪੜ੍ਹ ਕੇ ਆਏ ਹਾਂ ਬੱਚਿਓ। ਇਹਦੇ ਅਸੀਂ ਕਹਾਂਗੇ ਵਰਨ ਦਾ ਅਰਥ ਕੀ ਹੁੰਦਾ। ਇਹਦੇ ਨਾਲ ਇੱਕ ਆਪਸ਼ਨ ਦੇ ਵਿੱਚ ਆ ਰਹਿ ਗਿਆ ਸੀ, ਇਹਨੂੰ ਵੀ ਤੁਸੀਂ ਦੇਖ ਲੈਣਾ ਕਿ ਆਪਸ਼ਨ ਦੇ ਵਿੱਚ ਅਸੀਂ ਕੀ ਚੀਜ਼ ਪਾਈ ਆ। ਇਹਦਾ ਮਤਲਬ ਕੀ ਹੁੰਦਾ ਵਰਨ ਦਾ ਮਤਲਬ। ਇਹਦਾ ਮਤਲਬ ਹੈ ਬੱਚਿਓ ਅੱਖਰ ਜਾਂ ਚਿੰਨ੍ਹ। ਸਵਰ ਅਤੇ ਵਿਅੰਜਨ, ਅੱਖਰ ਜਾਂ ਲਗਾ, ਇਹ ਤੁਹਾਨੂੰ ਕਨਫਿਊਜ਼ ਕਰ ਸਕਦੇ ਨੇ। ਅੱਖਰ ਜਾਂ ਚਿੰਨ੍ਹ ਹੁੰਦੇ ਹਨ ਬੱਚਿਓ।
ਅਗਲਾ ਹੈ ਧੁਨੀਆਂ ਨੂੰ ਅੰਕਿਤ ਕਰਨ ਵਾਲੇ ਚਿੰਨ੍ਹ ਕੀ ਅਖਵਾਉਂਦੇ ਹਨ। ਜਿਹੜੇ ਧੁਨੀਆਂ ਨੂੰ ਅੰਕਿਤ ਕਰਦੇ ਹਨ ਉਹ ਚਿੰਨ੍ਹ ਕੀ ਅਖਵਾਉਂਦੇ ਹਨ, ਉਹਨੂੰ ਅਸੀਂ ਕੀ ਕਹਾਂਗੇ। ਸੋ ਬੱਚਿਓ ਉਹਦਾ ਉੱਤਰ ਰਾਈਟ ਹੋਏਗਾ ਵਰਨ ਜਾਂ ਅੱਖਰ। ਜਿਹੜੇ ਧੁਨੀਆਂ ਨੂੰ ਅੰਕਿਤ ਕਰਦੇ ਨੇ ਉਹਨਾਂ ਨੂੰ ਵਰਨ ਕਹਿੰਦੇ ਹਾਂ ਜਾਂ ਅਸੀਂ ਕਹਿੰਦੇ ਹਾਂ ਅੱਖਰ। ਸੋ ਅਗਲਾ ਜਿਹੜਾ ਸਵਾਲ ਲੈਂਦੇ ਹਾਂ ਬੱਚਿਓ ਉਹ ਹੈ ਵਰਨਾਂ ਨੂੰ ਚਿੰਨ੍ਹਾਂ ਵਿੱਚ ਅੰਕਿਤ ਕਰਨ ਦੇ ਵਿਸ਼ੇਸ਼ ਢੰਗ ਨੂੰ ਕੀ ਕਿਹਾ ਜਾਂਦਾ ਹੈ। ਜਦੋਂ ਅਸੀਂ ਵਰਨਾਂ ਨੂੰ ਚਿੰਨ੍ਹਾਂ 'ਚ ਕਨਵਰਟ ਕਰ ਦਿੰਦੇ ਬੱਚਿਓ, ਵਰਨ ਜਦੋਂ ਚਿੰਨ੍ਹ ਬਣ ਜਾਂਦੇ ਨੇ ਤਾਂ ਉਸ ਚੀਜ਼ ਨੂੰ ਅਸੀਂ ਕੀ ਕਹਿੰਦੇ ਹਾਂ ਕਿ ਉਦੋਂ ਕੀ ਹੁੰਦਾ ਹੈ। ਜਦੋਂ ਵਰਨਾਂ ਨੂੰ ਚਿੰਨ੍ਹਾਂ ਦੇ ਵਿੱਚ ਅਸੀਂ ਵਿਸ਼ੇਸ਼ ਢੰਗ ਦੇ ਵਿੱਚ, ਇਹਦੇ ਵਿੱਚ ਇਹ ਵੀ ਲਿਖਿਆ ਵਿਸ਼ੇਸ਼ ਢੰਗ ਦੇ ਵਿੱਚ, ਜਦੋਂ ਅਸੀਂ ਉਹਨੂੰ ਲਿਖਦੇ ਹਾਂ ਉਹ ਸਾਡੀ ਫਿਰ ਵਰਨਮਾਲਾ ਜਿਹੜੀ ਆ ਉਹ ਬੱਚੋਂ ਬਣ ਕੇ ਤਿਆਰ ਹੁੰਦੀ ਹੈ। ਜਦੋਂ ਅਸੀਂ ਅੱਖਰਾਂ ਨੂੰ ਇੱਕ ਸਿਸਟਮ ਦੇ ਵਿੱਚ ਬੰਨ੍ਹ ਕੇ ਲਿਖਦੇ ਹਾਂ ਜਾਂ ਸਮਝਦੇ ਹਾਂ ਜਾਂ ਉਹਨਾਂ ਦੀ ਨਿਯਮਾਵਲੀ ਬਣਾਉਂਦੇ ਹਾਂ। ਅਗਲਾ ਹੈ ਕਿ ਲਿਪੀ ਕਿਸੇ ਭਾਸ਼ਾ ਦਾ ਕੀ ਹੁੰਦੀ ਹੈ। ਹੁਣ ਜੇ ਅਸੀਂ ਕਹੀਏ ਕਿ ਲਿਪੀ ਕੀ ਹੁੰਦੀ ਆ, ਡਿਟੇਲ ਦੇ ਵਿੱਚ ਗੱਲ ਕਰੀ ਆ, ਉਹ ਹੁੰਦੀ ਆ ਬੱਚਿਓ ਲਿਖਣ ਪ੍ਰਬੰਧ। ਜਦੋਂ ਅਸੀਂ ਕਿਸੇ ਭਾਸ਼ਾ ਦੀ ਲਿਪੀ ਦੇਖਦੇ ਹਾਂ ਤਾਂ ਭਾਵ ਲਿਖਣ ਪ੍ਰਬੰਧ ਕੀ ਹੈ ਇਸ ਭਾਸ਼ਾ ਦਾ, ਉਹ ਹੁੰਦਾ ਹੈ ਲਿਖਣ ਪ੍ਰਬੰਧ। ਅਗਲਾ ਅਸੀਂ ਸਵਾਲ ਲੈਂਦੇ ਆ ਕਿ ਹਰੇਕ ਭਾਸ਼ਾ ਦੀ ਆਪਣੀ ਵੱਖਰੀ ਹੁੰਦੀ ਹੈ, ਇਸ ਖਾਲੀ ਸਥਾਨ ਲਈ ਸਹੀ ਉੱਤਰ ਦੀ ਚੋਣ ਕਰੋ। ਸੋਭਾ ਵੀ ਸਾਨੂੰ ਕਨਫਿਊਜ਼ ਕਰਦਾ, ਦਿੱਖ ਜਾਂ ਚੜ੍ਹਾਈ ਹੈ। ਹਰੇਕ ਲਿਪੀ ਦੀ ਆਪਣੀ ਵੱਖਰੀ ਸੋਭਾ ਹੁੰਦੀ ਹੈ, ਆਪਣੀ ਵੱਖਰੀ ਦਿੱਖ ਹੁੰਦੀ ਹੈ ਅਤੇ ਆਪਣੀ ਵੱਖਰੀ ਚੜ੍ਹਾਈ ਹੁੰਦੀ ਹੈ। ਸੋ ਬੱਚੇ ਅਸੀਂ ਵਿਆਕਰਨ ਜਿਹੜਾ ਪਾਠ ਕਰ ਰਹੇ ਹਾਂ, ਇਸ ਕਰਕੇ ਜਿਹੜਾ ਸਾਡਾ ਰਾਈਟ ਆਨਸਰ ਆ ਉਹ ਅਸੀਂ ਬੋਲਣਾ ਲਿਪੀ। ਵੱਖਰੀ ਲਿਪੀ ਹੁੰਦੀ ਹੈ ਹਰੇਕ ਭਾਸ਼ਾ ਦੀ। ਜੇ ਇਹਨੂੰ ਵਿਆਕਰਨਿਕ ਢੰਗ ਦੇ ਨਾਲ ਦੇਖੀਏ ਤਾਂ ਉਹ ਲਿਪੀ ਇਹਦਾ ਰਾਈਟ ਆਨਸਰ ਬੱਚੋਂ ਬਣਦਾ ਹੈ। ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਆ। ਹੁਣ ਅਸੀਂ ਕਹਾਂਗੇ ਇਸ ਤਾਂ ਪੰਜਾਬੀ ਦੀ ਗੱਲ ਕਰ ਰਹੇ ਹਾਂ ਸਰ, ਪਾਕਿਸਤਾਨ ਵਾਲਾ ਸਵਾਲ ਕਿੱਥੋਂ ਐਡ ਹੋ ਗਿਆ। ਇਹ ਵੀ ਸਵਾਲ ਦੇ ਵਿੱਚ ਪਹਿਲਾਂ ਪੁੱਛਿਆ ਜਾ ਚੁੱਕਿਆ ਪੇਪਰਾਂ ਦੇ ਵਿੱਚ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਪੰਜਾਬੀ ਬੋਲੀ ਜਾਂਦੀ ਆ, ਕਈ ਕਹਿਣਗੇ ਪਾਕਿਸਤਾਨੀ ਲਿਪੀ ਹੋਊ, ਕਈ ਕਹਿਣਗੇ ਜੀ ਗੁਰਮੁਖੀ ਲਿਪੀ ਹੋਊ, ਉੱਧਰ ਵੀ ਕਿਹੜਾ ਬਦਲੀ ਹੋਊ, ਕਿ ਇਹਨੂੰ ਲੱਗਦਾ ਕਿ ਮੁਸਲਿਮ ਲਿਪੀ ਹੋਊਗੀ। ਪਰ ਬੱਚਿਓ ਨਹੀਂ, ਉੱਥੇ ਜਿਹੜੀ ਲਿਪੀ ਆ ਉਹਨੂੰ ਬੋਲਦੇ ਆ ਸ਼ਾਹਮੁਖੀ। ਜਿਵੇਂ ਸਾਡੇ ਗੁਰੂਆਂ ਕਰਕੇ ਗੁਰਮੁਖੀ ਆ ਬੱਚੇ, ਉੱਧਰ ਸ਼ਾਹਮੁਖੀ ਦਾ ਭਾਵ ਕੀ ਆ। ਜਿਵੇਂ ਅਸੀਂ ਕਰਾਂਗੇ ਵੀ ਉੱਥੇ ਜਿਹੜੇ ਬੁੱਲੇ ਸ਼ਾਹ ਜੀ ਨੇ ਉਹਨਾਂ ਨੇ ਪੰਜਾਬੀ ਮਾਤ ਭਾਸ਼ਾ ਦਾ ਉੱਧਰ ਵਿਕਾਸ ਕੀਤਾ, ਠੀਕ ਹੈ ਨਾ, ਬੁੱਲੇ ਸ਼ਾਹ ਹੋ ਗਏ। ਅੱਗੇ ਅਸੀਂ ਕਹਾਂਗੇ ਜੇ ਉਹਨਾਂ ਨੇ ਵੀ ਜਿਹੜਾ ਪੰਜਾਬੀ ਲਈ ਕੰਮ ਕੀਤਾ ਉਹ ਵਾਰਿਸ ਸ਼ਾਹ ਜੀ ਵੀ ਨੇ, ਜਿਨ੍ਹਾਂ ਨੇ ਇਹ ਪੰਜਾਬੀ ਭਾਸ਼ਾ ਦਾ ਜਿਹੜਾ ਉੱਧਰ ਕੱਦ ਉੱਚਾ ਕੀਤਾ ਅਤੇ ਸਾਡੇ ਪੰਜਾਬ ਦੇ ਵਿੱਚ ਵੀ। ਸੋ ਜਿਹੜੇ ਇਹ ਬੁੱਲੇ ਸ਼ਾਹ ਅਤੇ ਵਾਰਿਸ ਸ਼ਾਹ ਹੋਣਾ ਕਰਕੇ ਹੀ ਜਿਹੜੀ ਉੱਥੋਂ ਦੀ ਲਿਪੀ ਦਾ ਨਾਮ ਸ਼ਾਹਮੁਖੀ ਪਿਆ, ਵਾਰਿਸਾਂ ਕਰਕੇ। ਜਿਵੇਂ ਗੁਰੂਆਂ ਕਰਕੇ ਅਸੀਂ ਗੁਰਮੁਖੀ ਲਿਪੀ ਕਹਿੰਦੇ ਹਾਂ। ਅੱਖਰਾਂ ਨੂੰ ਕਿਸੇ ਨਿਸ਼ਚਿਤ ਤਰਤੀਬ ਅਨੁਸਾਰ ਮਾਲਾ ਵਾਂਗ ਪਰੋਣ ਦੀ ਕਲਾ ਨੂੰ ਕੀ ਕਿਹਾ ਜਾਂਦਾ। ਅੱਖਰਾਂ ਨੂੰ ਅਸੀਂ ਕਹਿੰਦੇ ਕਿ ਜਿਵੇਂ ਮਾਲਾ ਦੇ ਵਿੱਚ ਪਰੋਣੇ ਆ, ਉਸ ਤਰਤੀਬ ਨੂੰ ਜਾਂ ਉਸ ਕਲਾ ਨੂੰ ਕੀ ਕਹਿੰਦੇ ਨੇ। ਸੋ ਬੱਚਿਓ ਤੁਸੀਂ ਉੱਪਰ ਵੀ ਇਸ ਚੀਜ਼ ਨੂੰ ਦੇਖ ਕੇ ਕਿ ਉਹਨੂੰ ਬੋਲਦੇ ਆ ਵਰਨਮਾਲਾ। ਅੱਖਰਾਂ ਨੂੰ ਕਿਸੇ ਤਰਤੀਬ ਦੇ ਵਿੱਚ, ਕਿਸੇ ਢੰਗ ਦੇ ਵਿੱਚ ਪਰੋਣ ਦੀ ਕਲਾ ਨੂੰ ਅਸੀਂ ਬੋਲਦੇ ਹਾਂ ਵਰਨਮਾਲਾ। ਅਗਲਾ ਬੱਚੋ ਸਵਾਲ ਹੈ ਕਿ ਗੁਰਮੁਖੀ ਲਿਪੀ ਵਿੱਚ ਊੜਾ ਤੋਂ ਲੱਲਾ ਤੱਕ ਕਿੰਨੇ ਸਵਰ ਹਨ। ਊੜਾ ਤੋਂ ਲੱਲਾ ਤੱਕ ਅਸੀਂ ਪਹਿਲਾਂ ਉੱਪਰ ਜਦੋਂ ਸਮਝਾ ਰਹੇ ਸੀ ਉੱਤੇ ਗਲਤੀ ਵੀ ਹੋਈ ਸੀ, ਸ਼ਾਇਦ ਤੁਹਾਡੇ ਚੇਤੇ ਆ ਗਿਆ ਹੋਊਗਾ। ਸੋ ਹਨ ਊੜਾ ਤੋਂ ਲੱਲਾ ਤੱਕ 41 41 ਜਿਹੜੇ ਵਰਨ ਹਨ, ਅੱਖਰ ਹਨ। ਅਗਲਾ ਸਵਾਲ ਲੈਂਦੇ ਹਾਂ ਕਿ 35 ਅੱਖਰੀ ਵਿੱਚ ਪੈਰਾਂ ਵਿੱਚ ਬਿੰਦੀ ਵਾਲੇ 6 ਵਰਨ ਕਿਹੜੀ ਧੁਨੀ ਨਾਲ ਸੰਬੰਧਿਤ ਹਨ। ਹੁਣ ਬੱਚੇ ਇੱਥੇ ਧੁਨੀ ਪੁੱਛਿਆ ਗਿਆ। ਜਿਹੜੇ ਪੈਰਾਂ ਵਿੱਚ ਬਿੰਦੀ ਵਾਲੇ 6 ਸਵਰ ਨੇ, 6 ਵਰਨ ਨੇ, ਅੱਖਰ ਨੇ, ਸਵਰ ਨਹੀਂ ਸੌਰੀ, ਵਰਨ ਹਨ ਜਿਹੜੇ 6, ਉਹਨਾਂ ਦਾ ਸੰਬੰਧ ਕਿਹੜੀ ਧੁਨੀ ਦੇ ਨਾਲ ਹੈ, ਕਿਹੜੀ ਧੁਨੀ ਨਾਲ ਸੰਬੰਧਿਤ ਹਨ। ਤਾਂ ਇਹ ਗੱਲ ਨੂੰ ਤੁਸੀਂ ਚੇਤੇ ਰੱਖਣਾ। ਬੇਸ਼ੱਕ ਤੁਸੀਂ ਬਿਲਕੁਲ ਪਹਿਲਾਂ ਪੜ੍ਹ ਚੁੱਕੇ ਹੋ। ਫਾਰਸੀ ਧੁਨੀ ਦੇ ਵਿੱਚ ਅਸੀਂ ਕਿਹਾ ਕਿ ਫਾਰਸੀ ਧੁਨੀ ਦੇ 6 ਸ਼ਬਦ ਇਨ ਬਿਨ ਬਿੰਦੀ ਵਾਲੇ ਅਸੀਂ ਨਹੀਂ ਲਏ ਨੇ 6, ਉਹਨਾਂ ਦਾ ਸੰਬੰਧ ਆ ਬੱਚਿਓ 6 ਪੈਰਾਂ ਵਾਲੇ ਅੱਖਰਾਂ ਦਾ ਫਾਰਸੀ ਧੁਨੀ ਦੇ ਨਾਲ, ਜਿਹੜੇ ਉਹ 6 ਵਰਨ ਨੇ। ਇਹ ਵੀ ਪੇਪਰ ਦੇ ਵਿੱਚ ਪੁੱਛਿਆ ਗਿਆ ਸਵਾਲ ਹੈ। ਗੁਰਮੁਖੀ ਲਿਪੀ ਦੇ ਵਿੱਚ ਕਿੰਨੇ ਲਗਾਖਰ ਹਨ। ਪਹਿਲਾਂ ਹੀ ਤੁਹਾਨੂੰ ਉੱਪਰ ਡਿਟੇਲ ਦੇ ਵਿੱਚ ਸਮਝਾ ਚੁੱਕੇ ਹਾਂ। ਉਹ ਹਨ 3 ਲਗਾਖਰ ਹਨ। ਇਹਨਾਂ ਨੂੰ ਵੀ ਅਸੀਂ ਡਿਟੇਲ ਦੇ ਵਿੱਚ ਪੜ੍ਹਾਵਾਂਗੇ ਅੱਗੇ ਜਿਹੜੀ ਅਗਲੀ ਕਲਾਸ ਹੋਏਗੀ। ਅਗਲਾ ਸਵਾਲ ਬੱਚਿਓ ਇੱਥੇ ਵੀ ਤੁਹਾਨੂੰ ਕਨਫਿਊਜ਼ ਕਰ ਸਕਦਾ ਹੈ ਕਿ ਗੁਰਮੁਖੀ ਲਿਪੀ ਵਿੱਚ ਊੜਾ ਤੋਂ ਡਾੜਾ ਤੱਕ, ਊੜਾ ਤੋਂ ਡਾੜਾ ਤੱਕ ਵੀ ਕਿੰਨੇ ਜਿਹੜੇ ਵਰਨ ਹਨ। ਸੋ ਤੁਸੀਂ ਉੱਥੇ ਜਿਹੜਾ ਰਾਈਟ ਆਨਸਰ ਲਾ ਕੇ ਆਉਣਾ ਉਹ ਹੈਗਾ ਊੜਾ ਤੋਂ ਡਾੜਾ ਤੱਕ ਗਿਣਨੇ ਨੇ। ਇਹ ਹਨ 35 35 ਜਿਹੜੇ ਵਰਨ ਹਨ ਊੜਾ ਤੋਂ ਡਾੜਾ ਤੱਕ।
तो अगला सवाल लेंदे आ कि गुरमुखी दे 35 ਅੱਖਰਾਂ ਨੂੰ ਤਰਤੀਬਵਾਰ ਕਿਹੜੇ ਗੁਰੂ ਸਾਹਿਬਾਨ ਨੇ ਲਗਾਇਆ ਹੈ। ਯਾਨੀ ਕਿ ਸਿਸਟੇਮੈਟਿਕਲੀ ਕਿਹੜੇ ਗੁਰੂ ਸਾਹਿਬ ਨੇ ਇਸ ਕੰਮ ਨੂੰ ਜਿਹੜਾ ਨੇਪਰੇ ਚਾੜਿਆ। ਸੋ ਉਹ ਹਨ ਗੁਰੂ ਅੰਗਦ ਦੇਵ ਜੀ, ਦੂਸਰੇ ਜਿਹੜੇ ਗੁਰੂ ਪਾਤਸ਼ਾਹ ਨੇ ਸਾਡੇ, ਉਹਨਾਂ ਨੇ ਬੱਚਿਓ 35 ਅੱਖਰ ਨੂੰ ਤਰਤੀਬ ਜਿਹੜੀ ਆ ਉਹ ਬਖਸ਼ੀ ਹੈ। ਅਗਲਾ ਸਵਾਲ ਲੈਂਦੇ ਹਾਂ ਕਿ ਗੁਰਮੁਖੀ ਲਿਪੀ ਨੂੰ ਗੁਰੂ ਸਾਹਿਬਾਨ ਨੇ ਘੜਿਆ ਨਹੀਂ ਬਲਕਿ ਅਪਣਾਇਆ ਹੈ ਅਤੇ ਇਸ ਦਾ ਰੂਪ ਸਵਾਰਿਆ ਹੈ, ਇਹ ਕਥਨ ਹੈ। ਕੀ ਹੈ? ਬਿਲਕੁਲ ਸਹੀ, ਬਿਲਕੁਲ ਗਲਤ, ਅੰਸ਼ਕ ਠੀਕ ਜਾਂ ਅੰਸ਼ਕ ਗਲਤ। ਸੋ ਬੱਚਿਓ ਇਹਦਾ ਰਾਈਟ ਆਨਸਰ ਤੁਸੀਂ ਬਿਲਕੁਲ ਜਾਣਦੇ ਹੋਵੋਗੇ, ਬਿਲਕੁਲ ਸਹੀ। ਸੋ ਜਿਹੜੇ ਸਾਡੇ ਗੁਰੂ ਪਾਤਸ਼ਾਹ ਨੇ ਉਹਨਾਂ ਨੇ ਗੁਰਮੁਖੀ ਲਿਪੀ ਨੂੰ ਬਣਾਇਆ ਨਹੀਂ, ਉਹਦਾ ਰੂਪ ਸਵਾਰਿਆ ਹੈ। ਸੋ ਅਗਲਾ ਸਵਾਲ ਲੈਂਦੇ ਹਾਂ, ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ 35 ਅੱਖਰਾਂ 'ਤੇ ਆਧਾਰਿਤ ਕਿਹੜੀ ਬਾਣੀ ਹੈ। ਬਿਲਕੁਲ ਅਸੀਂ ਉੱਪਰ ਪੜ੍ਹ ਕੇ ਆਏ ਹਾਂ, ਤੁਹਾਨੂੰ ਸਾਰਿਆਂ ਨੂੰ ਜਿਹੜਾ ਇਹਦਾ ਆਨਸਰ ਆਉਂਦਾ ਹੋਊਗਾ। ਸੋ ਬਹੁਤ ਵਾਰੀ ਪੇਪਰ ਦੇ ਵਿੱਚ ਮਾਸਟਰ ਕੇਡਰ 'ਚ ਵੀ ਪੁੱਛਿਆ ਜਾ ਚੁੱਕਿਆ। ਸੋ ਉਹ ਹੈਗੀ ਆ ਪੱਟੀ। ਸੋ 35 ਅੱਖਰ ਨੇ ਜਿਹੜੇ ਗੁਰਮੁਖੀ ਦੇ, ਉਹ 35 ਅੱਖਰਾਂ ਦੇ ਆਧਾਰਿਤ ਗੁਰੂ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਹੈ ਪੱਟੀ ਹੈ ਬੱਚਿਓ। 35 ਅੱਖਰਾਂ ਨੂੰ ਆਧਾਰ ਬਣਾ ਕੇ ਲਿਖੀ ਗਈ ਬਾਣੀ ਹੈ ਪੱਟੀ। ਪੰਜਾਬੀ ਵਰਨਮਾਲਾ ਨੂੰ ਕਿੰਨੇ ਵਰਗਾਂ ਦੇ ਵਿੱਚ ਵੰਡਿਆ ਗਿਆ ਹੈ, ਉਹ ਵੀ ਤੁਸੀਂ ਡਿਟੇਲ ਦੇ ਵਿੱਚ ਪੜ੍ਹ ਕੇ ਆਏ ਹੋ। ਵਰਗ ਚ ਵਰਗ, ਟਵਰਗਤ ਵਰਗ, ਨਮੀਨ ਵਰਗ, ਜਿਹੜਾ ਇਹ 8 ਵਰਗ ਨੇ ਬੱਚੋ ਜਿਹਦੇ ਵਿੱਚ ਪੰਜਾਬੀ ਵਰਨਮਾਲਾ ਦੀ ਵੰਡ ਕੀਤੀ ਗਈ ਹੈ। ਸੋ ਅਸੀਂ ਗੱਲ ਕਰਦੇ ਹਾਂ ਕਿ ਪੰਜਾਬੀ ਵਰਨਮਾਲਾ ਦੀ ਵੰਡ ਅਨੁਸਾਰ ਨਾਸਕੀ ਧੁਨੀਆਂ ਹਰ ਵਰਗ ਦੇ ਇੱਥੇ ਫਿਲਿਪਸ ਵਿੱਚ ਹਨ। ਖਾਲੀ ਸਥਾਨ ਲਈ ਢੁਕਵਾਂ ਉੱਤਰ ਚੁਣੋ। ਕਿੱਥੇ ਹਨ ਨਾਸਕੀ ਧੁਨੀਆਂ? ਅਸੀਂ ਪਹਿਲਾਂ ਵੀ ਤੁਹਾਨੂੰ ਜਦੋਂ ਪੜ੍ਹਾ ਰਹੇ ਸੀ ਦੱਸਿਆ ਸੀ ਕਿ ਨਾਸਕੀ ਧੁਨੀਆਂ ਕਿੱਥੇ ਨੇ, ਉਹ ਕਿਹੜੀ ਤਰਤੀਬ ਦੇ ਵਿੱਚ ਨੇ। ਉਹਦੇ ਵਿੱਚ ਤੁਹਾਨੂੰ ਵੀ ਸ਼ੁਰੂ ਵਿੱਚ ਨੇ, ਮੱਧ ਭਾਵ ਵਿਚਕਾਰ 'ਚ ਨੇ ਜਾਂ ਅੰਤ ਵਿੱਚ ਨੇ, ਜਾਂ ਇਹਦਾ ਆਨਸਰ ਹੈ ਕਿ ਤਿੰਨੋਂ ਗਲਤ ਹਨ। ਸੋ ਬੱਚੋ ਇਹ ਬਿਲਕੁਲ ਅੰਤ ਵਿੱਚ ਹਨ। ਜਿਹੜੀ ਅੰਤ ਵਾਲੀ ਲਾਈਨ ਦੇ ਅੱਖਰ 5 ਨੇ, ਜਿਹੜਾ ਲਾਸਟ ਵਾਲਾ ਅੱਖਰ ਆ, ਜਦੋਂ ਉੱਪਰ ਤੋਂ ਨੀਚੇ ਵੱਲ ਉਹ ਸਾਰੇ ਅੱਖਰਾਂ ਨੂੰ ਦੇਖਦੇ ਹਾਂ ਉਹ ਸਾਰੇ ਹੀ ਨਾਸਕੀ ਧੁਨੀਆਂ ਦਾ ਵਰਗ ਹੈ। ਸੋ ਉਹਨੂੰ ਅਸੀਂ ਕਹਾਂਗੇ ਪੰਜਾਬੀ ਵਰਨਮਾਲਾ ਦੀ ਵੰਡ ਅਨੁਸਾਰ ਨਾਸਕੀ ਧੁਨੀਆਂ ਹਰ ਵਰਗ ਦੇ ਅੰਤ ਵਿੱਚ ਹਨ, ਇਹਦਾ ਰਾਈਟ ਆਨਸਰ ਬਣੇਗਾ। ਸੋ ਅਗਲਾ ਜਿਹੜਾ ਸਵਾਲ ਹੈ ਕਿ ਗੁਰਮੁਖੀ ਵਿਚਲੀਆਂ ਨਾਸਕੀ ਧੁਨੀਆਂ ਦੀ ਪਹਿਚਾਣ ਕਰੋ। ਹੁਣ ਇਹਦੇ ਵਿੱਚ ਤੁਹਾਨੂੰ ਕੁਝ ਕੁ ਧੁਨੀਆਂ ਦਿੱਤੀਆਂ ਗਈਆਂ ਨੇ। ਜਿਹੜੇ ਬੱਚਿਆਂ ਨੇ ਇਹਨੂੰ ਅੰਡਰਸਟੈਂਡ ਕੀਤਾ ਕਿ ਲਾਸਟ ਅੱਖਰ ਕਿਹੜੇ ਨੇ, ਉਹ ਇਹਦੇ ਵਿੱਚ ਬੜੀ ਜਲਦੀ ਫਾਈਂਡ ਕਰ ਲੈਣਗੇ। ਸੋ ਬੱਚੇ ਇਹਦੇ ਵਿੱਚ ਨਾਣਾ, ਨੰਨਾ ਅਤੇ ਮੰਮਾ ਜਿਹੜੀਆਂ ਧੁਨੀਆਂ ਨੇ ਇਹਨਾਂ ਨੂੰ ਅਸੀਂ ਨਾਸਕੀ ਧੁਨੀਆਂ ਦੇ ਰੂਪ ਵਿੱਚ ਇੱਥੇ ਅੰਡਰਸਟੈਂਡ ਕਰਾਂਗੇ, ਸਮਝਾਂਗੇ। ਸੋ ਇਹਦਾ ਰਾਈਟ ਆਨਸਰ ਹੋਊਗਾ ਐੜਾ। ਸੋ ਬੱਚਿਓ ਇਹ ਜਿਹੜੀ ਵੀਡੀਓ ਸੀ ਤੁਹਾਡੀ ਗੁਰਮੁਖੀ ਭਾਸ਼ਾ ਦੀ ਜਿਹੜੀ ਸ਼ੁਰੂਆਤ ਆ ਵਿਆਕਰਨ ਦੀ, ਉਹਦੇ ਨਾਲ ਸੰਬੰਧਿਤ ਅਸੀਂ ਕੋਸ਼ਿਸ਼ ਕੀਤੀ ਕਿ ਕੁਝ ਚੋਣਵੇਂ ਪ੍ਰਸ਼ਨ ਉੱਤਰ ਤੁਹਾਡੇ ਨਾਲ ਸਾਂਝੇ ਕੀਤੇ ਜਾਣ, ਤਾਂ ਜੋ ਵਿਆਕਰਨ ਦੀ ਜੇ ਬੱਚੇ ਤਿਆਰੀ ਕਰ ਰਹੇ ਹਨ ਜਾਂ ਜਿਨ੍ਹਾਂ ਨੇ ਨਵੀਂ ਪੰਜਾਬੀ ਵਿਆਕਰਨ ਸਿੱਖਣੀ ਸ਼ੁਰੂ ਕੀਤੀ ਆ, ਉਹਨਾਂ ਲਈ ਕਿਤੇ ਨਾ ਕਿਤੇ ਇਹ ਜਿਹੜੀ ਵੀਡੀਓ ਉਹ ਲਾਹੇਵੰਦ ਜਿਹੜੀ ਸਾਬਤ ਹੋ ਸਕੇ। ਸੋ ਬੱਚੋ ਇਸੇ ਤਰ੍ਹਾਂ ਅਸੀਂ ਪੰਜਾਬੀ ਵਿਆਕਰਨ ਦਾ ਇਹ ਜਿਹੜਾ ਭਾਗ ਸ਼ੁਰੂ ਕੀਤਾ, ਇਹਦੇ ਵਿੱਚ ਪਾਰਟ 1 2 3 ਇੱਦਾਂ ਕਰਕੇ ਜੋ ਪੰਜਾਬੀ ਪੇਪਰ 1 ਅਤੇ ਮਾਸਟਰ ਕੇਡਰ ETT ਕਰ ਰਹੇ ਬੱਚਿਆਂ ਦੇ ਅੱਗੇ ਸਿਲੇਬਸ ਦਾ ਹਿੱਸਾ ਬਣਨਗੇ ਸਵਾਲ, ਉਹਨਾਂ ਸਾਰੇ ਸਵਾਲਾਂ ਨੂੰ ਇਸ ਵੀਡੀਓ ਦੇ ਜਿਵੇਂ ਅਸੀਂ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ, ਚੈਨਲ ਦੇ ਉੱਪਰ ਸਾਰੀਆਂ ਵੀਡੀਓਜ਼ ਦੇ ਰੂਪ ਦੇ ਵਿੱਚ ਸ਼ਾਰਟ ਕੁਐਸਚਨ, ਚੋਣਵੇਂ ਕੁਐਸਚਨ, ਕੁਝ ਚੀਜ਼ਾਂ ਜਿਨ੍ਹਾਂ ਨੂੰ ਡਿਟੇਲ ਦੇ ਵਿੱਚ ਸਮਝਾਉਣ ਦੀ ਲੋੜ ਹੈ ਉਹ ਤੁਹਾਡੇ ਨਾਲ ਇਸੇ ਤਰ੍ਹਾਂ ਸਾਂਝੀਆਂ ਕਰਾਂਗੇ। ਸੋ ਸਾਡੇ ਵੱਲੋਂ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਲਈ ਵਧੀਆ ਤੋਂ ਵਧੀਆ ਜਿਹੜੀ ਜਾਣਕਾਰੀ ਆ ਉਹ ਪ੍ਰੋਵਾਈਡ ਕੀਤੀ ਜਾਵੇ। ਸੋ ਬੱਚਿਓ ਅਸੀਂ ਮਿਹਨਤ ਕਰਦੇ ਹਾਂ ਤੁਹਾਡੇ ਲਈ, ਅਤੇ ਅਸੀਂ ਇਹਦੇ ਵਿੱਚ ਕਿਤੇ ਨਾ ਕਿਤੇ ਗਲਤੀ ਵੀ ਕਰ ਸਕਦੇ ਹਾਂ, ਤੁਸੀਂ ਉਹਦਾ ਸੁਝਾਅ ਵੀ ਸਾਨੂੰ ਦੇ ਸਕਦੇ ਹੋ। ਸੋ ਜਿਹੜੀ ਵੀਡੀਓ ਆ, ਜਦੋਂ ਵੀ ਕੋਈ ਇਨਸਾਨ ਹੈ ਗਲਤੀਆਂ ਦਾ ਪੁਤਲਾ, ਇਹਦੇ ਵਿੱਚ ਕੋਈ ਗਲਤੀ ਵੀ ਰਹਿ ਸਕਦੀ ਆ, ਉਸ ਚੀਜ਼ ਨੂੰ ਜ਼ਰੂਰ ਤੁਸੀਂ ਨੇ ਸਾਨੂੰ ਸੁਜੈਸਟ ਕਰਨਾ, ਜਾਂ ਸਾਨੂੰ ਸੁਝਾਅ ਦੇ ਸਕਦੇ ਹੋ ਕਿਸ ਢੰਗ ਦੇ ਨਾਲ ਵੀਡੀਓ ਨੂੰ ਹੋਰ ਬਿਹਤਰ ਬਣਾ ਸਕਦੇ ਹਾਂ। ਸੋ ਅੱਜ ਦੀ ਜਿਹੜੀ ਵੀਡੀਓ ਆ ਆਪਾਂ ਨੂੰ ਹੁਣ ਸਮਾਪਤੀ ਵੱਲ ਲੈ ਕੇ ਜਾਂਦੇ ਹਾਂ। ਪੰਜਾਬੀ ਵਿਆਕਰਨ ਦੇ ਨਾਲ ਸੰਬੰਧਿਤ ਵੱਖ-ਵੱਖ ਜਿਹੜੇ ਟੌਪਿਕ ਤੁਹਾਡੇ ਸਿਲੇਬਸ ਦਾ ਹਿੱਸਾ ਹਨ, ਉਹ ਸਾਰੇ ਹੀ ਤੁਹਾਨੂੰ ਇਸੇ ਚੈਨਲ ਤੋਂ ਪੜ੍ਹਾਏ ਜਾਣਗੇ। ਸੋ ਪੰਜਾਬੀ ਵਿਆਕਰਨ ਦੀ ਜਾਣਕਾਰੀ ਹਾਸਲ ਕਰਨ ਲਈ ਤੁਸੀਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ, ਜਿਸ ਦਾ ਨਾਮ ਹੈ ਪੰਜਾਬੀ ਐਜੂਕੇਸ਼ਨ ਚੈਨਲ। ਸੋ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਥੈਂਕ ਯੂ ਜੀ ਐਂਡ ਹੈਵ ਏ ਨਾਈਸ ਡੇ।